ਇੰਨੇ ਵੱਡੇ ਇਲਜ਼ਾਮ ਤੁਹਾਡੇ ਉੱਤੇ ਲੱਗ ਜਾਣੇ, ਕਦੇ ਲਾਲਚ ਆਇਆ ਜ਼ਿੰਦਗੀ ਦੇ ਵਿੱਚ ਕਿਸੇ ਚੀਜ਼ ਨੂੰ ਲੈ? ਲਾਲਚ ਸੇਵਾਦਾਤਾ ਰਿਹਾ ਔਰ ਜੀਵਨ ਦੇ ਆਖਰੀ ਸਵਾਸ ਤੱਕ ਰਹੇਗਾ। ਕੋਈ ਲਾਲਚ ਨਹੀਂ, ਇਲਜ਼ਾਮ ਸੋਨੇ ਦੇ ਗਵਨ ਦੇ ਲੱਗੇ ਤੁਹਾਡੇ ਤੇ ਕਿ ਡਾਕਟਰ ਸਮਰਾ ਅਗਰ ਸੱਚਾ ਹੈ ਤੇ ਆਪਣੀ ਡਿਗਰੀ ਹੀ ਜਨਤਕ ਕਰ ਦੇਵੇ, ਜਦ ਕਿ ਇਹਦੀ ਆਪਰੇਸ਼ਨ ਕਰਦਿਆਂ ਹੋਇਆਂ ਦੀਆਂ ਵੀਡੀਓ ਇਹਨੇ ਮੈਨੂੰ ਭੇਜੀਆਂ ਨੇ, ਮੈਂ ਜਨਤਕ ਕਰ ਦਾਂ, ਮੇਰੇ ਕੋਲ ਨੇ, ਜਦੋਂ ਮਰਜ਼ੀ ਦੇਖ ਲਓ। ਜਿਹੜਾ ਬੰਦਾ ਇੱਕ ਡਿਗਰੀ ਹੋਲਡਰ ਡਾਕਟਰ ਹੀ ਨਹੀਂ ਹੈ ਤੇ ਉਹ ਲੋਕਾਂ ਦੀ ਜ਼ਿੰਦਗੀਆਂ ਨਾਲ ਖਿਲਵਾੜ ਕਰਦਾ ਤਾਂ ਕਸਾਈ ਨਹੀਂ ਤੇ ਹੋਰ ਕੀ ਹੈ। ਜਿਸ ਸ਼੍ਰੀ ਸਾਹਿਬ ਦੀ ਗੱਲ ਕੀਤੀ ਗਈ, ਡੇਢ ਸਵਾ ਸੇਰ ਦੀ ਗੱਲ ਕੀਤੀ ਗਈ ਵੀ ਮੈਂ ਜਥੇਦਾਰ ਸਾਹਿਬ ਨੇ ਮੈਨੂੰ ਕਿਹਾ ਵੀ ਮੈਂ ਬਣਾ ਦੂੰਗਾ, ਪੈਸੇ ਮੇਰੇ ਤੋਂ ਲੈ ਲਏ, ਪਰ ਜਦੋਂ ਮੈਂ ਇਨਕੁਆਇਰੀ ਕਰਵਾਈ ਤਾਂ ਉਹਦੇ ਉੱਤੇ ਸੋਨਾ ਹੀ ਨਹੀਂ ਸੀਗਾ। ਉਹ ਕਿਉਂ ਐਡਾ ਵੱਡਾ ਇਲਜ਼ਾਮ? ਇਨਕੁਆਇਰੀ ਕਿਹਨੇ ਕਰਵਾਈ? ਡਾਕਟਰ ਅਖੌਤੀ ਡਾਕਟਰ, ਝੋਲਾ ਛਾਪ ਡਾਕਟਰ ਤੇ ਭੁੱਖਾ ਨੰਗਾ ਡਾਕਟਰ। ਹੁਣ ਇਹ ਕਹਿੰਦਾ ਜੀ ਮੈਂ ਜਾਂਚ ਉਹਨੇ ਕਰਾਈ, ਕਿਹਾ ਜਾਂਚ ਕਰਾਉਣ ਵਾਲੀ ਹੈ ਕਮੇਟੀ, ਉਹਨਾਂ ਚੀਜ਼ਾਂ ਵਿੱਚ ਸਾਰਾ ਸਮਾਨ ਫੇਕ ਨਿਕਲਿਆ। ਇਹਦੀ ਚਾਰਜ ਸ਼ੀਟ ਵਿੱਚ ਲਿਖਿਆ ਹੋਇਆ ਵੀ ਇਹ ਬੰਦਾ ਇਹਦੇ ਅੱਤਵਾਦੀਆਂ ਨਾਲ ਸੰਬੰਧ ਰਹੇ ਨੇ, ਉਹਨਾਂ ਨੂੰ ਇਹਨੇ ਫੜਵਾਇਆ ਵੀ ਹੋਏਗਾ, ਮਰਵਾਇਆ ਵੀ ਹੋਏਗਾ, ਉਹਨਾਂ ਨੂੰ ਠੱਗਿਆ ਵੀ ਹੋਏਗਾ, ਉਹਨਾਂ ਕੋਲ ਪੈਸੇ ਵੀ ਲਏ। ਇਹ ਖੁਦ ਇਹ ਪੀੜਾ ਲੈ ਕੇ ਜਾ ਰਿਹਾ ਔਰ ਨਾਲ ਆ ਇੱਕ ਇਹਦਾ ਕੋਈ ਡੁਰਲੀ ਹੈਗਾ ਜਿਹਨੂੰ ਕਿਰਪਾਨ ਫੜਾਈ ਹੋਈ ਹੈ। ਆਹ ਕਿਰਪਾਨ ਇਹਦੇ ਕੋਲ, ਇਹ ਕਿਹਦਾ ਮਤਲਬ ਇੱਕ ਕਿਰਪਾਨ ਇਹਦੇ ਕੋਲ ਹੈ, ਇੱਕ ਕਿਰਪਾਨ ਹਜ਼ੂਰ ਸਾਹਿਬ ਹੈ। ਜੇ ਪਟਨਾ ਸਾਹਿਬ ਵਾਲੀ ਦਾ ਇਲਜ਼ਾਮ ਮੇਰੇ ਤੇ ਲਾਉਂਦਾ, ਆ ਜਿਹੜੇ ਨੇ ਹੱਥ ਫੜੀ ਉਹ ਕਿੱਥੋਂ ਲਈ ਹੈ? ਜਦੋਂ ਵੀ ਇਹ ਤਖਤ ਪਟਨਾ ਸਾਹਿਬ ਆਇਆ ਹਰ ਵਾਰੀ ਉੱਥੇ ਲੜਾਈ ਹੋਈ ਹੈ। ਆਹ ਦੇਖੋ ਬੈਂਡ ਵਾਜੇ ਵਾਲਿਆਂ ਵਾਲੇ ਕੱਪੜੇ ਪਾ ਕੇ ਨਾ, ਅੱਜ ਜਿਵੇਂ ਬੈਂਡ ਵਾਜੇ ਵਾਲਿਆਂ ਦੀ ਡਰੈਸ ਹੁੰਦੀ ਹੈ, ਉਹ ਜੀ ਡਰੈਸ ਪਾ ਕੇ ਤੇ ਆਪਣੇ ਆਪ ਨੂੰ ਕਹਿੰਦਾ ਮੈਂ ਬੜਾ ਧਨਾੜ ਹਾਂ, ਮੈਂ ਬੜਾਈਏ। ਜਦ ਉਹਨਾਂ ਨੇ ਕਿਹਾ ਜੀ ਮੈਂ 10 ਕਰੋੜ ਦਾ ਚੈੱਕ ਦੇਣ ਆਇਆ ਸੀ, ਤੁਹਾਡੇ ਗ੍ਰੰਥੀਆਂ ਨੇ ਲਿਆ ਨਹੀਂ। ਕਿ ਮੈਂ ਗ੍ਰੰਥੀ ਸਾਹਿਬਾਨਾਂ ਨਾਲ ਗੱਲ ਕੀਤੀ, ਮੈਂ ਕਿਹਾ ਵੀ ਉਹ ਚੈੱਕ ਦੇ ਰਿਹਾ ਸੀ, ਤੁਸੀਂ ਲਿਆ ਕਿਉਂ ਨਹੀਂ? 100 ਕਮਰਾ ਬਣ ਜਾਏਗਾ ਇਹਦਾ। ਉਹ ਕਹਿਣ ਲੱਗੇ ਦਿੱਤਾ ਹੀ ਨਹੀਂ ਕਿਸੇ, ਸਾਨੂੰ ਕੋਈ ਲੈ ਕੇ ਨਹੀਂ ਆਇਆ, ਅਸੀਂ ਕਿਉਂ ਮਨਾ ਕਰਾਂਗੇ? ਤੇ ਜੱਜ ਦੇ ਖਾਤਿਆਂ ਦੀ ਸਾਡੇ ਕੋਲ ਸਟੇਟਮੈਂਟ ਪਹੁੰਚੀ ਤੇ ਉਹ ਸਟੇਟਮੈਂਟ ਵਿੱਚ ਇਹਦੇ ਖਾਤੇ ਵਿੱਚ 2,25,000 ਰੁਪਏ। ਇਹਦੇ ਜਿਵੇਂ ਇਹ ਚੈੱਕ ਫੇਕ ਨੇ, ਜਿਵੇਂ ਇਹਦਾ ਸੋਨਾ ਫੇਕ ਨਿਕਲਿਆ, ਜਿਵੇਂ ਇਹਦੀ ਡਿਗਰੀਆਂ ਫੇਕ ਨੇ, ਉਸ ਤਰ੍ਹਾਂ ਇਹਦੇ ਇਹ ਇਲਜ਼ਾਮ ਵੀ ਫੇਕ ਨੇ। ਕਿਸੇ ਬੱਚੀ ਦੇ ਨਾਲ ਤੁਹਾਡੇ ਨਜਾਇਜ਼ ਸੰਬੰਧ ਸੀਗੇ, ਇੱਥੋਂ ਤੱਕ ਕਿ ਪ੍ਰੈਗਨੈਂਟ ਕਰ ਦਿੱਤਾ ਗਿਆ, ਫਿਰ ਅਬੋਰਸ਼ਨ ਤੱਕ ਵੀ ਕਰਵਾਇਆ ਗਿਆ। ਉਹਦੇ 'ਚ ਇਹ ਕਹਿੰਦਾ ਵੀ 4 ਸਾਲ ਤੋਂ ਗਿਆਨੀ ਰਣਜੀਤ ਸਿੰਘ ਦੇ ਕਿਸੇ ਔਰਤ ਨਾਲ ਸੰਬੰਧ ਸਨ ਅਤੇ ਫਿਰ ਉਹਨੂੰ ਹਮਲ ਹੋ ਗਿਆ ਅਤੇ ਫਿਰ ਉਹਦਾ ਅਬੋਰਸ਼ਨ ਹੋਇਆ। ਉਹ ਫਿਰ ਅੱਧਾ ਲਟਕਦਾ ਸੀ ਅਤੇ ਉਹ ਮੇਰੇ ਕੋਲ ਲੈ ਕੇ ਆਇਆ। ਬਈ ਜੇ ਅੱਧਾ ਜਿੱਥੇ ਕਰਾਇਆ ਸੀ ਉੱਥੇ ਪੂਰਾ ਨਹੀਂ ਸੀ ਹੋ ਸਕਦਾ। ਕਹਿੰਦਾ ਜੀ ਬਲੀਡਿੰਗ ਹੋ ਰਹੀ ਸੀ, ਉਹ ਮਰਦੀ ਜਾ ਰਹੀ ਸੀ, ਫਿਰ ਉਹਨੂੰ ਲੈ ਕੇ ਆਇਆ, ਫਿਰ ਮੈਂ ਅਬੋਰਸ਼ਨ ਕੀਤਾ। ਪਹਿਲੀ ਗੱਲ ਤਾਂ ਤੂੰ ਅਬੋਰਸ਼ਨ ਕਰ ਹੀ ਨਹੀਂ ਸਕਦਾ। ਔਰ ਇਹ ਬੰਦਾ ਖੁਦ ਐਡਾ ਕ੍ਰਿਮਨਲ ਹੈ, ਗੰਦੀ ਨਾਲੀ ਦਾ ਕੀੜਾ ਹੈਗਾ। ਔਰ ਇਹ ਸਾਨੂੰ ਕਹਿ ਰਿਹਾ, ਆਹ ਕਰਤਾਰਪੁਰ ਥਾਣੇ ਵਿੱਚ ਇਹਦਾ ਆਹ ਫੋਟੋ ਲੱਗੀ ਹੋਈ ਹੈ ਉਹਦੇ ਕ੍ਰਿਮਨਲ ਬੋਰਡ 'ਤੇ, ਜਿਹਦੇ ਵਿੱਚ ਲਿਖਿਆ ਵੀ ਇਹ ਨਸ਼ਿਆਂ ਦੀਆਂ ਗੋਲੀਆਂ ਦਿੰਦਾ। ਇਹਦਾ ਦਾ ਖਾਨਦਾਨੀ ਕੰਮ ਹੈ। ਇਹਦਾ ਪਿਓ ਮੱਘਰ ਸਿੰਘ ਸਮਰਾ ਗੰਦੀਆਂ ਜਨਾਨੀਆਂ ਸਪਲਾਈ ਕਰਨ ਦਾ ਇਹਦਾ ਪਿਓ ਦਾ ਕੰਮ ਸੀ। ਜੋ ਸਮਰੇ ਨੇ ਬੋਲਿਆ, ਜੇ ਕਿਧਰੇ ਮੇਰਾ ਦੋਸ਼ ਹੋਵੇਗਾ ਮੈਨੂੰ ਸ਼ੂਟ ਕਰ ਦਿਓ। ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਤਖਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਗੌਹਰੇ ਮਸਕੀਨ ਰਣਜੀਤ ਸਿੰਘ ਗੌਹਰ ਉਹਨਾਂ ਦੇ ਉੱਤੇ ਵੱਡੇ ਇਲਜ਼ਾਮ ਧੋਖਾਧੜੀ ਕਹਿ ਲਈਏ ਜਾਂ ਭ੍ਰਿਸ਼ਟਾਚਾਰ ਦੇ ਲੱਗੇ, ਜਿਸ ਤੋਂ ਬਾਅਦ ਇੱਕ ਨਵਾਂ ਵਿਵਾਦ ਛਿੜਿਆ ਔਰ ਇਲਜ਼ਾਮ ਲਗਾਏ ਸੀਗੇ ਕਰਤਾਰਪੁਰ ਤੋਂ ਡਾਕਟਰ ਗੁਰਵਿੰਦਰ ਸਿੰਘ ਸਮਰਾ ਹੋਣਾ ਨੇ। ਕੁਝ ਸੋਨੇ ਦੀਆਂ ਵਸਤਾਂ ਉਹਨਾਂ ਦੇ ਵੱਲੋਂ ਤਖਤ ਸ਼੍ਰੀ ਪਟਨਾ ਸਾਹਿਬ ਦੇ ਵਿੱਚ ਭੇਟ ਕੀਤੀਆਂ ਜਾਂਦੀਆਂ ਨੇ, ਤਾਂ ਬਾਅਦ ਦੇ ਵਿੱਚ ਇਲਜ਼ਾਮ ਲੱਗਦੇ ਨੇ ਕਿ ਉਹਨਾਂ ਉੱਪਰ ਜਿੰਨਾ ਸੋਨਾ ਲਗਾਇਆ ਗਿਆ ਸੀ ਉਹ ਸੋਨਾ ਨਾ ਮਾਤਰ ਸੀ ਔਰ ਸਿੱਧੇ ਤੌਰ ਦੇ ਉੱਤੇ ਉਸ ਸੋਨੇ ਦੇ ਗਬਨ ਦੇ ਇਲਜ਼ਾਮ ਲੱਗ ਜਾਂਦੇ ਨੇ ਗਿਆਨੀ ਰਣਜੀਤ ਸਿੰਘ ਗੌਹਰ ਹੋਣਾ ਦੇ ਉੱਤੇ। ਅੱਜ ਸਾਡੇ ਨਾਲ ਨੇ, ਗੱਲਬਾਤ ਕਰਾਂਗੇ ਵਿਸਤਾਰ ਦੇ ਵਿੱਚ ਇਸ ਪੂਰੇ ਵਿਵਾਦ ਦੇ ਉੱਤੇ। ਭਾਈ ਸਾਹਿਬ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਸਭ ਤੋਂ ਪਹਿਲਾਂ ਤਾਂ ਇੱਕ ਬੇਨਤੀ ਲਾ ਲਓ, ਸੰਗਤ ਦੀ ਬੇਨਤੀ ਲਾ ਲਓ ਕਿ ਅੱਜ ਜੋ ਸਵਾਲ ਸੰਗਤ ਦੇ ਨੇ ਉਹਨਾਂ ਦੇ ਜਵਾਬ ਅੱਜ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨ ਕੇ ਦਿਓਗੇ ਔਰ ਜਿਸ ਤਰੀਕੇ ਦੇ ਨਾਲ ਜਿਹੜੀ ਉੱਚੀ ਪਦਵੀ ਆ ਉਸ ਨੂੰ ਮੁੱਖ ਰੱਖ ਕੇ ਦਿਓਗੇ। ਇੰਨੇ ਵੱਡੇ ਇਲਜ਼ਾਮ ਤੁਹਾਡੇ ਉੱਤੇ ਲੱਗ ਜਾਣੇ, ਕਦੇ ਲਾਲਚ ਆਇਆ ਜ਼ਿੰਦਗੀ ਦੇ ਵਿੱਚ ਕਿਸੇ ਚੀਜ਼ ਨੂੰ ਲੈ? ਲਾਲਚ ਸੇਵਾਦਾਤਾ ਰਿਹਾ। ਗੁਰੂ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਦਾ, ਗੁਰੂ ਦੇ ਅਸਥਾਨ ਸੋਹਣੇ ਬਣਨ, ਖਾਸ ਕਰਕੇ ਤਖਤ ਸਾਹਿਬਾਨ
ये तो लालच रहा और अज भी है और जीवन के आखिरी श्वास तक रहेगा। रही गल पैसे के लालच की, तो गुरु साहिब ने मैनू पहले दिन तो ही ये लालच नहीं बख्शिया। 16 साल मैं श्री अकाल तख्त साहब की विश्व सिख प्रचारक संस्था के जनरल सकत्तर के तौर पर सेवा निभाई है सन 2000 तो लैके 2016 तक। एक पैसे का कोई बिल दस देवे जो मेरा खर्च भी होया होवे तो मैं उतों लिया होवे। बड़ी बारी मैं फॉरन तो मीटिंगां च आउंदा रहा, इत्थों भी जांदा रहा, देश के दूजे हिस्सों तो बाई एयर भी मैं बड़ी बारी अमृतसर मीटिंगां शामिल होया, पर कदी टिकट या एक सिंगल पैनी मैं तख्त साहब तो बिल नहीं लिया, श्री अकाल तख्त साहब तो। उस तो बाद सन 2005 विच मैनू पंथ रतन ਗਿਆਨੀ ਸੰਤ ਸਿੰਘ ਮਸਕੀਨ जी की दस्तार 5 तख्तां वालों मिली है। उन्होंने परिवार वालों मान सन्मान होया। जगह जगह समागमां ते गए हाँ, जाते ही रहे हाँ, और कभी कोई कह देवे भी भेटा लई मंग के या किराए की डिमांड की। हाँ, जिन्हें पुछया भी तुहाडा किराया ज्ञानी जी कितना लगा है, उन्हें सानू दिता भी है। भेटा भी दिंदियां ने संगतां, पर डिमांड मंग लालच नैवर एवर। उस तो बाद तख्त पटना साहब की जब बतौर जथेदार नियुक्ति हुई है, बतौर हेड ग्रंथी नियुक्ति हुई है, तख्त पटना साहब की कमेटी कह देवे कि मैं उन्होंने कोई डिमांड रखी होवे कि इन्नी मैनू तनख्वाह दिओ। 2 साल मैं सरां दे कमरे च रुलदा रहा, मैं मंग नहीं की। आखिर किसी सज्जण वालों साबका जथेदार दे उन्हें ताले लाए हुए सी, वो ताले कट के मैनू रिहायश दी गई। वो जनरल सकत्तर के आदेश मुताबक मैं उस रिहायश में गया। कोई मेरी एप्लीकेशन जे लालच होए तो बंदा एप्लीकेशन दिंदा है, पहुँच करदा है कि मैनू जी मैं तो मर चलिया जी। कोई मेरी तो गुरु साहब की किरपा नाल पहलां ही बहुत संगतां विच मान सन्मान की अवस्था रही है, कभी कोई मेरा मान भंग नहीं होया। किते कोई मैं एप्लीकेशन दिती होए कि मैनू जथेदारी की तुसीं सेवा दिओ, ना कभी नहीं। इन्हां ने खुद ब खुद, मैं इंग्लैंड सी जद मैनू बार बार स्वर्गीय अवतार सिंह हित के फोन जाते रहे, होर संबंधित मैंबरां दे फोन जाते रहे, सरदार कमिकर सिंह जी, होर तमाम सज्जणों के फोन जाते रहे भी तुसीं आओ, गुरु साहब का तखत है, जन्म स्थान है, तुसीं हमेशा। मैं 15 साल लगातार तखत साहब कथा की सेवा करने लई हर गुरु गोबिंद सिंह के गुरपुरब ते जांदा रहा। सरदार RS गांधी ते डॉक्टर चरणजीत सिंह की कमेटी तो पहला ये आके सानू किराया मात्र देन लगे। उस तो पहला पुछो कदी किराया मंगया? इन्ना वड्डा मान, इन्ना वड्डा सन्मान, कोई लालच नहीं, इल्जाम सोने दे गवन दे लागे तुहाडे ते तनखाहियां करार दित्ता तुहानूं? हाँ, ये जिहड़ी गल होई है, ये अखौती डॉक्टर है जिहदे कोल डॉक्टरी की कोई डिग्री नहीं। मैं चैलेंज करदा तुहाडे हमदर्द TV चैनल राहीं ते होर TV चैनल राहीं कि डॉक्टर समरा अगर सच्चा है तो अपनी डिग्री ही जनतक कर देवे, जबकि यदि ऑपरेशन करदियां होयां दियां वीडियो इन्हें मैनू भेजियां ने, मैं जनतक करदा, मेरे कोल ने, जदों मर्जी देख लो। जिहड़ा बंदा एक डिग्री होल्डर डॉक्टर ही नहीं है तो वो लोगों की जिंदगियां नाल खिलवाड़ करदा तो कसाई नहीं तो होर की है, उन्होंने की आखोगे? ना कोई डिग्री है। जलंधर थाना करतारपुर का ये हिस्ट्री शीटर है। उस टॉपिक तो मैं बाद च आउणा, पहला मैं इस टॉपिक पर रहूँगा। उन्होंने निजी इल्जाम हो सकते हैं, निजी जिंदगी हो सकती है, पर जिस श्री साहब की गल की गई, 1.5 सवा सेर की गल की गई भी मैं जथेदार साहब ने मैनू कहा भी मैं बना दूंगा, पैसे मेरे तो लै ले, पर जो मैं इनकुआरी करवाई तो वो सोना ही नहीं सीगा। वो क्यों एडा वड्डा इल्जाम? इनकुआरी किन्ने करवाई? डॉक्टर अखौती डॉक्टर, झोला छाप डॉक्टर ते भुखा नंगा डॉक्टर ते निंदनीय डॉक्टर जिहदा ना ही डॉक्टर है, डॉक्टर नहीं है, वो साबित कर देवे कि सानू उन्हें कदों पैसे दिते ने, असीं उहदे कोल कदों पैसे मंगे ने, जबकि वो कदम कदम ते वीडियो रिकॉर्डिंग करता है। हुण ये कहंदा जी मैं जांच उन्हें कराई, क्या जांच कराउण वाली है कमेटी है जिहदा आ सारा लिखिया होया। इन्हां ने
26 ਜੁਲਾਈ 2022 ਨੂੰ ਉਹਨਾਂ ਚੀਜ਼ਾਂ ਦੀ ਜਾਂਚ ਕਰਵਾਈ ਹੈ। ਉਹਨਾਂ ਚੀਜ਼ਾਂ ਵਿੱਚ ਸਾਰਾ ਸਮਾਨ ਫੇਕ ਨਿਕਲਿਆ ਜਾਂ ਅਕੋਰਡਿੰਗਲੀ ਨਹੀਂ ਨਿਕਲਿਆ, ਔਰ ਉਹਦੇ ਵਾਸਤੇ ਇਹ ਕਮੇਟੀ ਨੇ ਮੰਗ ਕੀਤੀ ਹੈ ਕਿ FIR ਦਰਜ ਕਰਾਈ ਜਾਏ ਡਾਕਟਰ ਸਮਰਾ 'ਤੇ। ਫਿਰ ਕਿਉਂਕਿ ਇਹਦਾ ਨਾਂ ਹੀ ਡਾਕਟਰ ਹੈ ਤਾਂ ਮੂੰਹੋਂ ਡਾਕਟਰ ਨਿਕਲਦਾ ਹੈ, ਤਾਂ ਇਹ ਇੱਕ ਕ੍ਰਿਮੀਨਲ ਬੈਕਗਰਾਊਂਡ ਦਾ ਬੰਦਾ ਹੈ ਔਰ ਇੱਕ ਬਹੁਤ ਵੱਡਾ ਧੋਖਾਧੜੀ ਵਾਲਾ ਬੰਦਾ ਹੈ। ਇਹਦੀ ਚਾਰਜ ਸ਼ੀਟ ਵਿੱਚ ਲਿਖਿਆ ਹੋਇਆ ਵੀ ਇਹ ਬੰਦਾ ਇਹਦੇ ਅੱਤਵਾਦੀਆਂ ਨਾਲ ਸੰਬੰਧ ਰਹੇ ਨੇ, ਉਹਨਾਂ ਨੂੰ ਇਹਨੇ ਫੜਵਾਇਆ ਵੀ ਹੋਏਗਾ, ਮਰਵਾਇਆ ਵੀ ਹੋਏਗਾ, ਉਹਨਾਂ ਨੂੰ ਠੱਗਿਆ ਵੀ ਹੋਏਗਾ, ਉਹਨਾਂ ਕੋਲ ਪੈਸੇ ਵੀ ਲਏ ਹੋਣਗੇ। 70 ਲੱਖ ਰੁਪਇਆ ਮੈਂ ਕੈਸ਼ ਦਿੱਤਾ ਔਰ ਸ਼੍ਰੀ ਸਾਹਿਬ ਬਣਾਉਣ ਦੇ ਲਈ ਦਿੱਤਾ। ਜਥੇਦਾਰ ਸਾਹਿਬ ਨੇ ਮੈਨੂੰ ਕਿਹਾ ਵੀ ਮੈਂ ਬਣਾ ਕੇ ਦਊਂ, ਕਿਉਂਕਿ ਇੱਥੋਂ ਉਹ ਡਿਜ਼ਾਈਨ ਜਾਂ ਉਹ ਸਾਰਾ ਕੁਝ ਬਣਦਾ ਨਹੀਂ ਸੀ, ਤਿਆਰ ਨਹੀਂ ਸੀ ਹੁੰਦਾ। ਚਲੋ ਇੱਕ ਵਾਰ ਇਹਨੇ ਕਹਿ ਦਿੱਤਾ ਵੀ ਮੈਂ ਜਥੇਦਾਰ ਨੂੰ 70 ਲੱਖ ਦਿੱਤਾ ਅਤੇ ਉਹਨਾਂ ਨੇ ਮੇਰੀ ਸ਼੍ਰੀ ਸਾਹਿਬ ਬਣਵਾਈ ਹੈ, ਇੱਥੋਂ ਬਣਦੀ ਨਹੀਂ ਸੀ। ਇਸ ਭੱਦਰ ਪੁਰਸ਼ ਨੂੰ ਇਹ ਪੁੱਛੋ ਕਿ ਜਿਹੜੀ ਸ਼੍ਰੀ ਸਾਹਿਬ ਤੂੰ ਹਜ਼ੂਰ ਸਾਹਿਬ ਦੇ ਕੇ ਆਇਆ ਉਹ ਕਿੱਥੋਂ ਬਣਵਾਈ, ਉਹ ਕਿਹਨੇ ਬਣਵਾਈ ਹੈ। ਫਿਰ ਇਹ ਕਹਿੰਦਾ ਜਥੇਦਾਰ ਨੇ ਮੈਨੂੰ ਪੀੜਾ ਦੇ ਦਿੱਤਾ ਬਣਿਆ ਹੋਇਆ, ਇਹ ਆ ਖੁਦ ਪੀੜਾ ਲੈ ਕੇ ਜਾ ਰਿਹਾ। ਆਹ ਦੇਖ ਲਓ, ਇਹਦੇ ਸਿਰ 'ਤੇ ਚੁੱਕਿਆ ਹੋਇਆ, ਮੇਰੇ ਸਿਰ 'ਤੇ ਨਹੀਂ ਚੁੱਕਿਆ ਹੋਇਆ। ਇਹ ਖੁਦ ਇਹ ਪੀੜਾ ਲੈ ਕੇ ਜਾ ਰਿਹਾ, ਔਰ ਨਾਲ ਆ ਇੱਕ ਇਹਦਾ ਕੋਈ ਡੁਰਲੀ ਹੈਗਾ ਜਿਹਨੂੰ ਕਿਰਪਾਨ ਫੜਾਈ ਹੋਈ ਹੈ। ਆਹ ਕਿਰਪਾਨ ਇਹਦੇ ਕੋਲ, ਇਹ ਕਹਿੰਦਾ ਮਤਲਬ ਇੱਕ ਕਿਰਪਾਨ ਇਹਦੇ ਕੋਲ ਹੈ, ਇੱਕ ਕਿਰਪਾਨ ਹਜ਼ੂਰ ਸਾਹਿਬ ਹੈ। ਜੇ ਪਟਨਾ ਸਾਹਿਬ ਵਾਲੀ ਦਾ ਇਲਜ਼ਾਮ ਮੇਰੇ 'ਤੇ ਲਾਉਂਦਾ, ਆ ਜਿਹੜੇ ਇਹਨੇ ਹੱਥ 'ਚ ਫੜੀ ਉਹ ਕਿੱਥੋਂ ਲਈ ਹੈ, ਉਹ ਕਿਹਨੇ ਬਣਾਈ ਹੈ। ਫਿਰ ਇਹਨੇ ਸਾਨੂੰ ਲਿਖ ਕੇ ਦਿੱਤਾ ਇਹਦੇ ਲੈਟਰ ਹੈਡ 'ਤੇ ਕਿ ਪੀੜਾ ਸਾਹਿਬ ਸੋਨੇ ਦਾ ਬਣਿਆ ਹੋਇਆ। ਆਹ ਦੇਖੋ ਇਹਦਾ ਲੈਟਰ ਹੈਡ। ਇੱਕ ਵੀ ਜੇ ਮੈਂ ਜ਼ਬਾਨੀ ਕਹਾਂ ਤਾਂ ਮੈਨੂੰ ਤੁਸੀਂ ਕਹਿ ਦਿਓ ਵੀ ਜ਼ਬਾਨੀ ਕਹੀ ਜਾਂਦੇ ਨੇ, ਵਰਬਲੀ ਕਹੀ ਜਾਂਦਾ, ਲਿਖਤ ਹੈ ਸਾਰੀ। ਇਹਨੇ ਤਾਂ ਸਾਡੇ 'ਤੇ ਝੂਠੇ ਇਲਜ਼ਾਮ ਲਾਏ ਨੇ, ਅਸੀਂ ਤਾਂ ਇਲਜ਼ਾਮ ਲਾ ਨਹੀਂ ਰਹੇ, ਅਸੀਂ ਤਾਂ ਸਾਰੇ ਡਾਕੂਮੈਂਟਰੀ ਪ੍ਰੂਫ ਦੇ ਰਹੇ ਹਾਂ। ਆਹ ਦੇਖ ਲਓ, ਪੜ੍ਹਿਆ ਜਾਂਦਾ ਪੀੜਾ ਸਾਹਿਬ ਸੋਨੇ ਦਾ ਬਣਿਆ ਹੋਇਆ। ਇਹ ਸਾਈਨ ਇਹਦੇ ਹੀ ਨੇ ਨਾ, ਮੇਰੇ ਤਾਂ ਨਹੀਂ। ਆਹ ਲੈਟਰ ਹੈਡ ਇਹਦਾ ਹੀ ਹੈ, ਮੇਰਾ ਤਾਂ ਨਹੀਂ। ਇਹਨੇ ਜਿਹੜੇ ਸੋਰਸਾਂ ਤੋਂ ਭੇਜਿਆ ਉਹ ਮੈਂ ਤੁਹਾਨੂੰ ਉਹ ਵੀ ਦੇ ਦਿੰਦਾ, ਤੁਸੀਂ ਇਹ ਸਾਰੀ ਦੁਨੀਆ ਤੱਕ ਪਹੁੰਚਾਓ। ਗੁਰੂ ਸਾਹਿਬ ਤੁਹਾਡੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ ਅਤੇ ਸੰਗਤ ਦੇ ਸਾਹਮਣੇ ਲੈ ਕੇ ਆਓ। ਉਹ ਕਹਿੰਦੇ ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਸੀਗਾ ਵੀ ਮੇਰੇ ਨਾਲ ਇੱਦਾਂ ਦਾ ਭਾਣਾ ਵਾਪਰ ਜੂ। ਮੈਂ ਤਾਂ ਇੱਕ ਸੇਵਕ ਹੋਣ ਦੇ ਨਾਤੇ, ਸ਼ਰਧਾਲੂ ਹੋਣ ਦੇ ਨਾਤੇ ਲਗਾਤਾਰ ਰਹੀ ਗਿਆ। ਪਰ ਕਹਿੰਦੇ ਕੁੰਡੀ ਉਦੋਂ ਫਸੀ ਜਦੋਂ ਮੈਂ ਜਥੇਦਾਰ ਸਾਹਿਬ ਤੋਂ ਬਿੱਲ ਮੰਗਿਆ, ਉਸ ਸ਼੍ਰੀ ਸਾਹਿਬ ਦਾ ਜਾਂ ਜਿਹੜਾ ਸਰਟੀਫਿਕੇਟ ਮੰਗਿਆ ਵੀ ਇਹ ਵਾਕਿਆ ਅਸਲੀ ਜਾਂ ਨਕਲੀ ਹੈ। ਜਿਹੜਾ ਇਹਨੇ ਭੇਜਿਆ ਉਹ ਬਿੱਲ ਹੈਗਾ ਪਾਰਸ ਜੁਐਲਰ ਦਾ, ਜਿਹੜਾ ਇਹਨੇ ਵਟਸਐਪ ਕੀਤਾ। ਜੇ ਇਹਨੇ ਬਿੱਲ ਮੈਨੂੰ ਵਟਸਐਪ ਖੁਦ ਕੀਤਾ ਹੈ ਤੇ ਮੇਰੇ ਕੋਲ ਇਹਨੇ ਕਾਹਦਾ ਬਿੱਲ ਮੰਗਣਾ ਸੀ, ਮੈਂ ਇਹਨੂੰ ਕਾਹਦਾ ਬਿੱਲ ਦੇਣਾ ਸੀ। ਇਹ ਸਾਰਾ ਝੂਠ ਹੈਗਾ। ਇਹਨੇ ਪਹਿਲਾਂ ਵੀਡੀਓ ਨੇ, ਜੇ ਤੁਸੀਂ ਚਲਾ ਸਕੋ ਤਾਂ ਮੈਂ ਤੁਹਾਨੂੰ ਵੀਡੀਓ ਪ੍ਰੋਵਾਈਡ ਕਰਾ ਦੇਣਾ। ਇਹਨੇ ਪਹਿਲਾਂ ਗੁਰਦਿਆਲ ਸਿੰਘ ਤੇ ਸੁਖਦੇਵ ਸਿੰਘ ਤੇ ਬਲਦੇਵ ਸਿੰਘ ਤੇ ਇਲਜ਼ਾਮ ਲਾਏ ਵੀ ਉਹ ਮੇਰੇ ਕੋਲ ਸੋਨੇ ਦੀ ਕਿਰਪਾਨ ਮੰਗ ਰਹੇ ਨੇ, ਉਹ ਮੇਰੇ ਕੋਲ ਆਹ ਮੰਗ ਰਹੇ ਨੇ। ਮੈਨੂੰ ਨਹੀਂ ਲੱਗਦਾ ਵੀ ਇਹਨੇ ਮੰਗਿਆ ਹੋਵੇ। ਜੇਕਰ ਇਹ ਮੈਨੂੰ ਉਹਨਾਂ ਦੇ ਬਾਰੇ ਝੂਠੀਆਂ ਵੀਡੀਓ ਬਣਾ ਕੇ ਪਾ ਸਕਦਾ ਹੈ ਕਿ ਮੈਂ ਉਹਨਾਂ ਦੇ ਖਿਲਾਫ ਹੋਵਾਂ, ਤੇ ਕੀ ਪਤਾ ਉਹਨਾਂ ਨੇ ਮੇਰੇ ਖਿਲਾਫ ਕਿੰਨੀਆਂ ਵੀਡੀਓ ਪਾਈਆਂ ਹੋਣ। ਇਹ ਤਾਂ ਲੜਾਈ ਕਰਵਾਉਣ ਵਾਲਾ। ਜਦੋਂ ਵੀ ਇਹ ਤਖਤ ਪਟਨਾ ਸਾਹਿਬ ਆਇਆ, ਹਰ ਵਾਰੀ ਉੱਥੇ ਲੜਾਈ ਹੋਈ ਹੈ, ਔਰ ਲੜਾਈ ਕਰਾਉਣ ਦਾ ਮੂਲ ਬਾਇਸ ਇਹ ਹੈ। ਫਿਰ ਇਹਨੇ ਆਪਣੀ ਵੀਡੀਓ 'ਚ ਇਹ ਵੀ ਕਿਹਾ ਵੀ ਜਥੇਦਾਰ ਦੀ ਪੱਗ ਲਾਉਣ ਦਾ ਬਲਦੇਵ ਸਿੰਘ ਦਾ ਪ੍ਰੋਗਰਾਮ ਸੀ। ਜੇ ਬਲਦੇਵ ਸਿੰਘ ਦਾ ਪ੍ਰੋਗਰਾਮ ਸੀ, ਤੂੰ ਮੈਨੂੰ ਕਿਉਂ ਨਹੀਂ ਦੱਸਿਆ? ਮੈਨੂੰ ਦੱਸਦਾ, ਮੈਂ ਬਲਦੇਵ ਸਿੰਘ ਨਾਲ ਗੱਲ ਕਰਦਾ। ਬਲਦੇਵ ਸਿੰਘ ਫਿਰ 10 ਕਰੋੜ ਦਾ ਕਹਿੰਦਾ ਮੈਂ ਚੈੱਕ ਦੇਣ ਆਇਆ ਸੀ। ਵੀਡੀਓ ਵੀ ਹੈਗੀ ਵੀ ਮੈਂ 10 ਕਰੋੜ ਲੈ ਕੇ ਆਇਆ ਸੀ। ਇਹ ਇਹਦਾ ਚੈੱਕ ਹੈਗਾ ਜਿਹੜਾ ਇਹਨੇ 10 ਕਰੋੜ ਦਾ 11 ਜੂਨ ਨੂੰ ਕੱਟਿਆ ਐਕਸਿਸ ਬੈਂਕ ਕਰਤਾਰਪੁਰ ਦੇ ਖਾਤੇ 'ਚੋਂ, ਜਿਹੜਾ ਇਹਦਾ ਚੈੱਕ ਦਾ ਨੰਬਰ ਵਗੈਰਾ ਸਭ ਕੁਝ ਹੈਗਾ। ਅਤੇ ਜਿਸ ਦਿਨ ਇਹਨੇ ਇਹ ਚੈੱਕ ਕੱਟਿਆ ਅਤੇ ਮੈਨੂੰ ਕਿਹਾ ਜੀ ਮੈਂ ਲੈ ਕੇ ਆਇਆ ਸੀ ਅਤੇ ਤੁਹਾਡੇ ਗ੍ਰੰਥੀਆਂ ਨੇ ਚੈੱਕ ਲਿਆ ਨਹੀਂ, ਮੈਨੂੰ ਐਂਟਰਟੇਨ ਨਹੀਂ ਕੀਤਾ, ਮੈਨੂੰ ਸਨਮਾਨ ਨਹੀਂ। ਇਹਨੂੰ ਬਹੁਤ ਆਪਣਾ ਦਿਖਾਵਾ ਕਰਨ ਦਾ ਵੀ ਇਹਦਾ ਸੁਭਾਅ ਹੈਗਾ, ਇਹਦਾ ਮਨ ਹੈਗਾ ਮੈਨੂੰ ਬੜਾ ਮੇਰੇ ਗਲ 'ਚ ਹਾਰ ਪਾਏ ਜਾਣ। ਹੁਣ ਇਹ ਗੱਲ ਵੱਖਰੀ ਹੈ ਵੀ ਇਹ ਜੁੱਤੀਆਂ ਦੇ ਹਾਰ ਇਹਨੂੰ ਪੈਣੇ ਨੇ। ਔਰ ਸੰਗਤ ਮੈਂ ਚੁੱਪ ਕਰਕੇ ਨਹੀਂ ਬੈਠਣਾ, ਮੈਂ ਸਾਰੀ ਦੁਨੀਆ 'ਚ ਇਹ ਲੈ ਕੇ ਜਾਣਾ। ਆਹ ਦੇਖੋ ਬੈਂਡ ਵਾਜੇ ਵਾਲੇ ਕੱਪੜੇ ਪਾ ਕੇ ਨਾ, ਅੱਜ ਜਿਵੇਂ ਬੈਂਡ ਵਾਜੇ ਵਾਲਿਆਂ ਦੀ ਡਰੈਸ ਹੁੰਦੀ ਹੈ, ਉਹ ਜੀ ਡਰੈਸ ਪਾ ਕੇ ਅਤੇ ਆਪਣੇ ਆਪ ਨੂੰ ਕਹਿੰਦਾ ਮੈਂ ਬੜਾ ਧਨਾੜ ਹਾਂ, ਮੈਂ ਬੜਾ ਇਹ ਉਹ। ਜਦ ਉਹਨਾਂ ਨੇ ਕਿਹਾ ਜੀ ਮੈਂ 10 ਕਰੋੜ ਦਾ ਚੈੱਕ ਦੇਣ ਆਇਆ ਸੀ, ਤੁਹਾਡੇ ਗ੍ਰੰਥੀਆਂ ਨੇ ਲਿਆ ਨਹੀਂ। ਮੈਨੂੰ ਇਹ ਗੱਲ ਬੁਰੀ ਲੱਗੀ। ਮੈਂ ਗ੍ਰੰਥੀ ਸਾਹਿਬਾਨਾਂ ਨਾਲ ਗੱਲ ਕੀਤੀ, ਮੈਂ ਕਿਹਾ ਵੀ ਉਹ ਚੈੱਕ ਦੇ ਰਿਹਾ ਸੀ, ਤੁਸੀਂ ਲਿਆ ਕਿਉਂ ਨਹੀਂ? 100 ਕਮਰਾ ਬਣ ਜਾਏਗਾ ਇਹਦਾ। ਉਹ ਕਹਿਣ ਲੱਗੇ ਦਿੱਤਾ ਹੀ ਨਹੀਂ ਕਿਸੇ, ਸਾਨੂੰ ਕੋਈ ਲੈ ਕੇ ਨਹੀਂ ਆਇਆ, ਅਸੀਂ ਕਿਉਂ ਮਨਾ ਕਰਾਂਗੇ? ਵਾਕਈ ਕੋਈ ਕਿਉਂ ਮਨਾ ਕਰੇਗਾ? ਅਤੇ ਜੱਜ ਦੇ ਖਾਤਿਆਂ ਦੀ ਸਾਡੇ ਕੋਲ ਸਟੇਟਮੈਂਟ ਪਹੁੰਚੀ, ਅਤੇ ਉਹ ਸਟੇਟਮੈਂਟ ਵਿੱਚ ਇਹਦੇ ਖਾਤੇ ਵਿੱਚ 2,25,000 ਰੁਪਇਆ ਹੈ। ਉਸੇ ਖਾਤੇ ਦਾ ਜਿਸ ਖਾਤੇ 'ਚੋਂ ਚੈੱਕ ਦਿੱਤਾ? ਬਿਲਕੁਲ ਆ, ਤੁਸੀਂ ਪੜ੍ਹ ਲਓ, ਦੇਖ ਲਓ, ਉੱਥੇ ਜਾ ਕੇ ਚੈੱਕ ਕਰਾ ਲਓ। ਜਿਸ ਤੋਂ ਸਾਨੂੰ ਮਿਲਿਆ ਹੈਗਾ
ਅਸੀਂ ਉਹਦਾ ਪਹਿਲੇ ਜ਼ਿਕਰ ਵੀ ਕੀਤਾ ਸੀ, ਫਿਰ ਉਹ ਕਹਿੰਦਾ ਮੇਰਾ ਜ਼ਿਕਰ ਨਾ ਕਰੋ, ਤੁਸੀਂ ਜਿਹੜਾ ਚੈੱਕ ਆਪ ਦਿਖਾ ਦਿਓ ਸੰਗਤ ਨੂੰ। ਤਾਂ ਇਹਦੇ ਜਿਵੇਂ ਇਹ ਚੈੱਕ ਫੇਕ ਨੇ, ਜਿਵੇਂ ਇਹਦਾ ਸੋਨਾ ਫੇਕ ਨਿਕਲਿਆ, ਜਿਵੇਂ ਇਹਦੀ ਡਿਗਰੀਆਂ ਫੇਕ ਨੇ, ਉਸ ਤਰ੍ਹਾਂ ਇਹਦੇ ਇਹ ਇਲਜ਼ਾਮ ਵੀ ਫੇਕ ਨੇ। ਇਹਨੇ ਜ਼ਬਾਨੀ ਇਲਜ਼ਾਮ ਲਾਏ ਨੇ, ਸਬੂਤ ਦਿਖਾਵੇ। ਇਹਨੇ ਸਾਡੇ ਤੇ ਭੈੜੇ ਭੈੜੇ ਇਲਜ਼ਾਮ ਲਾਏ ਪਰ ਸਬੂਤ ਕੋਈ ਨਹੀਂ। ਕਹਿੰਦੇ ਕਿਸੇ ਬੱਚੀ ਦੇ ਨਾਲ ਤੁਹਾਡੇ ਨਜਾਇਜ਼ ਸੰਬੰਧ ਸੀਗੇ, ਇੱਥੋਂ ਤੱਕ ਕਿ ਪ੍ਰੈਗਨੈਂਟ ਕਰ ਦਿੱਤਾ ਗਿਆ, ਫਿਰ ਅਬੋਰਸ਼ਨ ਤੱਕ ਵੀ ਕਰਵਾਇਆ ਗਿਆ। ਔਰ ਜਿਹੜਾ ਬੰਦਾ ਕੜਾਹ ਝੂਠ ਦਾ ਬਣਾਏਗਾ ਉਹ ਚਾਸ਼ਨੀ ਤੋਂ ਭੁੱਖਾ ਕਿਉਂ ਰੱਖੇਗਾ? ਉਹਨੇ ਚਾਸ਼ਨੀ ਵੀ ਝੂਠ ਦੀ ਪਾ ਦੇਣੀ ਹੁੰਦੀ ਹੈ। ਜੇ ਇਹ ਕਹਿੰਦਾ ਵੀ, ਮੈਂ ਵੀ ਸੁਣੀ ਆ ਵੀਡੀਓ, ਉਹਦੇ 'ਚ ਇਹ ਕਹਿੰਦਾ ਵੀ 4 ਸਾਲ ਤੋਂ ਗਿਆਨੀ ਰਣਜੀਤ ਸਿੰਘ ਦੇ ਕਿਸੇ ਔਰਤ ਨਾਲ ਸੰਬੰਧ ਸਨ ਅਤੇ ਫਿਰ ਉਹਨੂੰ ਹਮਲ ਹੋ ਗਿਆ ਅਤੇ ਫਿਰ ਉਹਦਾ ਅਬਰਸ਼ਨ ਹੋਇਆ। ਉਹ ਫਿਰ ਅੱਧਾ ਲਟਕਦਾ ਸੀ ਅਤੇ ਉਹ ਮੇਰੇ ਕੋਲ ਲੈ ਕੇ ਆਇਆ ਵੀ ਇਹਦਾ ਕਰ ਦਿਓ ਜੀ, ਮੇਰੇ ਪੈਰੀਂ ਪਿਆ। ਪਹਿਲਾਂ ਮੈਂ ਇੱਕ ਬੇਨਤੀ ਕਰਦਾ ਭਾਈ ਸੁਖਜਿੰਦਰ ਸਿੰਘ ਜੀ, ਬਈ ਜੇ ਅੱਧਾ ਜਿੱਥੇ ਕਰਾਇਆ ਸੀ ਉੱਥੇ ਪੂਰਾ ਨਹੀਂ ਸੀ ਹੋ ਸਕਦਾ? ਫਿਰ ਇਹਦੇ ਕੋਲ ਕਹਿੰਦਾ ਜੀ ਬਲੀਡਿੰਗ ਹੋ ਰਹੀ ਸੀ, ਉਹ ਮਰਦੀ ਜਾ ਰਹੀ ਸੀ, ਫਿਰ ਉਹਨੂੰ ਲੈ ਕੇ ਆਇਆ, ਫਿਰ ਮੈਂ ਅਬਰਸ਼ਨ ਕੀਤਾ। ਪਹਿਲੀ ਗੱਲ ਤਾਂ ਤੂੰ ਅਬਰਸ਼ਨ ਕਰ ਹੀ ਨਹੀਂ ਸਕਦਾ, ਤੂੰ ਤਾਂ ਇੱਕ ਪੈਰ ਦਾ ਕੰਡਾ ਕੱਢਣ ਦੀ ਯੋਗਤਾ ਤੇਰੇ 'ਚ ਨਹੀਂ ਹੈ ਅਤੇ ਤੂੰ ਅਬਰਸ਼ਨ ਵਰਗੇ ਕੇਸ ਲੈ ਰਿਹਾ। ਅਤੇ ਤੂੰ ਗੈਰ ਕਾਨੂੰਨੀ ਕੰਮ ਕੀਤਾ ਕਿਉਂ? ਤੂੰ ਕਿਉਂ ਨਹੀਂ ਪੁਲਿਸ ਨੂੰ ਕਾਲ ਕੀਤਾ? ਤੂੰ ਕਿਉਂ ਨਹੀਂ ਗਿਆਨੀ ਰਣਜੀਤ ਸਿੰਘ 'ਤੇ ਮੁਕੱਦਮਾ ਕੀਤਾ ਵੀ ਮੇਰੇ ਕੋਲ ਅਬਰਸ਼ਨ ਕਰਾ ਰਿਹਾ ਜੀ? ਫਿਰ ਜਿਸ ਤੋਂ ਕਹਿੰਦਾ ਅੱਧਾ ਲੁਧਿਆਣੇ ਕਰਵਾ ਕੇ ਲਿਆਇਆ, ਉਹ ਡਾਕਟਰ ਦਾ ਨਾਮ ਦੱਸੇ, ਉਹ ਹਸਪਤਾਲ ਦਾ ਨਾਮ ਦੱਸੇ। ਫਿਰ ਜਿਹਦੇ ਨਾਲ 4 ਸਾਲ ਦੇ ਭਾਈ ਸੁਖਵਿੰਦਰ ਸਿੰਘ ਜੀ ਸੰਬੰਧ ਹੁੰਦੇ ਨੇ, ਉਹਨੂੰ ਬੰਦਾ ਫੋਨ ਵੀ ਕਰਦਾ, ਉਹਨੂੰ ਬੰਦਾ ਮਿਲਦਾ ਗਿਲਦਾ ਵੀ ਹੈ। ਸਾਡੀ ਕੋਈ ਫੋਟੋ, ਸਾਡੀ ਕੋਈ ਵੀਡੀਓ ਜਾਂ ਕੋਈ ਮਿਲਣਾ ਗਿਲਣਾ। ਫਿਰ ਅੱਜ ਉਹ ਪੁਰਾਣਾ ਕਬੂਤਰਾਂ ਨੂੰ ਚਿੱਠੀਆਂ ਦੇਣ ਵਾਲਾ ਜ਼ਮਾਨਾ ਤਾਂ ਹੈ ਨਹੀਂ। ਅੱਜ ਤਾਂ ਤੁਸੀਂ 5 ਬੰਦੇ ਬੈਠੇ ਹੋ ਅਤੇ 5 ਦੀ ਫੋਨ ਲੋਕੇਸ਼ਨ ਨਾਲ ਹੈ। ਜਿਹਦਾ ਨਾਮ ਲੈਂਦਾ ਉਹਦਾ ਜਨਤਕ ਨੰਬਰ ਕਿਉਂ ਨਹੀਂ ਕਰਦਾ? ਦਿਖਾਵੇ ਸਾਨੂੰ ਖੁਸ਼ੀ ਹੋਵੇਗੀ, ਅਸੀਂ ਸਜ਼ਾ ਲਵਾਂਗੇ, ਅਸੀਂ ਆਪਣੇ ਆਪ ਗਲ 'ਚ ਰੱਸਾ ਪਾ ਲਵਾਂਗੇ। ਜੇ ਇਹੋ ਜਿਹੀ ਗੱਲ ਇਹ ਨੀਚ ਬੰਦਾ ਸਾਬਤ ਕਰ ਦੇਵੇ ਤਾਂ ਅਸੀਂ ਉਸ ਗੱਲ ਨੂੰ ਮੰਨਣ ਨੂੰ ਤਿਆਰ ਹਾਂ। ਪਰ ਜਿਹੜਾ ਬੰਦਾ ਖੁਦ ਹੀ ਕ੍ਰਿਮਨਲ ਹੈ, ਆਹ ਕਰਤਾਰਪੁਰ ਥਾਣੇ ਵਿੱਚ ਇਹਦਾ ਆਹ ਫੋਟੋ ਲੱਗੀ ਹੋਈ ਹੈ ਉਹਦੇ ਕ੍ਰਿਮਨਲ ਬੋਰਡ 'ਤੇ, ਜਿਹਦੇ ਵਿੱਚ ਲਿਖਿਆ ਵੀ ਇਹ ਨਸ਼ਿਆਂ ਦੀਆਂ ਗੋਲੀਆਂ ਦਿੰਦਾ। ਆਹ ਸਾਰਾ ਪੜ੍ਹ ਲਓ। ਇਹਦੇ ਉੱਤੇ ਆਹ 40 ਤੋਂ ਵੱਧ FIR ਦਰਜ ਨੇ ਭਾਰਤ ਦੇ ਵੱਖ-ਵੱਖ ਥਾਣਿਆਂ ਵਿੱਚ, ਵੱਖ-ਵੱਖ ਜ਼ਿਲ੍ਹਿਆਂ ਵਿੱਚ। ਇਹਦੇ ਆਹ 40 ਤੋਂ ਵੱਧ ਜਿਨ੍ਹਾਂ ਦਾ ਰਿਕਾਰਡ ਸਾਨੂੰ ਮਿਲ ਸਕਿਆ। ਅਸੀਂ ਹੋਰ ਵੀ ਲੱਭ ਰਹੇ ਹਾਂ, ਮਿਲ ਜਾਏਗਾ। ਔਰ ਇਹ ਬੰਦਾ ਖੁਦ ਐਡਾ ਕ੍ਰਿਮਨਲ ਹੈ, ਗੰਦੀ ਨਾਲੀ ਦਾ ਕੀੜਾ ਹੈਗਾ। ਔਰ ਇਹ ਸਾਨੂੰ ਕਹਿ ਰਿਹਾ ਇਹਦਾ ਦਾ ਖਾਨਦਾਨੀ ਕੰਮ ਹੈ। ਇਹਦਾ ਪਿਓ ਮੱਘਰ ਸਿੰਘ ਸਮਰਾ, ਇਹਦਾ ਪਿਓ ਹੈ, ਜਿਹਦੀ ਔਲਾਦ ਹੈ। ਉਹਨੂੰ ਪੁੱਛੋ, ਉਹਦੇ ਉੱਤੇ FIR ਨੰਬਰ 25 ਸਨ 2009 ਥਾਣਾ ਕਰਤਾਰਪੁਰ ਦਰਜ ਹੈ। ਉਹ ਇਮੋਰਲ ਟ੍ਰੈਫਿਕ ਐਕਟ ਦੇ ਵਿੱਚ ਅੰਦਰ ਰਿਹਾ ਬੜਾ ਚਿਰ। ਪੁੱਛੋ ਰਿਹਾ ਕਿ ਨਹੀਂ ਰਿਹਾ? ਇਮੋਰਲ ਟ੍ਰੈਫਿਕ ਐਕਟ ਦਾ ਵਿਆਖਿਆ ਕਰਦਿਆਂ ਲੋਕਾਂ ਨੂੰ, ਸੰਗਤਾਂ ਨੂੰ ਪਤਾ ਨਹੀਂ, ਮੈਂ ਸ਼ਰਮ ਮਹਿਸੂਸ ਕਰਦਾ। ਗੰਦੀਆਂ ਜਨਾਨੀਆਂ ਸਪਲਾਈ ਕਰਨ ਦਾ ਇਹਦਾ ਪਿਓ ਦਾ ਕੰਮ ਸੀ। ਮੇਰਾ ਦੱਸ ਦੇਵੇ ਕਿ ਫਲਾਣੇ ਥਾਂ ਹੋਇਆ, ਗਲਤ ਹੋਇਆ। ਅੱਜ ਤੁਸੀਂ ਇੰਨੇ ਵੱਡੇ ਇਲਜ਼ਾਮ ਲਾ ਰਹੇ, ਤੁਸੀਂ ਉਹਨਾਂ ਨੂੰ ਅਨੰਦ ਸੇਵਕ ਦੀ ਇੱਕ ਲੈਟਰ ਵੀ ਜਾਰੀ ਕੀਤਾ, ਅਵਾਰਡ ਕਹਿ ਸਕਦੇ ਮੈਂ ਉਹਨਾਂ ਨੂੰ, ਜਿਸ ਇੱਕ ਧਰਮ ਦੇ ਵਿੱਚ ਇਤਨੀ ਗੱਲ ਕਰੀ। ਤਖਤ ਪਟਨਾ ਸਾਹਿਬ ਦਾ ਇੱਕ ਨਿਯਮ ਹੈਗਾ ਜਿਹਦੇ ਵਿੱਚ 150 ਰੁਪਏ ਦਾ ਅਗਰ ਕੋਈ ਸੇਵਾ ਦਾ ਉਹਦੇ ਵਿੱਚ ਸਹਿਯੋਗ ਦਿੰਦਾ ਤਾਂ ਉਹਨੂੰ ਬਾਕਾਇਦਾ ਸਿਰੋਪਾਓ ਦਿੱਤਾ ਜਾਂਦਾ। ਇਹ ਬੰਦਾ ਕਹਿ ਰਿਹਾ ਵੀ ਮੈਂ ਤਾਂ ਜੀ ਕਰੋੜਾਂ ਦਾ ਸੋਨਾ ਦੇ ਰਿਹਾ, ਕਰੋੜਾਂ ਰੁਪਇਆਂ ਦੇ ਚੈੱਕ ਦੇ ਰਿਹਾ ਅਤੇ ਇਹਦਾ ਸਨਮਾਨ ਕੀਤਾ, ਅਸੀਂ ਅਪਮਾਨ ਤਾਂ ਨਹੀਂ ਕੀਤਾ। ਉਸ ਵੇਲੇ ਤੱਕ ਤਾਂ ਸਾਨੂੰ ਪਤਾ ਵੀ ਨਹੀਂ ਸੀ ਵੀ ਇਹ ਚੋਰ ਹੈ, ਇਹ ਡਾਕੂ ਹੈ, ਇਹ ਲੋਕਾਂ ਦੇ ਗਲਤ ਆਪਰੇਸ਼ਨ ਕਰਦਾ, ਇਹ ਨਸ਼ੇ ਦਿੰਦਾ ਹੈ। ਸਾਨੂੰ ਤਾਂ ਨਹੀਂ ਪਤਾ ਸੀ। ਅਸੀਂ ਤਾਂ ਇੱਕ ਗੁਰੂ ਦਾ ਰੂਪ ਸਮਝ ਕੇ ਵੀ ਜਿਹੜਾ ਗੁਰਦੁਆਰੇ ਆਇਆ, ਗੁਰੂ ਦੀ ਸੰਗਤ ਹੈ, ਉਹਦਾ ਮਾਣ ਸਨਮਾਨ ਹੈ, ਅਸੀਂ ਇਹਦਾ ਸਨਮਾਨ ਕੀਤਾ। ਅਤੇ ਸਨਮਾਨ ਕਰਨ ਵਾਲਾ ਭਾਈ ਸੁਖਵਿੰਦਰ ਸਿੰਘ ਜੀ ਦੋਸ਼ੀ ਨਹੀਂ ਹੁੰਦਾ, ਨਕਲੀ ਸਮਾਨ ਦੇਣ ਵਾਲਾ ਦੋਸ਼ੀ ਹੁੰਦਾ। ਸਮਾਨ ਦੀ ਤੁਸੀਂ ਉਦੋਂ ਕੋਈ ਚੈਕਿੰਗ ਨਹੀਂ ਕਰਵਾਈ ਸੀ ਜਿਸ ਸਮਾਨ ਦੇ ਬਾਰੇ ਇਹ ਸਾਰੀ ਗੱਲਬਾਤ ਹੋਈ? ਚੈਕਿੰਗ ਬੰਦਾ ਕੀ ਕਰਾਵੇ? ਤੁਹਾਡਾ ਸਾਨੂੰ ਸੰਪਰਕ ਬਣਿਆ ਅਤੇ ਅਸੀਂ ਤੁਹਾਡੀ ਚੈਕਿੰਗ ਕਰਾਉਣ ਥੋੜ੍ਹੀ ਗਏ ਹਾਂ ਵੀ ਤੁਹਾਡਾ ਪਿਛਲਾ ਬੈਕਗਰਾਊਂਡ ਕੀ ਹੈ ਅਤੇ ਕੀ ਨਹੀਂ। ਗੁਰਦੁਆਰਾ ਸਾਹਿਬ ਤਾਂ ਕੋਈ ਆਇਆ, ਗੁਰੂ ਦਾ ਰੂਪ ਹੈ, ਗੁਰੂ ਰੂਪ ਸਾਧ ਸੰਗਤ ਅਸੀਂ ਕਹਿੰਦੇ ਹਾਂ। ਅਤੇ ਅਸੀਂ ਪਹਿਲਾਂ ਅਗਲੇ ਨੂੰ ਪੁੱਛੀਏ ਵੀ ਜੇ ਤੂੰ 100 ਰੁਪਇਆ ਗੋਲਕ 'ਚ ਪਾ ਰਿਹਾ ਤਾਂ ਪਹਿਲਾਂ ਚੈੱਕ ਕਰਾ ਬਈ ਨਕਲੀ ਹੈ ਕਿ ਅਸਲੀ ਹੈ। ਇਹ ਤਾਂ ਬਾਅਦ 'ਚ ਪਤਾ ਲੱਗਦਾ ਨਾ। ਤੁਹਾਡੇ ਘਰ ਕੋਈ ਮਹਿਮਾਨ ਆਇਆ, ਕੋਈ ਬਜ਼ੁਰਗ ਆਇਆ, ਕੋਈ ਸੱਜਣ ਆਇਆ ਅਤੇ ਤੁਹਾਨੂੰ ਬਾਅਦ 'ਚ ਪਤਾ ਲੱਗੇਗਾ, ਪਹਿਲੇ ਪਤਾ ਲੱਗ ਜਾਏਗਾ। ਮੈਂ ਕੋਈ ਅੰਤਰਯਾਮੀ ਤਾਂ ਹਾਂ ਨਹੀਂ ਵੀ ਮੈਨੂੰ ਬੜਾ ਪਤਾ ਸੀ ਵੀ ਇਹ ਤਾਂ ਗਲਤ ਬੰਦਾ ਹੈ, ਕਰਪਟ ਬੰਦਾ ਹੈ, ਕ੍ਰਿਮਨਲ ਬੰਦਾ, ਮੈਨੂੰ ਕੀ ਪਤਾ। ਇਸ ਲਈ ਅਸੀਂ ਤਾਂ ਜਿਵੇਂ ਜਿਵੇਂ ਇਹਨੇ ਕਿਹਾ, ਇਹਨਾਂ ਇੱਕ ਪਹਿਲਾਂ ਹੀ
ਰਹਿਰਾਜ ਸਾਹਿਬ ਜਾਣ ਤੋਂ ਪਹਿਲਾਂ ਇੱਕ ਪਰਚਾ ਸਾਡੀ ਜੇਬ 'ਚ ਪਾ ਦਿੱਤਾ ਵੀ ਉੱਥੇ ਜਾ ਕੇ ਆਹ ਚੀਜ਼ਾਂ ਬੋਲ ਦਿਓ। ਉਹ ਸਾਡੀ ਰੂਟੀਨ ਹੈ। ਸਾਨੂੰ ਕਥਾ ਕਰਦੇ ਹਾਂ, ਕਈ ਵਾਰੀ ਤਖਤ ਸਾਹਿਬ ਤੋਂ ਕੋਈ ਪਰਚਾ ਆ ਜਾਂਦਾ ਹੈ, ਕੋਈ ਪ੍ਰੋਗਰਾਮ ਹੈ, ਕੁਛ ਐਸੀ, ਉਹਨੂੰ ਰੋਜ਼ਾਨਾ ਹੀ ਅਨਾਊਂਸ ਕੁਝ ਨਾ ਕੁਝ ਕਰਦੇ ਹੁੰਦੇ ਆ। 2-4 ਜਦ ਵੀ ਆਵੇ ਤੇ ਅਸੀਂ ਉਹ ਚੀਜ਼ਾਂ ਦਾ ਅਨਾਊਂਸ ਕੀਤਾ। ਉਹ ਸੇਮ ਚੀਜ਼ਾਂ ਦਾ ਅਨਾਊਂਸ ਤਖਤ ਸਾਹਿਬ ਦੇ ਸਤਿਕਾਰਯੋਗ ਚੰਗੀ ਨਿਤਨੇਮੀ ਸ਼ਖਸੀਅਤ ਨੇ ਸਰਦਾਰ ਇੰਦਰਜੀਤ ਸਿੰਘ ਜੀ, ਜਨਰਲ ਸਕੱਤਰ, ਉਹਨਾਂ ਨੇ ਵੀ ਅਨਾਊਂਸ ਕੀਤਾ ਬਈ ਇਹਨਾਂ ਨੇ ਆਹ ਚੀਜ਼ਾਂ ਲਿਆਂਦੀਆਂ ਨੇ। ਬੜੇ ਜਥੇਬੰਦੀਆਂ ਦੇ ਨਾਮ ਇਹਨਾਂ ਲਿਖ ਕੇ ਦਿੱਤੇ, ਅਸੀਂ ਉਹ ਬੋਲੇ ਨੇ, ਉਹ ਸਨਮਾਨ ਦਿੱਤਾ ਇਹਨਾਂ ਨੂੰ। ਇਹ ਦੇਖਦੇ ਹਾਂ ਵੀ ਅਸੀਂ ਕੋਈ ਸੁਨਿਆਰ ਤਾਂ ਹੈ ਨਹੀਂ ਵੀ ਅਸੀਂ ਕੋਈ ਸੁਨਿਆਰੇ ਦਾ ਕੰਮ ਕਰਦੇ ਹਾਂ ਵੀ ਸਾਨੂੰ ਪਤਾ ਲੱਗ ਜਾਏ ਵੀ ਇਹ ਤਾਂ ਸੋਨਾ ਅਸਲੀ ਹੈ ਕਿ ਨਕਲੀ ਹੈ। ਫਿਰ ਜਦ ਇੱਥੇ 25 ਜੁਲਾਈ ਲਿਖਿਆ ਹੋਇਆ ਕਿ 18 ਜੁਲਾਈ ਆ, ਮੈਂ ਤੁਹਾਨੂੰ ਫੋਟੋ ਦਿਖਾਈ ਹੈ ਹੁਣੇ ਹੀ ਅਖਬਾਰ ਦੀ, ਜਿਹਦੇ 'ਚ ਲਿਖਿਆ ਹੋਇਆ 26 ਜੁਲਾਈ, ਜਿਹਦੇ ਵਿੱਚ ਇਹਨਾਂ ਨੇ ਜੋ ਸਮਾਨ ਦਿੱਤਾ ਸੀ ਉਹ ਕਮੇਟੀ ਨੇ ਜਾਂਚ ਕਰਾਈ। ਉਹਦੇ ਵਿੱਚ ਉਹ ਸਮਾਨ ਨਕਲੀ ਪਾਇਆ ਗਿਆ ਜਾਂ ਜੋ ਇਹਨਾਂ ਕਿਹਾ ਸੀ ਉਹ ਹੈ ਨਹੀਂ। ਉਸ ਦਿਨ ਤੋਂ ਜਦੋਂ ਤੋਂ ਇਹ ਸਮਾਨ ਨਕਲੀ ਹੋਣ ਦੀ ਪੁਸ਼ਟੀ ਹੋ ਗਈ, ਇਹਨਾਂ ਨੂੰ ਕੋਈ ਰਸੀਦ ਤਾਂ ਨਹੀਂ ਦਿੱਤੀ ਗਈ ਕਿ ਭਾਈ ਆ ਤੁਸੀਂ ਇੰਨਾ ਸੋਨਾ ਦਿੱਤਾ ਅਤੇ ਇਹਦੀ ਰਸੀਦ ਲੈ ਲਓ, ਜਦ ਕਿ ਉੱਥੇ 1 ਗ੍ਰਾਮ ਵੀ ਅਗਰ ਸੋਨਾ ਆਵੇ ਉਹਦੀ ਰਸੀਦ ਕੱਟੀ ਜਾਂਦੀ। ਇਹਦੀ ਕਿਉਂ ਨਹੀਂ ਦਿੱਤੀ ਗਈ? ਜਦ ਚੈੱਕ ਹੁੰਦਾ ਤਾਂ ਹੀ ਰਸੀਦ ਮਿਲਣੀ ਸੀ। 5 ਅਗਸਤ 2022 ਨੂੰ ਪਟਨਾ ਸਾਹਿਬ ਦੇ ਬੋਰਡ ਦੀ ਵੱਡੀ ਮੀਟਿੰਗ ਸੀ, ਇਹ ਸਾਰੇ ਮੈਂਬਰ ਆਉਣੇ ਸੀ ਕਿਉਂਕਿ ਮੈਂਬਰ ਸਾਹਿਬਾਨ ਦੂਰ ਰਹਿੰਦੇ, ਕੋਈ ਕਲਕੱਤੇ ਰਹਿੰਦਾ ਹੈ, ਕੋਈ ਟਾਟਾ ਨਗਰ ਰਹਿੰਦਾ ਹੈ, ਕੋਈ ਦਿੱਲੀ ਰਹਿੰਦਾ ਹੈ, ਕੋਈ ਅੰਮ੍ਰਿਤਸਰ ਰਹਿੰਦਾ ਹੈ, ਵੱਖ-ਵੱਖ ਸ਼ਹਿਰਾਂ ਤੋਂ ਆਉਣ ਕਰਕੇ ਉਹਨਾਂ ਦੇ, ਕਿਉਂਕਿ ਇਹ ਛੋਟਾ ਅਮਾਊਂਟ ਨਹੀਂ ਸੀ ਜੋ ਇਹ ਦੱਸਿਆ ਇਹਨਾਂ ਨੇ, ਉਹ ਤਾਂ ਬਾਅਦ 'ਚ ਪਤਾ ਲੱਗਾ ਨਕਲੀ ਹੈ, ਅਸੀਂ ਤਾਂ ਅਸਲੀ ਸਮਝਦੇ ਰਹੇ। ਫਿਰ ਉਹ ਬੋਰਡ ਦੀ ਮੀਟਿੰਗ ਤੋਂ ਪਹਿਲਾਂ, ਤਾਂ ਕਿ ਵੱਡਾ ਅਮਾਊਂਟ ਹੈ, ਕਰੋੜਾਂ ਦਾ ਹਿਊਜ਼ ਗੋਲਡ ਦੱਸਦੇ ਨੇ, ਕਿਤੇ 5 ਕਿਲੋ ਦੱਸ ਰਹੇ ਨੇ, ਕਿਤੇ ਕੁਝ ਦੱਸ ਰਹੇ ਨੇ ਵੀ ਸੋਨਾ ਹੈ। ਇਹ ਐਡਾ ਫਰੋਡ ਆਦਮੀ ਹੈ, ਸੋਨੇ ਦੀ ਗੱਲ ਕਿਲੋਆਂ 'ਚ ਕਰਦਾ ਹੈ ਅਤੇ ਰੁਪਈਆਂ ਦੀ ਗੱਲ ਕਰੋੜਾਂ 'ਚ ਕਰਦਾ। ਹੁਣ ਵੀ ਕਹਿੰਦਾ 200 ਕਰੋੜ ਦਾ ਮੈਂ ਸਕੂਲ ਬਣਾ ਰਿਹਾ। ਪਹਿਲੇ ਮੈਂ ਤੁਹਾਡੇ ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦਾ ਵੀ ਇਹਦੀ ਜਾਂਚ ਤਾਂ ਕਰਵਾਓ। ਜਿਹੜਾ ਇਹਨੇ 70 ਲੱਖ ਰੁਪਏ ਦਾ ਸਾਡੇ 'ਤੇ ਇਲਜ਼ਾਮ ਲਾ ਦਿੱਤਾ ਵੀ 70 ਲੱਖ ਮੈਂ ਕੈਸ਼ ਦਿੱਤਾ, ਤੂੰ ਕੈਸ਼ ਲਿਆਂਦਾ ਕਿੱਥੋਂ? ਪਹਿਲੇ ਤਾਂ ਇਹ ਦੱਸ ਦੇਵੇ ਕਿ ਮੈਂ ਇੱਥੋਂ ਕੈਸ਼ ਲਿਆਂਦਾ ਸੀ। ਫਿਰ ਜਿਹੜਾ 70 ਲੱਖ ਬੰਦਾ ਰੁਪਇਆ ਲਏਗਾ ਉਹ ਬਿਨਾਂ ਗਿਣਿਆ ਨਹੀਂ ਲੈ ਲਏਗਾ। ਕੋਈ ਸਾਨੂੰ 500 ਰੁਪਇਆ 1000 ਰੁਪਇਆ ਕਿਸੇ ਕੋਲ ਲੈਣਾ ਹੋਵੇ, 100 ਦੇ ਨੋਟ ਬੰਦਾ 4 ਵਾਰੀ ਗਿਣਦਾ ਵੀ ਗਲਤ ਨਾ ਹੋਵੇ, ਰੋਂਗ ਨਾ ਹੋਵੇ, ਰੋਂਗ ਇਨਫੋਰਮੇਸ਼ਨ ਨਾ ਹੋਵੇ। ਭਰਨਾ ਕਿੱਥੋਂ ਹੈ? ਇਸ ਲਈ ਸਾਨੂੰ ਗਿਣਦਿਆਂ ਦੇ ਦਿਖਾ ਦੇਵੇ ਵੀ ਆ ਇਹਦੇ ਕੋਲ ਤਾਂ ਵਧੀਆ ਕੈਮਰੇ ਲੱਗੇ ਹੋਏ ਨੇ ਇਹਦੇ ਘਰ ਵਿੱਚ। ਜਿਹੜਾ ਇਹਦਾ ਬੁੱਚੜਖਾਨਾ ਹੈ ਉਹ ਦਫ਼ਤਰ, ਹਸਪਤਾਲ ਥੋੜ੍ਹੀ ਹੈ। ਜਿਸ ਡਾਕਟਰ ਕੋਲ ਡਿਗਰੀ ਨਹੀਂ ਹੈ ਉਹ ਆਪਰੇਸ਼ਨ ਕਰਦਾ ਅਤੇ ਉਹ ਬੁੱਚੜਖਾਨਾ ਹੈ। ਅਸੀਂ ਤੁਹਾਨੂੰ ਇਹਦੀ ਆਪਰੇਸ਼ਨ ਕਰਦਿਆਂ ਦੀ ਵੀਡੀਓ ਦਿੰਦੇ ਹਾਂ, ਦੇਖੋ ਇਹਦੀ ਡਿਗਰੀ ਦੀ ਜਾਂਚ ਕਿਉਂ ਨਹੀਂ ਕਰਾਉਂਦੇ? ਪਹਿਲਾਂ ਤੁਸੀਂ ਵੀ ਉਸ ਹਸਪੀਟਲ ਤੋਂ ਕਹਿੰਦੇ ਲੰਘਦੇ ਵੜਦੇ ਆਉਂਦੇ ਜਾਂਦੇ ਸੀ, ਉਹਨਾਂ ਦੇ ਇਲਜ਼ਾਮ ਨੇ, ਕਹਿੰਦੇ ਲੰਘਦੇ ਵੜਦੇ ਜਥੇਦਾਰ ਸਾਹਿਬ ਇੱਥੋਂ ਲੰਘਦੇ ਵੜਦੇ ਆਉਂਦੇ ਸੀਗੇ ਕਿਉਂਕਿ 1.5 ਲੱਖ ਰੁਪਈਆ ਲੈ ਕੇ ਜਾਂਦੇ ਸੀ ਮੇਰੇ ਤੋਂ। ਇਹਨੇ ਦਰਖਤ ਨੂੰ ਲਾਇਆ, 1.5 ਲੱਖ ਰੁਪਏ ਦੇ ਘਰ ਦਰਖਤ ਲੱਗੇ ਨੇ। 4 ਵਾਰੀ ਅਸੀਂ ਇਹਦੇ ਘਰ ਗਏ ਹਾਂ, ਉਹ ਵੀ ਇਹਨੇ ਸਾਨੂੰ ਬੁਲਾਇਆ। ਦਰਬਾਰ ਸਾਹਿਬ ਤੋਂ ਕਥਾ ਕਰਕੇ ਵਾਪਸ ਆ ਰਹੇ ਸੀ ਔਰ ਸਰਦਾਰ ਜਗਜੀਤ ਸਿੰਘ ਜੱਗੀ, ਉਹਨਾਂ ਕਿਹਾ ਵੀ ਤੁਸੀਂ ਡਾਕਟਰ ਸਾਹਿਬ ਬੁਲਾ ਰਹੇ ਨੇ ਅਤੇ ਤੁਸੀਂ ਉਹਨਾਂ ਦੇ ਘਰ ਜਾਣਾ। ਸਾਨੂੰ ਜਿਹੜਾ ਵੀ ਪ੍ਰੇਮ ਨਾਲ ਸਤਿਕਾਰ ਨਾਲ ਬੁਲਾਵੇ ਅਸੀਂ ਉਹਦੇ ਘਰ ਜਾਂਦੇ ਹਾਂ। ਉਹਦੇ ਵਿੱਚ ਕਿਹੜਾ ਅਸੀਂ ਪਾਪ ਕਰ ਲਿਆ? ਉਹ ਜਲ ਪਾਣੀ ਸਿਖਾਉਂਦਾ ਰਿਹਾ, ਕੋਈ ਮਾੜਾ ਮੋਟਾ ਇਹਨੇ ਮਾਣ ਸਨਮਾਨ ਵੀ ਕੀਤਾ, ਅਸੀਂ ਨਹੀਂ ਕਹਿੰਦੇ ਵੀ ਨਹੀਂ ਕੀਤਾ, ਉਹ ਵੀ ਕਰਦਾ ਰਿਹਾ। ਔਰ ਮਾੜੇ ਮੋਟੇ ਮਾਨ ਸਨਮਾਨ 'ਚ ਕਹਿੰਦੇ ਹੀਰਿਆਂ ਦੀਆਂ ਘੜੀਆਂ ਤੁਹਾਨੂੰ ਦਿੱਤੀਆਂ ਨੇ, ਇਹ ਵੀ ਇਲਜ਼ਾਮ ਨੇ। ਇੱਕ ਪਾਸੇ ਇਹ ਕਹਿੰਦਾ ਵੀ ਮੈਂ ਡਾਕਟਰ ਸਮਰਾ ਅਖੌਤੀ ਡਾਕਟਰ, ਬਈ ਜਿਹੜਾ ਇਹ ਮੇਰੇ ਕੋਲ ਲੜਕੀ ਦਾ ਆਪਰੇਸ਼ਨ ਕਰਾਉਣ, ਜਨਾਨੀ ਕਿ ਲੜਕੀ ਕਹਿੰਦਾ ਆਪਰੇਸ਼ਨ ਕਰਾਉਣ ਆਇਆ, ਉਹਦਾ ਅਬੋਰਸ਼ਨ ਕਰਾਇਆ। ਉਹ ਮੈਂ ਸਮਝਦਾ ਨੀਚ ਬੰਦਿਆ, ਜਿਸ ਬਾਰੇ ਇਹ ਜਾਣਦੇ ਹੋਈਏ ਕਿ ਇਹ ਬੰਦਾ ਕਰੈਕਟਰਲੈਸ ਹੈ। ਇਹਨੇ ਇਹੀ ਕਿਹਾ ਨਾ ਵੀ ਕਰੈਕਟਰਲੈਸ ਹੈ। ਮੈਂ ਭਾਈ ਸੁਖਵਿੰਦਰ ਤੁਹਾਡੇ ਸਵਾਲ ਕਰਦਾ, ਤੁਸੀਂ ਦੁਨੀਆ ਦੇ ਸਵਾਲ ਕਰਦੇ ਹੋ ਵੀ ਜਿਸ ਬੰਦੇ ਬਾਰੇ ਤੁਹਾਨੂੰ ਪਤਾ ਲੱਗ ਜਾਏ ਕਿ ਇਹ ਬੰਦਾ ਧੀਆਂ ਭੈਣਾਂ ਦੀ ਬੇਪਤੀ ਕਰਦਾ, ਇਹ ਨਜ਼ਰ ਭੈੜੀ ਹੈ, ਇਹ ਬੰਦਾ ਅਬੋਰਸ਼ਨ ਕਰਾਉਂਦਾ ਹੈ, ਤੁਸੀਂ ਉਹਨੂੰ ਆਪਣੇ ਘਰ ਵਾਲੋਗੇ? ਤੁਸੀਂ ਕਹੋਗੇ ਵੀ ਸਾਡੇ ਘਰ ਆਵੇ? ਜੇ ਮੈਂ ਇਹਨੂੰ ਪੁੱਛਦਾ ਵੀ ਜੇ ਤੈਨੂੰ ਇਹ ਪਤਾ ਲੱਗ ਗਿਆ ਸੀ ਤੇਰੇ ਘਰ ਆਪਰੇਸ਼ਨ ਹੋਇਆ, ਅਬੋਰਸ਼ਨ ਹੋਇਆ, ਅਤੇ ਤੂੰ ਫਿਰ ਕਿਹੜਾ ਰਿਸ਼ਤਾ ਮੇਰੇ ਨਾਲ ਕਰਨਾ ਸੀ? ਜਿਹੜਾ ਤੂੰ ਮੈਨੂੰ ਘੜੀਆਂ ਦਿੰਦਾ ਰਿਹਾ ਅਤੇ ਤੂੰ ਕਿਰਪਾਨਾਂ ਦਿੰਦਾ ਰਿਹਾ ਅਤੇ ਤੂੰ ਹੋਰ ਚੀਜ਼ਾਂ ਦਿੱਤੀਆਂ, ਉਹ ਕਾਹਦੇ ਲਈ ਦਿੱਤੀਆਂ ਸੀ? ਤੂੰ ਕਿਉਂ ਨਹੀਂ ਲੋਕਾਂ ਨੂੰ ਕਿਹਾ, ਰੌਲਾ ਕਿਉਂ ਨਹੀਂ ਪਾਇਆ ਕਿ ਜਥੇਦਾਰ ਤਾਂ ਅਬੋਰਸ਼ਨ ਕਰਾਉਂਦਾ ਹੈ, ਜਥੇਦਾਰ ਤਾਂ ਆਹ ਪਾਪ ਕਰਦਾ? ਕਿਉਂ ਨਹੀਂ ਤੂੰ ਲੋਕਾਂ ਨੂੰ ਦੱਸਿਆ? ਤੈਨੂੰ ਕੀ ਮਜਬੂਰੀ ਸੀ? ਫਿਰ ਇਹਨੇ ਇੱਕ, ਤੁਹਾਨੂੰ ਯਾਦ ਨਹੀਂ ਹੋਏਗਾ ਕਿ ਨਹੀਂ ਯਾਦ, ਇਹਨੇ ਕਿਹਾ ਜੀ 25 ਲੱਖ ਦੀ ਲੋਈ ਵੀ ਮੈਂ ਜਥੇਦਾਰ ਨੂੰ ਦਿੱਤੀ ਹੈ। ਮੈਂ ਕਹਿੰਦਾ ਬਈ ਤੁਸੀਂ ਪਤਾ ਕਰਾ ਲਓ
25 ਲੱਖ ਦੀ ਲੋਈ ਦਾ ਬਿੱਲ ਦਿਖਾ ਦੇਵੇ। ਜੇ ਬਿੱਲ ਨਹੀਂ ਇਹਦੇ ਕੋਲ ਹੈਗਾ, ਗਵਾਚ ਗਿਆ, ਕਈਆਂ ਨੇ ਕਿਹਾ ਵੀ ਮੇਰਾ ਬਿੱਲ ਤਾਂ ਗਵਾਚ ਗਿਆ। ਜੇ ਅਖੌਤੀ ਡਾਕਟਰ ਸਮਰਿਆ, ਜੇ ਤੇਰੇ ਕੋਲ ਬਿੱਲ ਗਵਾਚ ਗਿਆ, ਦੁਕਾਨ ਤਾਂ ਨਹੀਂ ਗਵਾਚ ਗਈ ਜਿੱਥੋਂ ਤੂੰ ਲਿਆ ਹੋਏਗਾ, ਸ਼ੋਰੂਮ ਤਾਂ ਨਹੀਂ ਗਵਾਚ ਗਿਆ ਜਿੱਥੋਂ ਤੂੰ ਲਿਆ ਹੋਵੇਗਾ। ਇਹ 25 ਲੱਖ ਦੀ ਲੋਈ ਕੋਈ ਮੂੰਗਫਲੀ ਦੀ ਰੇਹੜੀ 'ਤੇ ਨਹੀਂ ਮਿਲਦੀ ਵੀ ਉੱਥੇ ਬਿੱਲ ਨਹੀਂ ਹੈਗਾ ਜੀ, ਉੱਦਾਂ ਹੀ ਲੈ ਲਈ ਹੈ। ਇੰਨਾ ਵੱਡਾ ਹਿਊਜ ਅਮਾਊਂਟ ਹੈ, 25 ਲੱਖ 'ਤੇ GST ਕਿੰਨਾ ਲੱਗਦਾ ਉਹ ਦੱਸ ਦੇਵੇ। ਜੇ ਇੰਡੀਆ 'ਚੋਂ ਨਹੀਂ ਬਾਹਰੋਂ ਮੰਗਾਈ ਹੈ ਤਾਂ ਉਹਦਾ ਕਸਟਮ ਦਿੱਤਾ ਹੋਵੇਗਾ, ਉਹ ਦੱਸ ਦੇਵੇ। ਗੱਲ ਤਾਂ ਹੈ ਕੋਈ ਨਹੀਂ, ਕਿਸੇ ਸਾਜ਼ਿਸ਼ ਤਹਿਤ ਇਸ ਦੁਸ਼ਟ ਆਤਮਾ ਨੇ, ਇਸ ਕ੍ਰਿਮੀਨਲ ਬੰਦੇ ਨੇ ਇੱਕ ਕੌਮ ਦੀ ਪੱਗ ਨੂੰ ਹੱਥ ਪਾਇਆ। ਔਰ ਮੈਂ ਗੁਜ਼ਾਰਿਸ਼ ਕਰਦਾ, ਪਿੱਛੇ ਨਹੀਂ ਹਟਾਂਗਾ ਇੱਕ ਕਦਮ, ਲਿਆਵੇ ਸਬੂਤ। ਮਰਦ ਦਾ ਪੁੱਤਰ ਤਾਂ ਹੈ ਨਹੀਂ, ਇਹਦਾ ਪਿਓ ਤਾਂ ਜਨਾਨੀਆਂ ਸਪਲਾਈ ਕਰਦਾ ਰਿਹਾ। ਇਹ ਬੰਦਾ ਕ੍ਰਿਮੀਨਲ ਹੈਗਾ, ਖਾਨਦਾਨੀ ਕ੍ਰਿਮੀਨਲ ਹੈਗਾ। ਇਹ ਬੰਦਾ ਸਾਡੇ 'ਤੇ ਕੀ ਇਲਜ਼ਾਮ ਲਾ ਸਕਦਾ? ਇਹਨੇ ਇਲਜ਼ਾਮ ਲਾਏ ਨੇ, ਸਬੂਤ ਨਹੀਂ ਦਿੱਤੇ। ਅਸੀਂ ਸਬੂਤਾਂ ਨਾਲ ਗੱਲ ਕਰ ਰਹੇ ਹਾਂ। ਇਹ ਬੰਦਾ ਹੀ ਗਲਤ ਹੈਗਾ। ਔਰ ਜੇ ਤੇਰੇ ਕੋਲ ਸਬੂਤ ਹੈਗਾ 70 ਲੱਖ ਦੇਣ ਦਾ, ਲਿਆ, ਅਸੀਂ ਸਵਾਗਤ ਕਰਾਂਗੇ, ਮੈਂ ਜੇਲ੍ਹ ਪ੍ਰਵਾਨ ਕਰਾਂਗਾ। ਹਾਂਜੀ, ਲਿਆ ਕਦੇ ਡਾਕਟਰ ਤੋਂ ਪੈਸਾ ਲਿਆ? ਕਦੇ ਭੇਂਟ ਕੀਤਾ ਹੋਵੇ ਉਹਨਾਂ ਨੇ, ਕਦੇ ਮਾਨ ਸਨਮਾਨ ਕੀਤਾ ਹੋਵੇ? ਫਿਰ ਉਹੀ ਗੱਲ ਕਰ ਰਹੇ, ਜੇ ਕੀਤਾ ਹੋਵੇ ਸਾਨੂੰ ਮੰਨਣ 'ਚ ਕੀ ਇਤਰਾਜ਼ ਹੈ? ਅਸੀਂ ਕਿਉਂ ਕਹੀਏ ਵੀ ਨਹੀਂ ਦਿੱਤਾ ਜੀ? ਹਾਂ, ਇਹਨੇ ਕਦੀ ਕੋਈ 2100 ਕੋਈ 1100 ਲੰਘਦਿਆਂ ਆਉਂਦਿਆਂ ਜਾਂਦਿਆਂ ਸਾਨੂੰ ਦਿੱਤਾ, ਅਸੀਂ ਨਾ ਨਹੀਂ ਕਰਦੇ, ਉਹ ਵਾਪਸ ਲੈ ਲਏ। ਇੱਕ ਇਹਨੇ ਕਿਰਪਾਨ ਉੱਤੇ 5 ਪੈਰਾਂ ਦੇ ਨਾਲ ਸਾਨੂੰ ਦਿੱਤੀ, ਅਸੀਂ ਉੱਥੇ ਤਖਤ ਸਾਹਿਬ ਜਮ੍ਹਾਂ ਕਰਾ ਦਿੱਤੀ ਹੈ। ਇੱਕ ਘੜੀ ਇਹਨੇ ਦਿੱਤੀ ਹੈ, ਉਹ ਵੀ ਪਤਾ ਲੱਗਿਆ ਵੀ ਨਕਲੀ ਹੀਰੇ ਨੇ। ਇਹ ਕਹਿੰਦੇ 200 ਪਤਾ ਨਹੀਂ 92 ਹੀਰੇ ਲੱਗੇ ਨੇ। ਮੈਂ ਤਾਂ ਗਿਣਨੇ ਆਉਂਦੇ ਨਹੀਂ, ਉਹ ਕਿਣਕਣ ਕਣੀਆਂ ਜਿਹੀਆਂ ਨੇ। ਪਰ ਮੈਂ ਇੱਕ ਬੰਦੇ ਨੂੰ ਦਿਖਾਇਆ, ਉਹ ਕਹਿੰਦਾ ਹੀਰੇ ਨਹੀਂ ਹੈਗੇ, ਨਕਲੀ ਹੀਰੇ ਨੇ। ਜੇ ਉਹ ਅਸਲੀ ਨੇ ਕਿ ਨਕਲੀ ਨੇ, ਅਸੀਂ ਉਹ ਵੀ ਤਖਤ ਸਾਹਿਬ ਭੇਟਾ ਕਰ ਆਏ, ਅਸੀਂ ਨਹੀਂ ਲੈ ਕੇ ਆਏ, ਉੱਥੇ ਪਈ ਹੋਈ। ਅਤੇ ਜੇ ਤੇਰੇ ਕੋਲ ਬੰਦਾ ਐਡਾ ਕ੍ਰਿਮੀਨਲ ਤੂੰ ਕਹਿ ਰਿਹਾ ਹੈ, ਇਲਜ਼ਾਮ ਲਾ ਰਿਹਾ ਹੈ ਔਰ ਬੜਾ ਢੰਡੋਰਾ ਪਿੱਟ ਰਿਹਾ, ਤੇਰੀ ਆਦਤ ਹੈਗੀ ਹੈ। ਇਹ ਪਹਿਲਾਂ ਵੀ ਇੱਕ ਬਹੁਤ ਵੱਡੀ ਹਸਤੀ ਨੇ ਆਪਣਾ ਸੰਤ ਮਾਨ ਸਿੰਘ ਜੀ ਭੇਵਾ ਵਾਲੇ, ਉਹਨਾਂ 'ਤੇ ਵੀ ਇਹ ਲੜਕੀਆਂ ਦੇ ਇਲਜ਼ਾਮ ਲਾ ਚੁੱਕਿਆ, ਇਹ ਪੈਸਿਆਂ ਦੇ ਇਲਜ਼ਾਮ ਲਾ ਚੁੱਕਿਆ। ਜਦੋਂ ਇਹਦਾ ਆਪਣਾ ਪਾਪ ਕੋਈ ਜ਼ਾਹਰ ਹੋਣਾ ਹੁੰਦਾ, ਉਦੋਂ ਦੂਜੇ 'ਤੇ ਇਲਜ਼ਾਮ ਲਾਉਂਦਾ। ਪਹਿਲਾਂ ਇਹ ਸੇਮ ਇਲਜ਼ਾਮ ਡਾਕਟਰ ਆਪਣਾ ਗਿਆਨੀ ਗ੍ਰੰਥੀ ਬਲਦੇਵ ਸਿੰਘ 'ਤੇ ਲਾ ਰਿਹਾ, ਗੁਰਦਿਆਲ ਸਿੰਘ 'ਤੇ ਲਾ ਰਿਹਾ, ਸੁਖਦੇਵ ਸਿੰਘ 'ਤੇ ਲਾ ਰਿਹਾ। ਉਹਨਾਂ ਬਾਰੇ ਮੈਨੂੰ ਕਹਿ ਰਿਹਾ ਰਿਕਾਰਡਿੰਗ ਹੈ, ਐਵੇਂ ਨਹੀਂ ਮੈਂ ਬੋਲ ਰਿਹਾ। ਜੇ ਤੁਸੀਂ ਚਲਾ ਸਕਦੇ ਹੋ ਮੈਂ ਤੁਹਾਨੂੰ ਦੇ ਦੇਣਾ, ਜੇ ਤੁਹਾਡਾ ਇੰਨਾ ਟਾਈਮ ਹੋਵੇ ਵੀ ਤੁਸੀਂ ਚਲਾ ਸਕੋ। ਅਸੀਂ ਕਹਿੰਦੇ ਜੀ ਤੁਹਾਡੇ ਨਾਲ ਕੀ ਰੰਜਿਸ਼ ਸੀਗੀ? ਉਹ ਤਾਂ ਪਹਿਲਾਂ ਹਜ਼ੂਰ ਸਾਹਿਬ ਵੀ ਗਏ, ਉੱਥੇ ਵੀ ਵਸਤੂਆਂ ਸੋਨੇ ਦੀਆਂ ਹੀਰਿਆਂ ਦੀਆਂ ਚੜ੍ਹਾ ਕੇ ਆਏ ਨੇ। ਇੱਕ ਬੰਦਾ ਜਦੋਂ ਰੈਗੂਲਰ ਇੱਦਾਂ ਦੀ ਸੇਵਾ ਕਰ ਰਿਹਾ, ਇੱਕ ਤਾਂ ਉਹਨੂੰ ਨਕਲੀ ਚੜ੍ਹਾਉਣ ਦੀ ਕੀ ਲੋੜ ਪੈ ਗਈ? ਦੂਸਰਾ, ਤੁਹਾਡੇ 'ਤੇ ਕਿਉਂ ਟਾਰਗੇਟ, ਤੁਹਾਨੂੰ ਕਿਉਂ ਟਾਰਗੇਟ ਕੀਤਾ? ਪਹਿਲਾਂ ਇਹ ਦੱਸੋ ਵੀ ਵਰਿੰਦਰ ਸਿੰਘ ਧੀਮਾਨ ਵਾਲੇ ਦੀ ਕੀ ਰੰਜਿਸ਼ ਸੀ, ਜਿਹਦੀ ਇਹਨੇ 14 ਕਨਾਲਾਂ 19 ਮਰਲੇ 15 ਕਨਾਲਾਂ ਕਿ 14 ਕਨਾਲਾਂ 19 ਮਰਲੇ ਜ਼ਮੀਨ ਇਹਨੇ ਦੱਬ ਲਈ ਸੀ। ਇਹਨੇ ਝੂਠੀਆਂ ਰਜਿਸਟਰੀਆਂ ਕਰਵਾਈਆਂ ਸਨ, ਇਹਨੇ ਝੂਠੇ ਇਕਰਾਰਨਾਮੇ ਕਰਵਾਏ ਸਨ, ਉਹ ਜਾਲੀ ਪਾਏ ਗਏ। ਉਹ ਫਿਰ ਇਹਨੇ ਇਹਨੂੰ ਜ਼ਮੀਨ ਵੀ ਵਾਪਸ ਕਰਨੀ ਪਈ, ਇਹਨੂੰ ਸਜ਼ਾ ਵੀ ਹੋਈ। ਆਪਣੀ ਸੱਕੀ ਭੈਣ ਸੱਜਲ ਵੱਡੀ ਟਾਂਗਰਾ ਅੰਮ੍ਰਿਤਸਰ ਵਿੱਚ ਇਹਦੀ ਜ਼ਮੀਨ ਇਹਨੇ ਆਪਣੇ ਗਲਤ ਕਾਗਜ਼ਾਤ ਬਣਾ ਕੇ ਆਪਣੇ ਨਾਂ ਕਰਾ ਲਏ ਸੀ, ਵਾਪਸ ਕਰਨੀ ਪਈ। ਉਹਨਾਂ ਨਾਲ ਇਹਦੀ ਕੀ ਦੁਸ਼ਮਣੀ ਸੀ? ਉੱਥੇ ਤਾਂ ਚਲੋ ਜ਼ਮੀਨ ਦਾ ਮੰਨ ਲੈਂਦੇ ਹਾਂ ਤੁਹਾਡੀ ਗੱਲ ਵੀ, ਉੱਥੇ ਕਿਸੇ ਨਾਲ ਜ਼ਮੀਨ ਦਾ ਹੋ ਸਕਦਾ, ਜ਼ਮੀਨ ਦਾ ਲਾਲਚ ਹੋ ਸਕਦਾ। ਤੁਹਾਡੇ ਨਾਲ ਤਾਂ ਕਿਤੇ ਬੰਦਾ ਸਾਂਝਾ ਨਹੀਂ ਹੋਊਗਾ ਮੈਨੂੰ ਲੱਗਦਾ, ਜਿੱਥੇ ਇੱਕ ਇੱਦਾਂ ਦਾ। ਇਹੀ ਗੱਲ ਮੈਂ ਤੁਹਾਡੇ ਨਾਲ ਕਰਦਾ ਵੀ ਜਿਹੜਾ ਸਮਾਨ ਇਹਨੇ ਦਿੱਤਾ ਸੀ ਉੱਥੇ ਹਜ਼ੂਰ ਸਾਹਿਬ ਕਲਗੀ ਜਿਹੜੀ ਦਿੱਤੀ, ਪੁੱਛੋ ਇਹਨੂੰ ਨਕਲੀ ਨਿਕਲੀ ਹੈ ਕਿ ਨਹੀਂ ਨਿਕਲੀ? ਦੁਬਾਰੇ ਫਿਰ ਇਹਨੇ ਸੁਨਿਆਰੇ 'ਤੇ ਪਾ ਦਿੱਤਾ ਵੀ ਉਹਦਾ ਸੁਨਿਆਰਾ ਖਾ ਗਿਆ ਸੀ। ਸੁਨਿਆਰੇ ਕੋਲੋਂ ਕੋਈ 1 ਗ੍ਰਾਮ ਦਾ ਸੋਨਾ ਲੈਂਦਾ ਅਤੇ ਉਹਦਾ ਵੇਟ ਕਰਾਉਂਦਾ। ਉਹਨਾਂ ਕੋਲ ਕੰਡਾ ਹੁੰਦਾ ਜਿਹਦੇ 'ਤੇ ਉਹ ਵੇਟ ਹੋ ਜਾਂਦਾ। ਅਤੇ ਜਿਹੜਾ ਬੰਦਾ 2 ਕਿਲੋ ਦੀ ਕਲਗੀ ਲੈ ਰਿਹਾ ਬਿਨਾਂ ਵਜ਼ਨ ਤੋਂ ਲੈ ਲਏਗਾ, ਕਿੱਥੋਂ ਦਾ? ਇਹ ਇੰਨਾ ਸਿਆਣਾ ਆਪਣੇ ਆਪ ਨੂੰ ਕਹਿੰਦਾ ਹੈ, ਇਹ ਸਿਆਣਾ ਨਹੀਂ ਹੈ, ਠੱਗ ਹੈਗਾ। ਜੇ ਸੁਨਿਆਰੇ ਨੇ ਕੀਤਾ ਹੁੰਦਾ, ਸੁਨਿਆਰਾ ਲਿਆਵੇ ਦਿਖਾਵੇ। ਇਹਨੇ ਬਾਅਦ 'ਚ ਪੂਰੀ ਕਰਕੇ ਦਿੱਤੀ ਹੈ ਕਿ ਦਿੱਤੀ, ਇਹ ਉਹਨਾਂ ਨੂੰ ਪੁੱਛਿਆ ਜਾ ਸਕਦਾ ਹਜ਼ੂਰ ਸਾਹਿਬ ਵਾਲਿਆਂ ਨੂੰ। ਪਰ ਇਹ ਗੱਲ ਫੈਕਟ ਹੈ ਕਿ ਇਸ ਬੰਦੇ ਨੇ ਉੱਥੇ ਜਿਹੜੀ ਕਲਗੀ ਦਿੱਤੀ ਸੀ ਉਹ ਨਕਲੀ ਨਿਕਲੀ ਸੀ, ਉਹਦੇ ਸੋਨਾ ਘੱਟ ਨਿਕਲਿਆ ਸੀ। ਉਦੋਂ ਬਾਅਦ ਜਿਹੜਾ ਇਹਨੇ ਪਟਨਾ ਸਾਹਿਬ ਸਮਾਨ ਦਿੱਤਾ, ਉਹਦੀ ਜਾਂਚ ਪੜਤਾਲ ਹੋਈ, ਉਹ ਘੱਟ ਨਿਕਲਿਆ ਜਾਂ ਨਾਮ ਮਾਤਰ ਨਿਕਲਿਆ ਜਾਂ ਨਿਕਲਿਆ ਹੀ ਨਹੀਂ, ਫੇਕ ਨਿਕਲਿਆ। ਅਤੇ ਇਹਨੇ ਆਪਣਾ ਪਾਪ ਛੁਪਾਉਣ ਲਈ ਮੇਰੇ 'ਤੇ ਇਲਜ਼ਾਮ ਲਾਉਣੇ ਸ਼ੁਰੂ ਕਰਦੇ ਬਈ ਜਥੇਦਾਰ ਮੇਰੇ ਕੋਲ ਆਇਆ ਸੀ, ਮੈਂ 70 ਲੱਖ ਰੁਪਈਆ ਦਿੱਤਾ, ਮੈਂ 25 ਲੱਖ ਦੀ ਲੋਈ ਦਿੱਤੀ ਹੈ। ਫਿਰ ਇਹ ਕਹਿੰਦਾ ਜੀ ਇੱਕ ਰਜ਼ਾਈ ਸੋਨੇ ਦੀਆਂ ਤਾਰਾਂ ਵਾਲੀ ਪਟਨਾ ਸਾਹਿਬ ਭੇਟਾ ਕੀਤੀ, ਦਿਖਾਵੇ। ਉਹਦੇ 'ਚ ਤਾਰ ਕੀ, ਉਹਦੇ 'ਚ ਇੱਕ ਤਾਗਾ ਵੀ ਸੋਨੇ ਦਾ ਨਹੀਂ ਹੈਗਾ, ਇੱਕ ਆਮ ਰਜ਼ਾਈ ਹੈ ਜਿਹੜੀ ਉੱਥੇ ਇਹਨੇ ਦਿੱਤੀ ਹੈ। ਫਿਰ ਇਹ ਚੌਰ ਸਾਹਿਬ ਸੋਨੇ ਦਾ ਬਣਿਆ ਹੋਇਆ ਕਹਿੰਦਾ ਉੱਥੇ ਪਿਆ, ਉਹਦੇ ਵਿੱਚ ਕੱਖ ਸੋਨਾ ਨਿਕਲਿਆ ਨਹੀਂ।
ये पीड़ा का लैटरहेड मैं तुहानूं दिखाया सोने का बनया होया, कहंदा वो च सोने का नामो निशान नहीं। हाँ जिवें इहदियां डिग्रियां झूठियां, ਇਹਦੇ ਹੋਰ ਬਿਆਨ ਝੂਠੇ, ਇਹਦੀ ਹਜ਼ੂਰ ਸਾਹਿਬ ਵਾਲੀ ਕਲਗੀ ਝੂਠੀ, ਉਸ ਤਰ੍ਹਾਂ ਇਹਨਾਂ ਸਾਡੇ ਤੇ ਲਾਏ ਇਲਜ਼ਾਮ ਸਾਰੇ ਝੂਠੇ ਨੇ। ਪਰ ਇੱਕ ਜਥੇਦਾਰ ਦੇ ਵਾਸਤੇ ਬਹੁਤ ਵੱਡੀ ਪਦਵੀ ਹੈ। ਆਪਾਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉਸ ਪਾਵਨ ਪਵਿੱਤਰ ਸਥਾਨ ਦੇ ਉੱਤੇ ਅਰਦਾਸ ਕਰਦੇ ਹਾਂ ਅਤੇ ਉਹਦੇ ਵਿੱਚ ਬੋਲ ਰਹੇ ਹਾਂ। ਕਦੇ ਤੁਹਾਡੇ ਜ਼ਿਹਨ ਦੇ ਵਿੱਚ ਨਹੀਂ ਆਇਆ ਵੀ ਇਹ ਇਸ ਤਰੀਕੇ ਦਾ ਕੁਝ ਹੋ ਸਕਦਾ ਹੈ ਇੱਥੇ? ਕਦੇ ਨਹੀਂ ਆਇਆ ਵੀ ਇਹ ਤਾਂ ਕਰੋੜਾਂ ਰੁਪਇਆਂ ਦੀ ਇੱਕ ਭੇਟਾ ਕਹਿ ਲਈਏ, ਇੱਕ ਵਸਤੂ ਆ ਗੁਰੂ ਨੂੰ ਅਰਪਿਤ ਕਰ ਰਿਹਾ ਇੱਕ ਸਿੱਖ, ਭੇਂਟ ਕਰ ਰਿਹਾ। ਇਹਨਾਂ ਚੀਜ਼ਾਂ ਨੂੰ ਪਹਿਲਾਂ ਦੇਖਿਆ ਜਾਵੇ ਵੀ ਵਾਕਿਆ ਹੈ ਕਿ ਨਹੀਂ ਹੈ, ਕਿਉਂਕਿ ਅਰਦਾਸ ਤਾਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਹੋ ਰਹੀ ਸੀ, ਹੁਕਮਨਾਮਾ ਫਰਮਾਨ ਸੁਣਾਇਆ ਜਾ ਰਿਹਾ। ਗੱਲ ਇਹ ਹੈ ਅਰਦਾਸ ਕੋਈ ਨਹੀਂ ਕੀਤੀ, ਜਿਹੜਾ ਸਮਾਨ ਇਹਨਾਂ ਨੇ ਕਿਹਾ ਉਹਦਾ ਮਾਣ ਪੱਤਰ ਅਸੀਂ ਬੋਲ ਕੇ ਸੁਣਾਇਆ, ਹੋਰ ਕੋਈ ਅਰਦਾਸ ਨਹੀਂ ਕੀਤੀ। ਇਹਨਾਂ ਨੇ ਕਿਹਾ ਜੀ ਮੈਂ ਤਾਂ ਗੁਰੂ ਤੇਗ ਬਹਾਦਰ ਗੁਰੂ ਤੇਗ ਬਹਾਦਰ ਜੀ ਦੇ ਸਹੁਰਾ ਪਿੰਡ ਗੁਰੂ ਗੋਬਿੰਦ ਸਿੰਘ ਦੇ ਨਾਨਕੇ ਪਿੰਡ ਤੋਂ ਸਮਾਨ ਲੈ ਕੇ ਸਾਨੂੰ ਚੰਗਾ ਲੱਗਿਆ, ਇਮੋਸ਼ਨਲ ਵੀ ਅਸੀਂ ਮਹਾਰਾਜ ਦਾ ਸਤਿਕਾਰ ਗੁਰੂ ਸਾਹਿਬ ਦਾ ਕਰਦੇ ਹਾਂ, ਸਿੱਖਾਂ ਦਾ ਵੀ ਕਰਦੇ ਹਾਂ, ਪੰਜ ਪਿਆਰਿਆਂ ਦਾ ਵੀ ਕਰਦੇ ਹਾਂ, ਸਭ ਦਾ ਕਰਦੇ ਹਾਂ। ਸਾਨੂੰ ਬਹੁਤ ਮਨ ਪ੍ਰਸੰਨ ਹੋਇਆ, ਉਹਦੇ ਕਰਕੇ ਅਸੀਂ ਮਾਣ ਪੱਤਰ ਦਿੱਤਾ। ਜੇ ਮੈਂ ਫਿਰ ਉਹ ਗੱਲ ਦੁਹਰਾਉਣੀ ਚਾਹੁੰਦਾ ਕਿ ਅਰਦਾਸ ਕੋਈ ਨਹੀਂ ਹੋਈ, ਮਾਣ ਪੱਤਰ ਅਸੀਂ ਦਿੱਤਾ। ਅਤੇ ਮਾਣ ਦੇਣ ਵਾਲਾ ਕਦੀ ਵੀ ਗਲਤ ਨਹੀਂ ਹੁੰਦਾ, ਨਕਲੀ ਸਮਾਨ ਦੇਣ ਵਾਲਾ ਹੀ ਗਲਤ ਹੁੰਦਾ। ਹਾਂਜੀ। ਅੱਛਾ ਗੌਰ ਸਾਹਿਬ, ਇਲਜ਼ਾਮ ਹੋਰ ਵੀ ਬੜੇ ਲਾਏ, ਕਹਿੰਦੇ ਗੌਰ ਸਾਹਿਬ ਨੇ ਨਕਲੀ ਸਲਿੱਪਾਂ ਕੱਟ ਲੋਕਾਂ ਦੀਆਂ, ਲੋਕਾਂ ਨੇ ਤਾਂ ਸੇਵਾ 'ਚ ਦਿੱਤੇ ਪਰ ਕਹਿੰਦੇ ਇਹਨਾਂ ਨੇ ਨਕਲੀ ਸਲਿੱਪਾਂ ਦੇ ਦਿੱਤੀਆਂ ਜਿਨ੍ਹਾਂ ਦਾ ਕੋਈ ਲੇਖਾ ਜੋਖਾ ਹੀ ਨਹੀਂ, ਔਰ ਉਹ ਵੀ ਪੈਸੇ ਗੌਰ ਸਾਹਿਬ ਨੇ ਹੜੱਪ ਲਏ। ਇੱਕ ਵੀ ਨਕਲੀ ਸਲਿੱਪ ਲਿਆ ਦੇਣ ਦੁਨੀਆ 'ਚ ਕਿਤੋਂ ਲਿਆ ਦੇਣ ਜਿਸ 'ਤੇ ਮੇਰੇ ਸਾਈਨ ਹੋਏ ਨੇ, ਮੈਂ ਪੈਸੇ ਲਏ ਨੇ, ਮੈਂ ਜੋ ਸਜ਼ਾ ਚਾਹੋਗੇ ਲੈਣ ਨੂੰ ਤਿਆਰ ਹੋਵਾਂਗਾ। ਜੋ ਸਜ਼ਾ ਤੁਸੀਂ ਚਾਹੋ ਤੁਸੀਂ ਕਰ ਦੇਣਾ ਵੀ ਆਹ ਸਜ਼ਾ ਇਹਨੂੰ ਦੇਣੀ ਹੈ, ਮੈਂ ਉਹੀ ਮੰਨ ਲਵਾਂਗਾ। ਪਰ ਇੱਕ ਰਸੀਦ ਲਿਆ ਦੇਵੇ, ਇੱਕ ਸਲਿੱਪ ਲਿਆ ਦੇਵੇ ਜਾਂ ਸ਼ੋਅ ਕਰ ਦੇਵੇ ਤਾਂ ਦੱਸ ਦੇਵੇ, ਅਸੀਂ ਉਹਦਾ ਹਰ ਸਬੂਤ ਦੇਣ ਲਈ ਤਿਆਰ ਹਾਂ। ਅਸੀਂ ਗੱਲ ਸਬੂਤਾਂ ਨਾਲ ਕਰ ਰਹੇ ਹਾਂ, ਇਲਜ਼ਾਮਾਂ ਨਾਲ ਨਹੀਂ ਕਰ ਰਹੇ। ਇਹ ਝੂਠਾ ਬੰਦਾ ਹੈ, ਝੂਠਾ ਡਾਕਟਰ ਹੈ, ਇਹ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਦਾ ਹੈ। ਮੈਂ ਤਾਂ ਦੁਨੀਆ ਭਰ ਦੇ ਲੋਕਾਂ ਨੂੰ ਕਹਾਂਗਾ ਕਿ ਇਹਦੇ ਹਸਪਤਾਲ ਕੋਈ ਨਾ ਜਾਓ, ਇਹਦੇ ਕੋਲ ਕੋਈ ਡਿਗਰੀ ਨਹੀਂ ਹੈਗੀ। ਜੇ ਤੁਸੀਂ ਆਪਣਾ ਇਲਾਜ ਕਰਾਉਣਾ ਪ੍ਰੋਪਰ ਜਿੱਥੇ ਕੋਈ ਡਿਗਰੀ ਹੈ ਉੱਥੇ ਜਾਓ, ਇਲਾਜ ਕਰਾਉਣਾ ਚਾਹੀਦਾ। ਲੇਕਿਨ ਇਹੋ ਜਿਹੇ ਨਕਲੀ ਝੋਲਾ ਛਾਪ ਡਾਕਟਰਾਂ ਕੋਲ ਆਪਣੀ ਜ਼ਿੰਦਗੀ ਖਤਰੇ 'ਚ ਨਾ ਪਾਓ। ਇਸ ਲਈ ਮੈਂ ਫਿਰ ਤੁਹਾਨੂੰ ਚੈਲੰਜ ਕਰਦਾ, ਔਰ ਇਹਨੂੰ ਸਮਰੇ ਨੂੰ ਅਖੌਤੀ ਡਾਕਟਰ ਨੂੰ ਚੈਲੰਜ ਕਰਦਾ ਕਿ ਇਹ ਲਿਆਵੇ ਸਬੂਤ, ਦਿਖਾਵੇ ਬਈ ਕਿੱਥੇ ਜਿਹੜਾ ਹੈਗਾ ਉਹ ਨਕਲੀ ਸਲਿੱਪ ਦਿੱਤੀ ਹੈ, ਕਿਹਨੂੰ ਸਲਿੱਪ ਦਿੱਤੀ ਹੈ, ਉਹ ਬੰਦਾ ਲਿਆਵੇ, ਦਿਖਾਵੇ, ਗੱਲ ਕਰਾਵੇ ਸਾਹਮਣੇ, ਅਤੇ ਪਤਾ ਲੱਗ ਜਾਏਗਾ ਨਕਲੀ ਹੈ ਕਿ ਅਸਲੀ ਹੈ। ਲਿਆਵੇ ਤਾਂ ਸਹੀ, ਐਵੇਂ ਕਹੀ ਜਾਣਾ ਤਾਂ ਦੋਸ਼ ਤਾਂ ਲੋਕ ਰੱਬ 'ਤੇ ਲਾ ਦਿੰਦੇ ਨੇ। ਇਹਨੇ ਦਰਬਾਰ ਸਾਹਿਬ ਬਾਰੇ ਕਿਹਾ ਵੀ ਉੱਥੇ ਚੰਦੋਆ ਲਾਉਣ ਦਾ 50,000 ਰੁਪਇਆ ਹੈਡ ਗ੍ਰੰਥੀ ਲੈਂਦੇ ਨੇ, ਦਿਖਾਵੇ, ਦੱਸ ਦੇਵੇ ਕਿਹਦੇ ਕੋਲੋਂ ਉਹਨਾਂ 50,000 ਰੁਪਇਆ ਲਿਆ। ਇੱਕ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਦੀ ਪਦਵੀ ਬਾਬਾ ਬੁੱਢਾ ਸਾਹਿਬ ਦੀ ਪਦਵੀ ਹੈ, ਪੰਥ ਵਿੱਚ ਸਰਵਉੱਚ ਪਦਵੀ ਹੈ, ਸਾਰੇ ਜਥੇਦਾਰਾਂ ਤੋਂ ਉੱਚੀ ਪਦਵੀ ਹੈ। ਉਹਨਾਂ 'ਤੇ ਇਲਜ਼ਾਮ ਲਾ ਰਿਹਾ ਵੀ ਉੱਥੇ ਤਾਂ 50,000 ਰੁਪਇਆ ਚੰਦੋਆ ਲਾਉਣ ਦਾ ਦੱਸ ਦੇਵੇ, ਸਾਬਤ ਕਰ ਦੇਵੇ ਅਤੇ ਪਤਾ ਲੱਗ ਜਾਏ। ਤੁਹਾਡੇ 'ਚ ਇਲਜ਼ਾਮਾਂ ਦੀ ਮਨਸ਼ਾ ਕੀ ਲੱਗਦੀ ਹੈ ਫਿਰ ਤੁਹਾਨੂੰ? ਕੋਈ ਪਿਛਲੀ ਦੁਸ਼ਮਣੀ ਨਹੀਂ ਸੀਗੀ, ਕੋਈ ਵੱਟ ਬੰਨੇ ਦਾ ਰੌਲਾ ਨਹੀਂ ਸੀਗਾ, ਫਿਰ ਤੁਹਾਡੇ ਨਾਲ ਕਿਹੜ ਕਿਉਂ ਇੰਨੀ? ਬਾ ਮੈਨੂੰ ਖੁਦ ਨਹੀਂ ਇਹ ਸਮਝ ਆਈ ਵੀ ਤੂੰ ਇਹ ਪਾਪ ਕਿਉਂ ਕਰ ਰਿਹਾ, ਗੁਨਾਹੇ ਅਜ਼ੀਮ ਕਿਉਂ ਕਰ ਰਿਹਾ। ਹਾਂ ਇਲਜ਼ਾਮ ਇਹਨੇ ਲਾਏ ਨੇ, ਪਰ ਗੁਰਦੁਆਰਾ ਸਾਹਿਬ ਦੇ ਗੁੰਮਤ 'ਤੇ ਜੇ ਹਵਾ ਨਾਲ ਹਨੇਰੀ ਨਾਲ ਧੂੜ ਜੰਮ ਜਾਏ, ਧੂੜ ਚੜ੍ਹ ਜਾਏ, ਉਹ ਜ਼ਿਆਦਾ ਦੇਰ ਨਹੀਂ ਠਹਿਰਦੀ, ਉਹ ਬਰਸਾਤ ਹੁੰਦੀ ਹੈ ਫਿਰ ਉਤਰ ਜਾਂਦੀ ਹੈ, ਫਿਰ ਉਹ ਸਾਫ਼ ਹੋ ਜਾਂਦਾ। ਇਸ ਨੇ ਮੈਂ ਨਹੀਂ ਕਹਿੰਦਾ ਮੇਰੀ ਤਾਂ ਹਸਤੀ ਕੋਈ ਨਹੀਂ, ਮੈਂ ਤਾਂ ਗੁਰੂ ਸੰਗਤਾਂ ਦਾ ਇੱਕ ਨਿਮਾਣਾ ਜਿਹਾ ਸੇਵਕ ਹਾਂ। ਪਹਿਲਾਂ ਵੀ ਮੈਂ ਗੁਰੂ ਸੰਗਤਾਂ ਦੀ ਹਾਜ਼ਰੀ ਭਰਦਾ ਰਿਹਾ, ਹੁਣ ਵੀ ਮੈਂ ਜਾ ਰਿਹਾ ਜਿੱਥੇ ਮੈਨੂੰ ਕੋਈ ਬੁਲਾਉਂਦਾ ਮੈਂ ਪ੍ਰੇਮ ਨਾਲ ਜਾਂਦਾ। ਜਿਹੜੇ ਸਮਝਦੇ ਨੇ ਵੀ ਇਹ ਸੱਚਾਈ 'ਤੇ ਆ ਉਹ ਮੈਨੂੰ ਬੁਲਾਉਂਦੇ ਨੇ, ਮੈਂ ਉੱਥੇ ਜਾ ਰਿਹਾ, ਉਹ ਜਾਂਦਾ ਰਹਾਂਗਾ, ਪੰਥ ਦੀ ਸੇਵਾ ਕਰਦਾ ਰਹਾਂਗਾ। ਮੈਂ ਕੋਈ ਜਗ੍ਹਾ ਨਹੀਂ ਬਦਲਣ ਲੱਗਾ, ਮੈਂ ਕੋਈ ਆਪਣਾ ਕਿੱਤਾ ਨਹੀਂ ਬਦਲਣ ਲੱਗਾ, ਨਾ ਮੈਂ ਕੋਈ ਆਪਣਾ ਧਰਮ ਬਦਲਣ ਲੱਗਾ, ਨਾ ਮੈਂ ਕੋਈ ਆਪਣਾ ਬਿਆਨ ਬਦਲਣ ਲੱਗਾ। 100 ਵਾਰੀ ਪੁੱਛੋਗੇ ਇੱਕੋ ਹੀ ਬਿਆਨ ਹੈ, 1000 ਵਾਰੀ ਪੁੱਛੋਗੇ ਇੱਕੋ ਹੀ ਬਿਆਨ ਹੈ। ਇਹਦੇ ਪਿੱਛੇ ਜਿਵੇਂ ਇਹਨੇ ਮੇਰੇ ਨਾਲ ਵੀਡੀਓ ਸਾਂਝੀਆਂ ਕੀਤੀਆਂ, ਆਪਣੇ ਨੰਬਰ ਤੋਂ ਆਈਆਂ ਹੋਈਆਂ ਕਿ ਬਲਦੇਵ ਸਿੰਘ ਨੇ ਆਹ ਕੀਤਾ, ਗੁਰਦਿਆਲ ਨੇ ਆਹ ਕੀਤਾ, ਸੁਖਦੇਵ ਨੇ ਆਹ ਕੀਤਾ, ਸੁਖਦੇਵ ਸਿੰਘ ਨੇ। ਅਤੇ ਮੈਨੂੰ ਹੋ ਸਕਦਾ ਮੇਰੇ ਖਿਲਾਫ ਉਹਨਾਂ ਨੂੰ ਭੇਜ ਰਿਹਾ ਹੋਵੇ ਔਰ ਇਹ ਕੋਈ ਸਾਜ਼ਿਸ਼ ਰਚ ਰਿਹਾ ਹੋਵੇ, ਜਿਸ ਸਾਜ਼ਿਸ਼ ਤਹਿਤ ਇਹਨੇ ਮੈਨੂੰ ਇੱਕ ਨਿਮਾਣੇ ਜਿਹੇ ਸਿੱਖ ਨੂੰ ਬਦਨਾਮ ਕਰਨ ਦਾ ਵੱਡਾ ਯਤਨ ਕੀਤਾ। ਪਰ ਸੱਚ ਤਾਂ ਹੈਗਾ, ਮੈਂ ਪੁਕਾਰ ਕਹਾਂਗਾ ਇਹ 100 ਪੜਦੇ ਪਾ ਦੇਵੇ, ਇਹ ਅੱਜ ਵੀ ਝੂਠਾ ਹੈ, ਕੱਲ੍ਹ ਵੀ ਝੂਠਾ, ਹਰ ਥਾਂ ਝੂਠਾ ਹੈ। ਔਰ ਅਸੀਂ ਵੇਟ ਕਰ ਰਹੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਦੀ ਰਿਪਲਾਈ ਦੀ, ਉਹਨਾਂ ਦੀ ਕੀ ਰਿਪਲਾਈ ਆਉਂਦੀ ਹੈ। ਉਸ ਤੋਂ ਬਾਅਦ ਅਸੀਂ ਸਾਰੀ ਗੱਲ ਖੁੱਲ੍ਹ ਕੇ ਕਰਾਂਗੇ ਔਰ ਪਿੱਛੇ ਨਹੀਂ ਹਟਾਂਗੇ। ਉਹਦੇ 'ਚ ਭਾਵੇਂ ਕੋਈ ਹੋਵੇ,
ਅਸੀਂ ਹਰ ਤਰ੍ਹਾਂ ਦੀ ਧਾਰਮਿਕ ਸਮਾਜਿਕ ਔਰ ਹੁਣ ਕਾਨੂੰਨੀ ਕਾਰਵਾਈ ਵੀ ਕਰਾਂਗੇ। ਜਿਵੇਂ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦਾ ਜ਼ਿਕਰ ਕੀਤਾ ਹੈ, ਕੋਈ ਰਾਬਤਾ ਹੋਇਆ ਇਸ ਕੇਸ ਦੇ ਬਾਰੇ, ਦੱਸਿਆ ਵੀ ਇਸ ਤਰੀਕੇ ਦੇ ਨਾਲ ਹੋ ਗਿਆ ਸਾਰਾ ਕੁਝ, ਜਾਂ ਉਹਨਾਂ ਦਾ ਕਿਉਂਕਿ ਹੁਣ ਤਾਂ ਸਾਰਿਆਂ ਨੇ ਅਖਬਾਰਾਂ ਦੇ ਵਿੱਚ ਟੀਵੀਆਂ ਦੇ ਵਿੱਚ ਸੁਣ ਪੜ੍ਹ ਲਿਆ ਹੋਵੇਗਾ, ਕੋਈ ਰਿਐਕਸ਼ਨ ਆਇਆ? ਜਥੇਦਾਰ ਹਰਪ੍ਰੀਤ ਸਿੰਘ ਉਹਨਾਂ ਨਾਲ ਸਾਡੀ ਗੱਲ ਹੋਈ ਹੈ, ਉਹਨਾਂ ਦੇ ਸਹਾਇਕ ਨਾਲ ਵੀ ਗੱਲ ਹੋਈ ਹੈ, ਗੱਲਬਾਤ ਬਕਾਇਦਾ ਹੁੰਦੀ ਰਹਿੰਦੀ ਹੈ ਔਰ ਇਸ 'ਤੇ ਅਸੀਂ ਉਹਨਾਂ ਨੂੰ ਲਿਖ ਕੇ ਵੀ ਭੇਜਿਆ ਹੋਇਆ। ਉਹਨਾਂ ਦੀ ਦੇਖੋ ਕਦੋਂ ਬੈਠਦੇ ਨੇ, ਕਦੋਂ ਸਾਨੂੰ ਬੁਲਾਉਂਦੇ ਨੇ ਅਤੇ ਕੀ ਉਹਨਾਂ ਦਾ ਫੈਸਲਾ ਆਉਂਦਾ, ਸਭ ਦੇ ਸਾਹਮਣੇ ਆ ਜਾਏਗਾ। ਉਹਦੇ 'ਚ ਕੋਈ ਛੁਪਾਉਣ ਵਾਲੀ ਗੱਲ ਨਹੀਂ ਹੈ। ਅੱਛਾ, ਤੁਸੀਂ ਪੰਜਾਂ ਪਿਆਰਿਆਂ ਦੇ ਉੱਤੇ ਵੀ ਸਵਾਲ ਚੁੱਕੇ ਨੇ ਵੀ ਉਹ ਹੱਕ ਹੀ ਨਹੀਂ ਰੱਖਦੇ ਇਸ ਤਰੀਕੇ ਦਾ ਹੁਕਮ ਸੁਣਾਉਣ ਦੀ, ਉਹ ਕਿਉਂ ਹੈ? ਕਿਉਂਕਿ ਪੰਜ ਪਿਆਰੇ ਤਾਂ ਗੁਰੂ ਸਾਹਿਬ ਨੇ ਵੀ ਤਾਂ ਅੰਮ੍ਰਿਤ ਪੰਜਾਂ ਪਿਆਰਿਆਂ ਤੋਂ ਛਕਿਆ ਸੀ, ਇੰਨੀ ਵੱਡੀ ਉਪਾਧੀ ਤਾਂ ਉਹੀ ਦੇ ਗਏ। ਦੇਖੋ, ਪੰਜ ਪਿਆਰੇ ਸਾਹਿਬਾਨ ਨੇ ਜੋ ਕੁਰਬਾਨੀਆਂ ਕੀਤੀਆਂ ਨੇ ਪੰਥ ਲਈ, ਉਹਨਾਂ ਦੀਆਂ ਸ਼ਹਾਦਤਾਂ ਹੋਈਆਂ ਨੇ, ਜਿਨ੍ਹਾਂ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਿਆ। ਪੰਜ ਪਿਆਰੇ ਉਹ ਪੰਜ ਹੀ ਸਨ, 40 ਹੋਰ ਵੀ ਸਨ, ਭਾਵੇਂ ਸਾਰੇ ਗੁਰੂ ਦੇ ਪਿਆਰੇ ਨੇ, ਪਰ ਪੰਜ ਪਿਆਰਿਆਂ ਦੀ ਪਦਵੀ ਉਹਨਾਂ ਦੀ ਸੀ, ਜਿਨ੍ਹਾਂ ਨੇ ਸੀਸ ਦਿੱਤੇ, ਜਿਨ੍ਹਾਂ ਦੀ ਮਾਨਤਾ ਹੋਵੇ। ਜਿਨ੍ਹਾਂ ਬੰਦਿਆਂ ਦੀ ਮਾਨਤਾ ਨਹੀਂ ਹੈ, ਜਿਹਦੇ ਵਿੱਚੋਂ ਇਹ ਤਖਤ ਸਾਹਿਬ ਪਟਨਾ ਸਾਹਿਬ ਦਾ ਆਪਣਾ ਹੁਕਮਨਾਮਾ ਹੈਗਾ, ਜਿਹਦੇ ਸਾਰੇ ਪੰਜ ਪਿਆਰਿਆਂ ਦੇ ਸਾਈਨ ਨੇ, ਇਹ ਹੈਗਾ 17 ਮਈ 2020 ਦਾ। ਇਹਦੇ ਵਿੱਚ ਪਹਿਲੀ ਮੱਦ ਲਿਖੀ ਹੋਈ ਹੈ ਕਿ 40 ਸਾਲ ਦਾ ਬੰਦਾ ਤਖਤ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵਿੱਚ ਸ਼ਾਮਲ ਨਹੀਂ ਹੋ ਸਕਦਾ। ਇਹ ਮੇਰਾ ਇਕੱਲੇ ਦਾ ਨਹੀਂ ਹੈ, ਇਹ ਪੰਜ ਸਿੰਘ ਸਾਹਿਬਾਨ ਜਿਹੜੇ ਪੰਜ ਪਿਆਰੇ ਨੇ, ਜਿਹਦੇ 'ਚ ਹੁਣ ਉਸ ਉੱਤੇ ਜਿਹੜੇ 3 ਮੌਜੂਦ ਨੇ, ਉਹਨਾਂ ਸਾਰਿਆਂ ਦੇ ਸਾਈਨ ਹੈਗੇ ਨੇ। ਇਹਦਾ ਨੰਬਰ ਹੈਗਾ ਜਿਹੜਾ ਤੁਸੀਂ ਪੜ੍ਹ ਸਕਦੇ ਹੋ, 17/2022 ਤਖਤ ਪਟਨਾ ਸਾਹਿਬ ਜਥੇਦਾਰ ਸਾਹਿਬ ਔਰ 17/2022 ਜਿਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ। 5 ਇਹਦੇ ਵਿੱਚ ਮਤੇ ਨੇ, ਜਿਹਦੇ ਵਿੱਚ ਹੋਰ 4 ਮਤੇ ਨੇ, ਪਰ ਪਹਿਲਾ ਸਭ ਤੋਂ ਇਹ ਵੀ 40 ਸਾਲ ਤੋਂ ਘੱਟ ਉਮਰ ਦਾ ਬੰਦਾ ਅੰਦਰ ਸੇਵਾ 'ਚ ਨਹੀਂ ਲੱਗ ਸਕਦਾ। ਇਸ ਮੁਤਾਬਕ ਸੁਖਦੇਵ ਸਿੰਘ ਵੈਲਿਡ ਨਹੀਂ ਹੈ, ਜਾਂ ਸੁਖਦੇਵ ਸਿੰਘ ਨੇ ਅਗਰ ਇਹਦੇ 'ਚ ਇਹ ਵੀ ਲਿਖਿਆ ਹੈ ਕਿ ਜਥੇਦਾਰ ਦੀ ਪ੍ਰਵਾਨਗੀ ਤੋਂ ਬਿਨਾਂ ਬਦਲੀ ਵੀ ਨਹੀਂ ਹੋ ਸਕਦੀ, ਨਿਯੁਕਤੀ ਵੀ ਨਹੀਂ ਹੋ ਸਕਦੀ, ਇਹ ਲਿਖਿਆ ਹੋਇਆ ਇਹਦੇ 'ਚ। ਮੈਂ ਤੁਹਾਨੂੰ ਕਾਪੀ ਦੇ ਦੇਣਾ, ਤੁਸੀਂ ਸਕਰੀਨ 'ਤੇ ਦਿਖਾ ਦਿਓ। ਔਰ ਦੂਸਰੀ ਗੱਲ, ਇਹ ਤਾਂ ਚਲੋ ਸਾਡੇ ਆਉਣ 'ਤੇ ਸਾਡੇ ਵਿੱਚ ਸਾਈਨ ਨੇ ਅਤੇ ਉਹ ਮੰਨ ਲੈ, ਸ਼ਾਇਦ ਕੋਈ ਨਾ ਵੀ ਮੰਨੇ, ਪਰ ਮੰਨਣਾ ਪਏਗਾ ਕਿਉਂਕਿ ਕਾਨੂੰਨ ਹੈ, ਇਹ ਤਖਤ ਸਾਹਿਬ ਦਾ ਕਾਨੂੰਨ ਹੈ, ਰੱਦ ਨਹੀਂ ਹੋਇਆ। ਜਾਂ ਤਾਂ ਹੁਕਮਨਾਮਾ ਵਾਪਸ ਲਿਆ ਜਾਏ, ਵਾਪਸ ਲਿਆ ਨਹੀਂ ਗਿਆ। ਹੁਣ ਅੱਜ ਕੋਈ ਕਹਿ ਦੇਵੇ TV 'ਤੇ ਦੇਖ ਕੇ ਵੀ ਵਾਪਸ ਲੈਣੇ ਅੱਜ, ਪਰ ਉਹ ਮੰਨਿਆ ਨਹੀਂ ਜਾਏਗਾ। ਇਹ ਤਖਤ ਪਟਨਾ ਸਾਹਿਬ ਦਾ ਆਪਣਾ ਹੁਕਮਨਾਮਾ ਹੈਗਾ, ਜਿਹਦੇ ਵਿੱਚ ਗੁਰਦਿਆਲ ਸਿੰਘ, ਬਲਦੇਵ ਸਿੰਘ ਅਤੇ ਦਲੀਪ ਸਿੰਘ ਦੇ ਸਾਈਨ ਨੇ। ਸਾਬਕਾ ਜਥੇਦਾਰ ਇਕਬਾਲ ਸਿੰਘ ਜੀ ਦੇ ਸਾਈਨ ਨੇ, ਔਰ ਸੱਚਖੰਡ ਵਾਸੀ ਸ਼੍ਰੀਮਾਨ ਹੜਗ੍ਰੰਥੀ ਸਿੰਘ ਸਾਹਿਬ ਗਿਆਨੀ ਰਜਿੰਦਰ ਸਿੰਘ ਜੀ ਦੇ ਸਾਈਨ ਨੇ, ਜਿਹਦਾ ਨੰਬਰ ਜਿਹੜਾ ਹੈਗਾ ਉਹ TPS/H/13 ਹੁਕਮਨਾਮਾ ਤਖਤ ਪਟਨਾ ਸਾਹਿਬ, ਜਿਹਦੇ ਮੁਤਾਬਕ ਲਿਖਿਆ 5 ਚੀਜ਼ਾਂ ਇਹਦੇ 'ਚ ਧਿਆਨ ਦੇਣ ਵਾਲੀਆਂ ਨੇ। ਇਹ ਹੁਕਮਨਾਮਾ 22 ਅਕਤੂਬਰ 2015 ਨੂੰ ਉਦੋਂ ਤਖਤ ਪਟਨਾ ਸਾਹਿਬ ਦਾ ਆਇਆ, ਜਦੋਂ 21 ਅਕਤੂਬਰ 2015 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਨੇ ਰਾਮ ਰਹੀਮ ਨੂੰ ਬਿਨਾਂ ਤਖਤ ਸਾਹਿਬ ਆਇਆ ਮਾਫੀ ਦੇਣ ਦੇ ਮਾਮਲੇ ਵਿੱਚ ਤਲਬ ਕਰ ਲਿਆ ਸੀ ਕਿ ਉਹ ਪੰਥ ਨੂੰ ਜਵਾਬ ਦੇਣ ਕਿ ਉਹਨਾਂ ਨੇ ਬਿਨਾਂ ਤਖਤ ਸਾਹਿਬ ਆਇਆ, ਅਕਾਲ ਤਖਤ ਆਇਆ ਰਾਮ ਰਹੀਮ ਨੂੰ ਮਾਫੀ ਕਿਉਂ ਦਿੱਤੀ ਹੈ। ਪੰਥ ਵਿੱਚ ਵੱਡਾ ਰਿਐਕਸ਼ਨ ਹੋਇਆ ਸੀ, ਔਰ ਉਸ ਬਾਰੇ ਨੈਕਸਟ ਮਾਰਨਿੰਗ ਸਵੇਰੇ ਪਤਾ ਨਹੀਂ ਮੂੰਹ ਧੋਤਾ ਕਿ ਨਾ ਮੂੰਹ ਧੋਤਾ, ਉੱਠਦਿਆਂ ਸਾਰ, ਕਿਉਂਕਿ ਉਹਦੇ ਵਿੱਚ ਸਾਰੇ ਜਥੇਦਾਰਾਂ ਨੂੰ ਤਲਬ ਕੀਤਾ ਸੀ, ਉਹਦੇ ਵਿੱਚ ਤਖਤ ਪਟਨਾ ਸਾਹਿਬ ਦਾ ਆਹ ਹੁਕਮਨਾਮਾ ਹੈਗਾ। ਜੇ ਤਖਤ ਸਾਹਿਬ ਦੀ ਵਡਿਆਈ ਹੈ ਤਾਂ ਹੁਕਮਨਾਮੇ ਦੀ ਵੀ ਵਡਿਆਈ ਹੈ। ਇਹ ਬੰਦਿਆਂ ਦਾ ਹੁਕਮਨਾਮਾ ਨਹੀਂ ਹੈ, ਭਾਵੇਂ ਨਾਮ ਕਿਸ ਦੇ ਲਿਖੇ ਹੋਣ, ਹੱਥ ਕਿਸ ਦਾ ਹੋਵੇ, ਹੁਕਮਨਾਮਾ ਗੁਰੂ ਦਾ ਮੰਨਿਆ ਜਾਏਗਾ ਕਿ ਨਹੀਂ। ਅਤੇ ਉਸ ਵਿੱਚ ਬਕਾਇਦਾ ਲਿਖਿਆ ਹੈ ਵੀ ਪੰਜਾਂ ਪਿਆਰਿਆਂ ਵੱਲੋਂ ਜਥੇਦਾਰ ਸਾਹਿਬਾਨ ਨੂੰ ਤਲਬ ਕਰਨਾ ਇੱਕ ਘਿਨਾਉਣੀ ਕਾਰਵਾਈ ਹੈ। ਆ ਸ਼ਬਦ ਦੇਖ ਲਓ, ਇੱਕ ਘਿਨਾਉਣੀ ਕਾਰਵਾਈ ਹੈ, ਇੱਕ ਆਪੋ ਧਾਪੀ ਵਾਲਾ ਫੈਸਲਾ ਹੈ, ਇੱਕ ਪੰਥ ਵਿੱਚ ਨਵਾਂ ਬਖੇੜਾ ਕਰਨ ਵਾਲਾ ਫੈਸਲਾ ਹੈ। ਇਸ ਨੂੰ ਮੁੱਢੋਂ ਰੱਦ ਕੀਤਾ ਜਾਂਦਾ ਹੈ, ਔਰ ਇਹ ਜਿਹੜਾ ਹੈਗਾ ਇਸ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਜਾਂਦੀ ਹੈ। ਅਤੇ ਜਿਸ ਪੰਜ ਪਿਆਰਿਆਂ ਵੱਲੋਂ ਜਥੇਦਾਰ ਨੂੰ ਤਲਬ ਕਰਨ ਦੀ ਤੁਸੀਂ ਖੁਦ ਨਿੰਦਿਆ ਕਰ ਰਹੇ ਹੋ ਅਤੇ ਖੁਦ ਤੁਸੀਂ ਘਿਨਾਉਣੀ ਕਾਰਵਾਈ ਦੱਸਦੇ ਹੋ, ਅਤੇ ਮੈਂ ਪੰਜ ਪਿਆਰੇ ਸਾਹਿਬਾਨ ਨੂੰ ਪੁੱਛਦਾ ਹਾਂ, ਤੁਸੀਂ ਸਤਿਕਾਰਯੋਗ ਪੰਜ ਪਿਆਰੇ ਹੀ ਸਤਿਕਾਰਯੋਗ ਵੱਡੀ ਉਮਰ ਵਾਲੇ ਹੀ ਨਹੀਂ, ਜੇ 5-5 ਸਾਲ ਦੇ ਬੱਚਿਆਂ ਨੇ ਨਗਰ ਕੀਰਤਨ ਵਿੱਚ ਪੰਜ ਪਿਆਰਿਆਂ ਦੇ ਬਸਤਰ ਪਾਏ ਹੁੰਦੇ ਨੇ, ਅਸੀਂ ਉਹਨਾਂ ਨੂੰ ਵੀ ਸਨਮਾਨ ਦਿੰਦੇ ਹਾਂ, ਉਹਨਾਂ ਨੂੰ ਵੀ ਨਤਮਸਤਕ ਹੁੰਦੇ ਹਾਂ,
ਉਹਨਾਂ ਦੇ ਗਲ ਵਿੱਚ ਹਾਰ ਪਾਉਂਦੇ ਆ, ਉਹਨਾਂ ਦੇ ਚਰਨਾਂ ਦਾ ਸਪਰਸ਼ ਕਰਦੇ ਆ। ਪਰ ਪੰਜ ਪਿਆਰੇ ਤਾਂ ਆਪਣਾ ਹੁਕਮਨਾਮਾ ਖੁਦ ਹੀ ਜਿਨ੍ਹਾਂ ਦੇ ਸਾਇਨ ਨੇ, ਅਗਰ ਉਹੀ ਬੰਦੇ ਫਿਰ ਘਿਨਾਉਣੀ ਕਾਰਵਾਈ ਨਹੀਂ ਹੋਣੇ। ਜੇ ਰਾਮ ਰਹੀਮ ਨੂੰ ਤਖਤ ਸਾਹਿਬ ਆਏ ਤੋਂ ਬਿਨਾਂ ਮਾफ़ ਕਰਨਾ ਇਹਨਾਂ ਦੇ ਹੁਕਮਨਾਮੇ ਮੁਤਾਬਕ ਘਿਨਾਉਣੀ ਕਾਰਵਾਈ ਹੈ, ਤਾਂ ਮੈਂ ਕਹਿੰਦਾ ਡਾਕਟਰ ਸਮਰਾ ਅਖੌਤੀ ਡਾਕਟਰ, ਝੋਲਾ ਛਾਪ ਡਾਕਟਰ, ਭ੍ਰਸ਼ਟ ਡਾਕਟਰ, ਕ੍ਰਿਮੀਨਲ ਡਾਕਟਰ, ਉਹ ਤਖਤ ਸਾਹਿਬ ਆਇਆ ਨਹੀਂ, ਤੁਸੀਂ ਉਹਨਾਂ ਨੂੰ ਕਿਵੇਂ ਮਾफ़ ਕੀਤਾ? ਜਿਹੜਾ ਬੰਦਾ ਉੱਥੇ ਖੜਾ ਹੈ, ਇਹ ਤਾਂ ਸਾਨੂੰ ਬਾਅਦ 'ਚ ਪਤਾ ਲੱਗਿਆ ਵੀ ਇਹ ਬੁਲਾ ਹੀ ਨਹੀਂ ਸਕਦੇ, ਨਹੀਂ ਤਾਂ ਅਸੀਂ ਪੇਸ਼ ਨਾ ਹੁੰਦੇ। ਸਾਨੂੰ ਕੀ ਲੋੜ ਸੀ ਜੇ ਪਹਿਲੇ ਆ ਜਾਂਦਾ? ਜਦ ਦਾ ਨਾ ਤਨਖਾਹੀਆ ਕਰਾਰ ਦੇ ਦਿੱਤਾ, ਉਦੋਂ ਬਾਅਦ ਵਿੱਚ ਤੁਹਾਡੇ ਵਰਗੇ ਕਿਸੇ ਪੱਤਰਕਾਰ ਵੀਰ ਨੇ ਜਿਨ੍ਹਾਂ ਕੋਲੇ ਪਿਆ ਸੀ, ਉਹਨਾਂ ਸਾਨੂੰ ਭੇਜਿਆ ਵੀ ਆਹ ਦੇਖ ਲਓ ਤੁਹਾਡੇ 'ਤੇ ਸਾਜ਼ਿਸ਼ ਕੀਤੀ ਗਈ ਹੈ। ਇਸ ਹੁਕਮਨਾਮੇ ਮੁਤਾਬਕ ਸਤਿਕਾਰਯੋਗ ਪੰਜ ਪਿਆਰੇ ਸਾਹਿਬਾਨ ਜਥੇਦਾਰ ਨੂੰ ਤਲਬ ਨਹੀਂ ਕਰ ਸਕਦੇ। ਜਥੇਦਾਰ ਸਾਹਿਬ ਨੂੰ ਸਵਾਲ ਕੌਣ ਕਰੂਗਾ? ਸਵਾਲ ਤਾਂ ਇਹ ਵੀ ਹੈ ਨਾ, ਜੇ ਰਾਮ ਰਹੀਮ ਨੂੰ ਮਾफ़ੀ ਦਿੱਤੀ ਸੀ ਤਾਂ ਫਿਰ ਕਿਸੇ ਨੇ ਤਾਂ ਸਵਾਲ ਕਰਨਾ ਸੀਗਾ, ਸੰਗਤ ਵੀ ਸਵਾਲ ਕਰਦੀ ਹੈ। ਫਿਰ ਜੇ ਕੋਈ ਗੱਲਬਾਤ ਹੁੰਦੀ ਹੈ ਤਾਂ ਫਿਰ ਜਥੇਦਾਰ ਸਾਹਿਬ ਨੂੰ ਸਵਾਲ ਕੌਣ ਕਰੂਗਾ? ਕਰਨਾ ਜੇ ਇਹਨਾਂ ਨੂੰ ਲੱਗਦਾ ਸੀ ਇਹਨਾਂ ਨੇ ਐਡੀ ਜਲਦੀ ਕਾਹਦੀ ਪੈ ਗਈ ਸੀ, ਇਹਨਾਂ ਨੂੰ ਕਾਹਦੇ ਲਈ ਇਹਨਾਂ ਨੇ ਐਡੀ ਜਲਦੀ ਕੀਤੀ? ਜਿਹੜਾ ਬੰਦਾ ਆਇਆ ਹੀ ਨਹੀਂ ਤਖਤ ਸਾਹਿਬ ਦੇ, ਬੁਲਾਓ ਤਾਂ ਸਹੀ, ਉਹ ਪੇਸ਼ ਤਾਂ ਹੋਵੇ। ਉਹ ਅਸੀਂ ਇਹਨਾਂ ਨੂੰ ਆਹ ਦੇਖੋ, ਆਹ ਲੈਟਰ ਹੈਗਾ ਸਾਡਾ, ਵਿਸ਼ੇਸ਼ ਦਾ ਨੰਬਰ ਹੈਗਾ 11 ਸਤੰਬਰ ਦਾ ਹੁਕਮਨਾਮਾ, ਸੌਰੀ ਲੈਟਰ ਹੈਗਾ, ਜਿਹਦੇ ਵਿੱਚ ਅਸੀਂ ਇਹਨਾਂ ਕੋਲੋਂ ਮੰਗ ਕੀਤੀ ਵੀ ਸਮਾਂ ਦਿਓ। ਜਿਹੜੇ ਕਾਗਜ਼ਾਤ ਇਹ ਲਿਆਇਆ, ਇਹ ਫਰਜ਼ੀ ਕਾਗਜ਼ਾਤ ਬਣਾਉਣ ਵਿੱਚ ਮਾਹਿਰ ਹੈ। ਇਹਨੇ ਜਲੰਧਰ ਦੇ ਇੱਕ ਉੱਚ ਪਦਵੀ ਦੇ ਪੁਲਿਸ ਅਫਸਰ ਦੀ ਜਾਲੀ ਬਣਾਈ ਸੀ ID, ਔਰ ਉਹ ਫਰਜ਼ੀ ਪਾਈ ਗਈ ਸੀ, ਅਤੇ ਫਿਰ ਇਹਨੂੰ 3 ਸਾਲ ਕੇ 2.5 ਸਾਲ ਸਜ਼ਾ ਹੋਈ ਸੀ। ਮੈਂ ਸਾਰੀ ਦੁਨੀਆ ਨੂੰ ਹਮਦਰਦ TV ਚੈਨਲ ਰਾਹੀਂ ਕਹਿਣਾ ਚਾਹੁੰਦਾ ਕਿ ਤੁਸੀਂ ਹੁਣੇ ਹੀ ਮੇਰੀਆਂ ਗੱਲਾਂ ਬਾਅਦ ਸੁਣ ਲਿਓ, ਪਹਿਲਾਂ ਤੁਸੀਂ ਗੂਗਲ ਬਾਰ ਖੋਲ੍ਹੋ, ਉਹਦੇ ਵਿੱਚ ਟਾਈਪ ਕਰੋ ਜਾਂ ਬੋਲ ਦਿਓ ਡਾਕਟਰ ਗੁਰਵਿੰਦਰ ਸਿੰਘ ਸਮਰਾ ਅਕਿਊਜ਼ਡ, ਇਹਦਾ ਸਾਰੇ ਕਾਰਨਾਮੇ ਤੁਹਾਡੇ ਕੋਲ ਆ ਜਾਣਗੇ, ਅਦਾਲਤਾਂ ਦੇ ਆਦੇਸ਼ ਤੁਹਾਡੇ ਕੋਲ ਆ ਜਾਣਗੇ, ਇਹਦੀਆਂ ਕੀਤੀਆਂ ਹੋਈਆਂ ਕਾਰਵਾਈਆਂ ਤੁਹਾਡੇ ਕੋਲ ਆ ਜਾਣਗੀਆਂ। ਮੈਂ ਤਾਂ ਕਹਿੰਦਾ ਜਿਹੜਾ ਪੰਜ ਪਿਆਰੇ ਸਾਹਿਬਾਨ ਨੇ ਸਾਨੂੰ ਬੁਲਾਇਆ ਹੀ ਨਹੀਂ, ਪੁੱਛਿਆ ਹੀ ਨਹੀਂ, 30 ਸੈਕਿੰਡ ਦਾ ਜਾਂ 40 ਸੈਕਿੰਡ ਦਾ ਸਮਾਂ ਇਹਨਾਂ ਸਾਨੂੰ ਦਿੱਤਾ, ਜਿਹਦੇ 'ਚ ਆ ਲਿਖਿਆ ਹੋਇਆ ਹੈ ਵੀ ਇਹ ਡਾਕਟਰ ਸਮਰਾ ਇੱਕ ਫਰਜ਼ੀ ਕਾਗਜ਼ਾਤ ਤਿਆਰ ਕਰਨ ਵਾਲਾ ਸ਼ਾਤਰ ਦਿਮਾਗ ਬੰਦਾ ਹੈ, ਇਹ ਜਿਹਦੀ ਫਰਜ਼ੀ ਡਿਗਰੀਆਂ ਬਣਾਉਣ ਵਿੱਚ ਪਹਿਲਾਂ ਸਜ਼ਾ ਭੁਗਤ ਚੁੱਕਾ ਹੈ, ਇਸ ਲਈ ਇਹਦੇ ਕਿਸੇ ਕਾਗਜ਼ੀ ਸਬੂਤ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਹਾਂ ਕੋਈ ਵੀਡੀਓ ਸਬੂਤ ਹੈ ਦੇ ਦੇਵੇ, ਅਸੀਂ ਇਹ ਗੱਲ ਕਹੀ ਹੈ ਕਿ ਦੇ ਦੇਵੇ। ਉਹਨਾਂ 30 ਸੈਕਿੰਡ ਉਹਦਾ ਸੁਖਦੇਵ ਸਿੰਘ ਅੱਗੇ ਹੋਇਆ, ਜਿਹਦੇ ਬਾਰੇ ਇਹਨੇ ਖੁਦ ਕਿਹਾ ਕਿ ਉਹ ਪੰਜ ਪਿਆਰਿਆਂ ਲੱਗਣ ਦੇ ਕਾਬਿਲ ਨਹੀਂ ਹੈ। ਉਹ ਵੀਡੀਓ ਹੈਗੀ ਉਹਦੀ, ਡਾਕਟਰ ਸਮਰੇ ਨੇ, ਅਖੌਤੀ ਡਾਕਟਰ ਸਮਰੇ ਨੇ ਖੁਦ ਕਹੀ ਹੈ ਗੱਲ ਕਿ ਸੁਖਦੇਵ ਸਿੰਘ ਪੰਜ ਪਿਆਰਿਆਂ ਵਿੱਚ ਲੱਗਣ ਦੇ ਕਾਬਿਲ ਨਹੀਂ ਹੈ। ਅਤੇ ਜੇ ਉਹ ਬੰਦਾ ਕਾਬਿਲ ਨਹੀਂ ਹੈ, ਉਹਨਾਂ ਨੂੰ ਤੂੰ ਕੀ ਦਿੱਤਾ, ਤੂੰ ਕੀ ਕੀਤਾ ਜਿਹੜਾ ਉਹਨਾਂ ਸਾਨੂੰ ਸੁਣੇ ਬਿਨਾਂ, ਜਿਹੜਾ 30 ਸੈਕਿੰਡ ਜਾਂ 45 ਸੈਕਿੰਡ ਦਾ ਸਮਾਂ ਦਿੱਤਾ, ਉਹ ਵੀ ਕੀਰਤਨ ਹੁੰਦੇ ਵਿੱਚ। ਅਸੀਂ ਆਹ ਲਿਖ ਕੇ ਦਿੱਤਾ ਵੀ ਸਮਾਂ ਦਿਓ, ਕਾਗਜ਼ ਚੈੱਕ ਕਰਾਉਂਦੇ ਹਾਂ। ਕ੍ਰਿਮੀਨਲ ਤੋਂ ਕ੍ਰਿਮੀਨਲ ਬੰਦਾ ਵੀ ਹੋਵੇ, ਅਦਾਲਤ ਉਹਨੂੰ ਫਾਂਸੀ ਦੇ ਦੇਵੇ, ਉਹਦੇ ਬਾਅਦ ਵੀ ਉਹਦਾ ਪੱਖ ਸੁਣਦੀ ਹੈ, ਉਹਦੇ ਬਾਅਦ ਵੀ ਉਹ ਜਿਹੜੇ ਕਾਗਜ਼ਾਤ ਉਹਨੂੰ ਪੜ੍ਹਨ ਨੂੰ ਦਿੱਤੇ ਜਾਂਦੇ ਨੇ। ਸੁਣਵਾਈ ਹੋਈ ਨਹੀਂ ਨਾ ਸੁਣਵਾਈ ਹੋਈ, ਇਹੀ ਤਾਂ ਗੱਲ ਹੈ। ਸੁਣਵਾਈ ਕਰਨ ਵਾਲੇ ਜੇ ਵਿਕ ਗਏ ਹੋਣ ਤਾਂ ਫਿਰ ਕੌਣ ਸੁਣਵਾਈ ਕਰੇਗਾ? ਇੱਥੇ ਕੀ ਕਾਰਨ ਹੋ ਸਕਦਾ ਹੈ? ਜੇ ਰਾਮ ਰਹੀਮ ਨੂੰ ਬਿਨਾਂ ਤਖਤ ਸਾਹਿਬ ਆਇਆ ਮਾफ़ ਕਰਨਾ ਕੌਮ ਦਾ ਗੁਨਾਹ ਹੋ ਸਕਦਾ ਹੈ, ਕੌਮ ਲਈ ਗੁਨਾਹ ਅਜ਼ੀਮ ਹੋ ਸਕਦਾ ਹੈ, ਤਾਂ ਇਹ ਜਿਹੜੇ ਸਾਡੇ ਪੰਜ ਪਿਆਰੇ ਸਾਹਿਬਾਨ ਨੇ, ਇਹਨਾਂ ਨੇ ਡਾਕਟਰ ਨੂੰ ਉੱਥੇ ਸਮਰੇ ਨੂੰ, ਅਖੌਤੀ ਡਾਕਟਰ ਨੂੰ ਬਿਨਾਂ ਪਹੁੰਚਿਆਂ ਕਿਵੇਂ ਮਾफ़ ਕਰ ਦਿੱਤਾ? ਅਸੀਂ ਉੱਥੇ ਖੜ੍ਹੇ ਸੀ, ਸਾਨੂੰ ਕਿਉਂ ਨਹੀਂ ਬੁਲਾਇਆ, ਸਾਨੂੰ ਕਾਗਜ਼ ਕਿਉਂ ਨਹੀਂ ਦਿਖਾਏ? ਅਤੇ ਇਹਨਾਂ ਕਾਗਜ਼ਾਂ ਮੁਤਾਬਕ ਤਾਂ ਇਹ ਬੁਲਾ ਹੀ ਨਹੀਂ ਸਕਦੇ। ਜੇ ਸਾਡੇ 'ਤੇ ਇਲਜ਼ਾਮ ਸੀ, ਇਹ ਸ੍ਰੀ ਅਕਾਲ ਤਖਤ ਸਾਹਿਬ ਲਿਖਦੇ। ਤਖਤ ਪਟਨਾ ਸਾਹਿਬ ਦੇ 79 ਆਰਟੀਕਲ ਵਿੱਚ ਲਿਖਿਆ ਹੋਇਆ ਹੈ ਕਿ ਜਿਹੜਾ ਮਸਲਾ ਇੱਥੇ ਹੱਲ ਨਹੀਂ ਹੁੰਦਾ, ਉਹ ਅਕਾਲ ਤਖਤ ਸਾਹਿਬ ਭੇਜਿਆ ਜਾਵੇ। ਅਕਾਲ ਤਖਤ ਸਾਹਿਬ 'ਤੇ ਆ ਜਾਏ, ਮੈਂ ਕਹਿੰਦਾ ਇੱਕ ਵੱਡੀ ਪ੍ਰੈਸ ਕਾਨਫਰੰਸ ਕਰੋ, ਇੱਕ ਸਰਬੱਤ ਖਾਲਸਾ ਕਰੋ। ਇਹ ਮਾਮਲਾ ਰਣਜੀਤ ਸਿੰਘ ਦਾ ਨਹੀਂ ਹੈ, ਇਹ ਮਾਮਲਾ ਤਖਤ ਪਟਨਾ ਸਾਹਿਬ ਦੀ ਸਰਵਉੱਚਤਾ ਦਾ ਹੈ। ਇਹ ਮਾਮਲਾ ਤਖਤ ਪਟਨਾ ਸਾਹਿਬ ਦੇ ਹੈੱਡ ਗ੍ਰੰਥੀ, ਤਖਤ ਪਟਨਾ ਸਾਹਿਬ ਦੇ ਜਥੇਦਾਰ ਦੀ ਪੱਗ ਦਾ ਮਾਮਲਾ ਹੈ। ਇਹ ਸਾਰੇ ਸਿੱਖ ਜਗਤ ਦੀ ਪੱਗ ਹੈ। ਤੁਸੀਂ ਸਰਬੱਤ ਖਾਲਸਾ ਕਰੋ, ਵੱਡੀ ਸਕਰੀਨਾਂ 'ਤੇ ਚਲਾਓ ਜੋ ਸਮਰੇ ਨੇ ਬੋਲਿਆ। ਜੇ ਕਿਧਰੇ ਮੇਰਾ ਦੋਸ਼ ਹੋਵੇਗਾ, ਮੈਨੂੰ ਸ਼ੂਟ ਕਰ ਦਿਓ, ਉੱਥੇ ਹੀ ਕਰ ਦਿਓ ਕਿ ਬੰਦਾ ਗਲਤ ਹੈਗਾ। ਮੈਂ ਗਲਤ ਨਹੀਂ ਹਾਂ, 100 ਵਾਰ ਕਿਹਾ, ਬਾਚੀਆਂ ਥੱਕ ਗਈਆਂ ਬੋਲ ਕੇ ਕਿ ਮੈਂ ਗਲਤ ਨਹੀਂ ਹਾਂ, ਮੈਂ ਗਲਤ ਨਹੀਂ ਹਾਂ। ਇਹ ਇੱਕ ਨੀਚ ਮਨੁੱਖ ਦੇ ਆਖੇ ਹੋਏ ਇਲਜ਼ਾਮ ਸਾਡੇ ਪੰਜ ਪਿਆਰਿਆਂ ਨੇ ਮੰਨ ਲਏ, ਅਤੇ ਪੰਜ ਪਿਆਰੇ ਸਾਹਿਬਾਨ ਕਿੱਥੋਂ ਸਿਆਣੇ ਹੋ ਗਏ? ਉਹਨਾਂ ਕਿਉਂ ਨਹੀਂ ਮੈਨੂੰ ਬੁਲਾਇਆ?
ਕਿਉਂ ਨਹੀਂ ਪੁੱਛਿਆ? ਮੈਂ ਕੋਈ ਆਮ ਸੇਵਾਦਾਰ ਨਹੀਂ ਸੀ, ਮੈਂ ਤਾਂ ਜਥੇਦਾਰ ਹਾਂ ਤਖਤ ਪਟਨਾ ਸਾਹਿਬ ਦਾ, ਅਤੇ ਉਹਨਾਂ ਨੇ ਇਹ ਇੰਨੀ ਵੱਡੀ ਉਲੰਘਣਾ ਕੀਤੀ ਹੈ, ਤਾਂ ਇਹਨਾਂ 5 ਪਿਆਰਿਆਂ ਨੂੰ ਤਨਖਾਹੀਆ ਨਹੀਂ ਕੀਤਾ ਜਾ ਸਕਦਾ? ਸ੍ਰੀ ਅਕਾਲ ਤਖਤ ਸਾਹਿਬ 'ਤੇ ਫੈਸਲਾ, ਸਾਡੀ ਐਪਲੀਕੇਸ਼ਨ ਗਈ ਹੋਈ ਹੈ, ਅਸੀਂ ਖੁੱਲ੍ਹ ਕੇ ਗੱਲ ਕਰਾਂਗੇ, ਚੁੱਪ ਕਰਕੇ ਗੱਲ ਨਹੀਂ ਕਰਾਂਗੇ। ਅਸੀਂ ਵੱਡੀ ਪ੍ਰੈਸ ਕਾਨਫਰੰਸ ਬੁਲਾਵਾਂਗੇ, ਅਸੀਂ ਵੱਡੀ ਸਕਰੀਨ 'ਤੇ ਚਲਾਵਾਂਗੇ, ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਬੇਸਮੈਂਟ ਜਿੱਥੇ ਅੱਗੇ ਫੈਸਲੇ ਹੋਏ ਨੇ ਸਾਰੀਆਂ ਜਥੇਬੰਦੀਆਂ ਆਉਣਗੀਆਂ ਔਰ ਉੱਥੇ ਗੱਲ ਹੋਏਗੀ, ਔਰ ਉੱਥੇ ਆ ਕੇ ਜੋ ਉਹਦੀਆਂ ਰਿਕਾਰਡਿੰਗਾਂ ਨੇ ਸੁਣ ਲਓ, ਤੁਹਾਨੂੰ ਪਤਾ ਲੱਗ ਜਾਏਗਾ ਕਿ ਬੰਦੇ ਦੀ ਅਸਲੀਅਤ ਕੀ ਹੈ। ਪਹਿਲਾਂ ਕਿਸੇ 'ਤੇ ਇਲਜ਼ਾਮ ਲਾ ਰਿਹਾ, ਅੱਜ ਹੋਰ ਇਲਜ਼ਾਮ ਲਾ ਰਿਹਾ, ਕੱਲ੍ਹ ਹੋਰ ਇਲਜ਼ਾਮ ਲਾ ਰਿਹਾ। ਇਹ ਬੰਦਾ ਇਲਜ਼ਾਮਾਂ ਦੀ ਫੈਕਟਰੀ ਹੈ। ਮੈਂ ਤਾਂ ਕਹਿੰਦਾ ਜਿਹੜਾ ਇਹਦੇ ਕੋਲ ਜਾਏਗਾ ਇਹ 2-4 ਇਲਜ਼ਾਮ ਲਾ ਦੇਵੇਗਾ। ਜਿੰਨੇ ਤੁਹਾਡੇ 'ਤੇ ਇਲਜ਼ਾਮ ਲਾ ਰਹੇ ਸੀਗੇ, ਤੁਸੀਂ ਕਹਿੰਦੇ ਹੋ ਸਾਰੇ ਝੂਠੇ ਆ, ਫਿਰ ਤੁਸੀਂ ਕੋਰਟ ਦਾ ਰਸਤਾ ਵੀ ਸੀਗਾ, ਮਾਨਹਾਨੀ ਦਾ ਕੇਸ ਕਰ ਦਿੰਦੇ, ਤੁਹਾਡੀ ਤਾਂ ਪਦਵੀ ਕੌਮ ਦੇ ਵਿੱਚ ਬਹੁਤ ਵੱਡੀ ਸੀ। ਅਸੀਂ ਸਾਰੇ ਸੱਜਣਾਂ ਨਾਲ ਵਿਚਾਰ ਕਰ ਰਹੇ ਹਾਂ, ਉਹਦੇ 'ਚ ਲਾਇਰ ਵੀ ਨੇ, ਉਹਦੇ 'ਚ ਪੁਲਿਸ ਦੇ ਵੱਡੇ ਅਫਸਰਾਨ ਵੀ ਨੇ, ਉਹਦੇ ਵਿੱਚ ਸਮਾਜਿਕ ਜਿਹੜੇ ਲੋਕ ਨੇ ਉਹ ਵੀ ਨੇ, ਰਾਜਨੀਤਿਕ ਲੋਕ ਵੀ ਨੇ, ਧਾਰਮਿਕ ਲੋਕ ਵੀ ਨੇ। ਅਸੀਂ ਸਭ ਨਾਲ ਵਿਚਾਰ ਕਰ ਰਹੇ ਹਾਂ। ਉਹ ਫਿਰ ਜੋ ਸਾਨੂੰ ਉਹਨਾਂ ਦਾ ਫੈਸਲਾ ਮਿਲੇਗਾ, ਜਿਸ ਤਰ੍ਹਾਂ ਦੀ ਰਾਏ ਮਿਲੇਗੀ ਉਹਨਾਂ ਦੀ ਰਾਏ ਲੈ ਰਹੇ ਹਾਂ। ਅਸੀਂ ਤਖਤ ਸਾਹਿਬ ਦੀ ਮਾਣ ਸ਼ਾਨ ਅਤੇ ਇੱਜ਼ਤ ਨੂੰ, ਇਹ ਮੈਂ ਫਿਰ ਕਹਿੰਦਾ, ਇਹ ਗਿਆਨੀ ਰਣਜੀਤ ਸਿੰਘ ਦੀ ਵਿਅਕਤੀਗਤ ਹਾਨੀ ਨਹੀਂ ਹੈ, ਇਹ ਸਾਰੇ ਪੰਥ ਦੀ ਹਾਨੀ ਹੈ, ਇਹ ਸਾਰੇ ਸ੍ਰੀ ਤਖਤ ਪਟਨਾ ਸਾਹਿਬ ਜੀ ਦੇ ਮਾਣ ਸਨਮਾਨ ਦੀ ਹਾਨੀ ਹੈ। ਅਸੀਂ ਇਹਦੇ ਖਿਲਾਫ ਵੀ ਔਰ ਇਹਦੇ ਸਹਿਯੋਗੀਆਂ ਦੇ ਖਿਲਾਫ ਵੀ, ਜਿਨ੍ਹਾਂ ਇਹਦਾ ਸਹਿਯੋਗ ਦਿੱਤਾ, ਜਿਨ੍ਹਾਂ ਸਾਜ਼ਿਸ਼ ਰਚੀ ਹੈ, ਜੋ ਇਹਦੇ ਵਿੱਚ ਸ਼ਾਮਲ ਨੇ, ਅਸੀਂ ਬਖਸ਼ਣਾ ਕਿਸੇ ਨੂੰ ਨਹੀਂ। ਬਸ ਥੋੜ੍ਹੇ ਦਿਨ ਨੇ, ਸ੍ਰੀ ਅਕਾਲ ਤਖਤ ਸਾਹਿਬ ਅਸੀਂ ਪਹੁੰਚ ਕੀਤੀ ਹੋਈ ਹੈ। ਅਕਾਲ ਤਖਤ ਸਾਹਿਬ ਵੀ ਐ ਨਹੀਂ ਵੀ ਬੰਦ ਕਮਰੇ 'ਚ ਗੱਲ ਹੋ ਜਾਏਗੀ। ਅਸੀਂ ਸਾਰੀਆਂ ਧਿਰਾਂ ਨੂੰ ਬੁਲਾਵਾਂਗੇ, ਬੇਨਤੀ ਕਰਾਂਗੇ, ਉਹਨਾਂ ਦੇ ਚਰਨਾਂ 'ਤੇ ਆਪਣਾ ਸੀਸ ਰੱਖਾਂਗੇ, ਕਹਾਂਗੇ ਫੈਸਲਾ ਆਵੇ ਨਿਆਂ ਦਾ, ਫੈਸਲਾ ਆਵੇ ਧਰਮ ਦਾ। ਇਹ ਨਹੀਂ ਵੀ ਅੱਜ ਇਹਨਾਂ ਸਾਡੇ 'ਤੇ ਇਲਜ਼ਾਮ ਲਾ ਦਿੱਤਾ, ਕੱਲ੍ਹ ਹੋਰ 'ਤੇ ਲਾ ਦੇਵੇਗਾ। ਇਹ ਬੰਦਾ ਇਸ ਕਾਬਲ ਨਹੀਂ ਹੈ ਕਿ ਗੁਰਦੁਆਰੇ ਵੀ ਜਾਵੇ। ਇਹਨੇ ਪਹਿਲਾਂ ਮੈਂ ਤੁਹਾਨੂੰ 40 FIR ਦਿਖਾਈਆਂ ਨੇ, ਜਿਹਦੇ 'ਚ ਬਹੁਤੀਆਂ ਜ਼ਿਆਦਾ ਜਿਹੜੀਆਂ ਨੇ ਉਹ ਇਹਦੇ 'ਤੇ 295A ਦੀਆਂ ਨੇ, ਜਿਹੜੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀਆਂ ਨੇ। ਆ ਜਿੰਨੇ ਨਿਸ਼ਾਨ ਲੱਗੇ ਹੋਏ ਨੇ, ਆਹ ਦੇਖ ਲਓ, 15 ਤੋਂ ਵੱਧ ਇਹ 295A ਦੀਆਂ ਇਹਦੇ 'ਤੇ ਹੈਗੀਆਂ ਨੇ। ਔਰ ਫਿਰ ਇੱਕ ਇਹਦਾ RDX ਜਿਹੜਾ ਵਰਗਾ ਇਹਦੇ ਕੋਲ ਵਿਸਫੋਟਕ ਬਰਾਮਦ ਹੋਇਆ, ਉਹਦੀ ਸੁਪਰੀਮ ਕੋਰਟ ਵਿੱਚ ਉਹ ਕੇਸ ਅਜੇ ਚੱਲ ਰਿਹਾ, ਅਜੇ ਬਰੀ ਨਹੀਂ ਹੋਇਆ। ਔਰ ਐਸੇ ਕੇਸ ਜਿਸ ਬੰਦੇ 'ਤੇ ਨੇ, ਉਹ ਬੰਦਾ ਇਲਜ਼ਾਮ ਲਾ ਰਿਹਾ ਅਤੇ ਸਾਡੇ ਸਤਿਕਾਰਯੋਗ 5 ਪਿਆਰਿਆਂ ਨੂੰ ਮੰਨ ਰਹੇ ਨੇ ਵੀ ਇਹ ਸੱਚ ਹੈ। ਫਿਰ ਅਸੀਂ ਸ਼ੱਕ ਕਰ ਸਕਦੇ ਹਾਂ ਬਈ ਹਾਊ ਯੂ ਡਿਡ ਇਟ, ਤੁਸੀਂ ਕਿਉਂ ਨਹੀਂ ਬੁਲਾਇਆ, ਤੁਸੀਂ ਕਿਉਂ ਨਹੀਂ ਪੁੱਛਿਆ? ਤੁਸੀਂ ਇੱਕ ਵਾਰੀ ਵੀ ਸਾਨੂੰ ਪੁੱਛਿਆ ਵੀ ਸਿੰਘ ਸਾਹਿਬ ਜੀ ਆਹ ਗੱਲ ਕਰ ਰਹੇ ਨੇ, ਤੁਹਾਡੇ ਨਾਲ ਦੇ ਕਮਰੇ 'ਚ ਤੁਸੀਂ ਸੀ, ਸਾਨੂੰ ਬੁਲਾ ਲੈਂਦੇ। ਇਹਨਾਂ ਕਿਹਾ 2-2.5 ਘੰਟੇ ਬਾਅਦ ਬੁਲਾਉਂਦੇ ਹਾਂ। 12 ਵਜੇ ਤੋਂ ਲੈ ਕੇ 12 ਵਜੇ ਅਸੀਂ ਪੇਸ਼ ਹੋ ਗਏ ਸੀ, 12 ਵਜੇ ਤੋਂ ਲੈ ਕੇ 7 ਵਜੇ ਤੱਕ ਕੋਈ ਜਵਾਬ ਨਹੀਂ ਆਇਆ। ਫਿਰ ਮੈਂ ਕਿਹਾ ਜੀ 8 ਘੰਟੇ ਅਸੀਂ ਉੱਥੇ ਦੀਰਘ ਵਿਚਾਰ ਕੀਤੀ ਹੈ। ਤੁਸੀਂ ਪਾਣੀ 'ਚ ਉੱਥੇ ਮਧਾਣੀ ਪਾਈ ਹੋਈ ਸੀ, ਕਾਹਦੀ ਤੁਸੀਂ ਦੀਰਘ ਵਿਚਾਰ ਕੀਤੀ ਹੈ? ਕਾਗਜ਼ਾਂ ਨੂੰ ਚੈੱਕ ਕਰਨ ਦਾ ਇੱਕ ਬਾਕਾਇਦਾ ਕੋਰਸ ਹੁੰਦਾ, ਜਿਹੜਾ ਫੋਰੈਂਸਿਕ ਲੈਬ ਨਾਲ ਸੰਬੰਧਿਤ ਹੁੰਦਾ। ਸਾਡੇ 5 ਪਿਆਰੇ ਕਿੰਨੇ ਉਹ ਕੋਰਸ ਕੀਤਾ ਹੋਇਆ? ਪੁੱਛੋ ਇਹਨਾਂ ਨੂੰ ਵੀ ਤੁਸੀਂ ਉਹ ਕੋਰਸ ਕੀਤਾ, ਤੁਸੀਂ ਕਿਵੇਂ ਮੰਨ ਲਿਆ ਵੀ ਕਾਗਜ਼ ਸਹੀ ਨੇ ਕਿ ਗਲਤ ਨੇ? ਫਿਰ ਜੇ ਤੁਸੀਂ ਮੰਨ ਲਿਆ, ਸਾਨੂੰ ਦਿਖਾ ਕਿਉਂ ਨਹੀਂ ਰਹੇ? ਦਿਖਾਓ। ਇਹਦਾ ਮਤਲਬ ਸਮਥਿੰਗ ਇਜ਼ ਰੋਂਗ ਦੇਅਰ। ਇਸ ਲਈ ਨਾ ਕਾਗਜ਼ ਦਿਖਾਏ ਜਾ ਰਹੇ ਨੇ, ਕੋਈ ਸਾਜ਼ਿਸ਼ ਹੈਗੀ ਹੈ। ਹੋ ਸਕਦਾ ਇਹ 'ਚ ਕੋਈ ਰਾਜਨੀਤਿਕ ਵੀ ਸ਼ਾਮਲ ਹੋਣ, ਕੁਝ ਹੋਰ ਲੋਕ ਵੀ ਸ਼ਾਮਲ ਹੋਣ, ਇਹਦੇ ਵਿੱਚ ਹੋਰ ਕੋਈ ਵਿਅਕਤੀ ਵੀ ਸ਼ਾਮਲ ਹੋਵੇ, ਜਿਸ ਕਰਕੇ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ। ਤਖਤ ਪਟਨਾ ਸਾਹਿਬ ਜਿਸ ਦਿਨ ਦੇ ਅਸੀਂ ਗਏ ਹਾਂ, ਅਸੀਂ ਕਰੋੜਾਂ ਰੁਪਇਆ ਔਨਲਾਈਨ ਜਮ੍ਹਾਂ ਕਰਵਾਇਆ, ਕਰੋੜਾਂ ਰੁਪਇਆਂ ਦੀਆਂ ਸਾਡੇ ਕੋਲ ਰਸੀਦਾਂ ਨੇ, ਦੇਖ ਲਓ। ਅਸੀਂ ਕੋਈ ਐਵੇਂ ਨਹੀਂ ਵੀ ਮੂੰਹ ਦੀਆਂ ਗੱਲਾਂ ਬਕ-ਬਕ ਕਰ ਰਹੇ ਹਾਂ। ਇਹ ਡਾਕਟਰ ਸਮਰੇ ਅਖੌਤੀ ਡਾਕਟਰ ਬਕ-ਬਕ ਕੀਤੀ ਹੈ, ਔਰ ਇਹਦੀ ਬਕ-ਬਕ ਨੂੰ ਨਾ ਸਹੀ ਮੰਨ ਲਿਆ। ਅਸੀਂ ਜਿਹੜੇ ਸਬੂਤ ਦੇ ਰਹੇ ਹਾਂ ਉਹ ਸਹੀ ਨਹੀਂ ਹੈਗੇ। ਆਹ ਸਬੂਤ ਅਸੀਂ ਘਰ ਨਹੀਂ ਤਿਆਰ ਕੀਤਾ। ਇਹ ਦੇਖ ਲਓ, ਅਦਾਲਤਾਂ ਦੀਆਂ ਮੋਹਰਾਂ ਲੱਗੀਆਂ ਹੋਈਆਂ, ਜਿਹਦੇ ਵਿੱਚ ਇਹ ਬੰਦੇ ਦੇ ਤਰ੍ਹਾਂ ਤਰ੍ਹਾਂ ਦੇ ਪਾਪ ਨੇ। ਕਰੋੜਾਂ ਰੁਪਇਆ ਤਖਤ ਪਟਨਾ ਸਾਹਿਬ ਜਮ੍ਹਾਂ ਕਰਾਇਆ, ਸੋਨਾ ਜਮ੍ਹਾਂ ਕਰਾਇਆ, ਵੱਡਾ ਮਾਤਾ ਨਾਨਕੀ ਸਾਹਿਬਾ ਜੀ ਦੇ ਨਾਮ 'ਤੇ ਲੰਗਰ ਦਾ ਰੈਨੋਵੇਸ਼ਨ ਹੋਈ, ਉਹਦੇ 'ਚ ਆਟੋਮੈਟਿਕ ਮਸ਼ੀਨਰੀ ਲਗਾਈ ਗਈ ਤਾਂ ਕਿ ਅਨਟੱਚ ਲੰਗਰ ਜਿਹੜਾ ਫੁੱਲੀ ਹਾਈਜੀਨਿਕਲੀ ਤਿਆਰ ਹੋ ਸਕੇ। ਔਰ ਇਸ ਤਰ੍ਹਾਂ ਦੇ ਨਾਲ ਇੱਕ ਬਹੁਤ ਵੱਡਾ ਦੀਵਾਨ ਹਾਲ, ਵਰਲਡ ਵਾਈਡ ਉਹ ਜਿਹਾ ਦੀਵਾਨ ਹਾਲ ਨਹੀਂ ਹੈ, ਜਿਹਦੇ 'ਚ ਭਾਵੇਂ ਉਹ ਸੇਵਾ ਜਿਹੜੀ ਹੈ ਮਹਾਂਪੁਰਖ ਕਰ ਰਹੇ ਨੇ, ਅਤੇ ਪਰ ਬਹੁਤ ਵੱਡਾ ਸਰਮਾਇਆ ਤਖਤ ਪਟਨਾ ਸਾਹਿਬ ਦਾ ਹੈਗਾ। ਇਸੇ ਤਰ੍ਹਾਂ ਰਾਜਗੀਰ ਬਹੁਤ ਵੱਡੀ ਸਰਾਂ ਦਾ ਨਿਰਮਾਣ ਹੋਇਆ, ਸੀਤਰਕੁੰਡ ਗੁਰਦੁਆਰਾ ਸਾਹਿਬ ਦਾ ਨਿਰਮਾਣ ਹੋਇਆ। ਇਹ ਸਾਡੀ ਸੇਵਾ ਕਾਲ ਦੌਰਾਨ ਇੰਨੀਆਂ ਵੱਡੀਆਂ ਪ੍ਰਾਪਤੀਆਂ ਨੇ
ਫਿਰ ਕਰੋਨਾ ਕਾਲ ਵਿੱਚ ਅਸੀਂ 3,500 ਕੁਇੰਟਲ ਤੋਂ ਵੱਧ ਕਣਕ ਇਕੱਠੀ ਕਰਕੇ ਸੰਗਤਾਂ ਦੇ ਰਾਹੀਂ ਤਖਤ ਪਟਨਾ ਸਾਹਿਬ ਪਹੁੰਚਾਈ ਹੈ। ਉਹ ਕਈਆਂ ਨੇ ਵੇਚੀ ਹੈ ਔਰ ਵੇਚਣ ਦੇ ਉਹਨਾਂ ਦੇ ਕੇਸ ਚੱਲਦੇ ਪਏ ਨੇ। ਉਹ ਵੇਖੀ ਨਹੀਂ ਸੀ ਇੰਨੀ ਕਦੀ ਇਕੱਠੀ, ਉਹ ਅੰਬਾਰ ਲੱਗ ਗਏ ਅਤੇ ਵੇਚ ਦਿੱਤੀ ਵਿੱਚੋਂ, ਉਹਦੇ 'ਤੇ ਕੇਸ ਚੱਲ ਰਹੇ ਨੇ ਉਹਨਾਂ 'ਤੇ। ਉਹਨਾਂ 'ਚੋਂ ਸਾਡੇ ਸਤਿਕਾਰਯੋਗ ਸਵਰਗਵਾਸੀ ਪ੍ਰਧਾਨ ਅਵਤਾਰ ਸਿੰਘ ਹਿੱਤ ਹੋਣਾ 'ਤੇ ਵੀ ਕਣਕ ਵੇਚਣ ਦਾ ਕੇਸ ਹੈਗਾ। ਹੋਰ 1-2 ਹੋਰ ਕਰਮਚਾਰੀ ਉਹਨਾਂ 'ਤੇ ਕਣਕ ਵੇਚਣ ਦਾ ਕੇਸ ਹੈ। ਸਾਡੇ 'ਤੇ ਤਾਂ ਕੇਸ ਕੋਈ ਨਹੀਂ, ਔਰ ਜੇ ਨਹੀਂ ਤਾਂ ਅਦਾਲਤ 'ਚੋਂ ਸਬੂਤ ਲੈ ਲਓ, ਅਸੀਂ ਤੁਹਾਨੂੰ ਮੰਗਾ ਦਿੰਦੇ ਹਾਂ, ਉਹਦੀਆਂ ਸਰਟੀਫਾਈਡ ਕਾਪੀਆਂ ਮੰਗਾ ਦਿੰਦੇ ਹਾਂ। ਇਹ ਸਾਡੀ ਚੜ੍ਹਦੀ ਕਲਾ, ਸਾਡੀ ਸੇਵਾ, ਸਾਡਾ ਸਮਰਪਣ, ਸਾਡਾ ਸਨਮਾਨ। 70 ਲੱਖ ਤੋਂ ਵੱਧ ਲੋਕ ਸੰਗਤਾਂ ਵਰਲਡ ਵਾਈਡ ਸਾਨੂੰ ਰੋਜ਼ ਸੁਣਦੀਆਂ ਨੇ। ਉਹ ਸੰਗਤਾਂ ਵੀ ਇਸ ਗੱਲ ਤੋਂ ਦੁਖੀ ਨੇ। ਇਸ ਕਰਕੇ ਇਹ ਅਖੌਤੀ ਡਾਕਟਰ ਸਮਰੇ ਨੇ ਕੇਵਲ 5 ਪਿਆਰਿਆਂ ਤੋਂ ਇੱਕ ਗਲਤ ਫੈਸਲਾ ਨਹੀਂ ਕਰਵਾਇਆ, ਸਾਡੇ ਖਿਲਾਫ ਵੀ ਗਲਤ ਨਹੀਂ ਲਾਇਆ। ਇਹਨੇ 70 ਲੱਖ ਉਹ ਸੰਗਤਾਂ ਨੂੰ ਵੀ ਨਿਰਾਸ਼ ਕੀਤਾ, ਜਿਹੜੀਆਂ ਰੋਜ਼ ਕਥਾ ਸੁਣਦੀਆਂ। ਸਾਨੂੰ ਰੋਜ਼ ਰੋ ਕੇ ਸੰਗਤਾਂ ਦੇ ਫੋਨ ਆ ਰਹੇ, ਔਰ ਉਹ ਕਹਿ ਰਹੇ ਨੇ ਵੀ ਜੋ ਜਿੰਨਾ ਸਰਮਾਇਆ ਚਾਹੀਦਾ, ਜੋ ਸਹਿਯੋਗ ਚਾਹੀਦਾ ਸਾਨੂੰ ਦੱਸੋ, ਅਸੀਂ ਆਉਂਦੇ ਹਾਂ, ਅਸੀਂ ਕਾਲ ਕਰਾਂਗੇ ਸਾਰੀ ਸੰਗਤ ਨੂੰ। ਅੱਛਾ, ਜਦੋਂ ਇਹ ਵੀ ਸੋਨਾ ਭੇਂਟ ਕਰਦੇ ਸੀ, ਸੋਨੇ ਦੀਆਂ ਵਸਤੂਆਂ ਭੇਂਟ ਕਰਦੇ ਸੀ, ਹੋਰ ਸੰਗਤ ਵੀ ਸੋਨਾ ਭੇਂਟ ਕਰਦੀ ਹੈ, ਉਹਨੂੰ ਸਾਂਭ ਸੰਭਾਲ ਦਾ ਜਾਂ ਉਹਨੂੰ ਰਜਿਸਟਰ ਕਰਨ ਦਾ ਕੀ ਵਿਧੀ ਹੁੰਦੀ ਹੈ? ਜੇ ਹੁੰਦੀ ਹੈ ਤਾਂ ਫਿਰ ਇਹ ਵਿਧੀ ਕਿਉਂ ਨਹੀਂ ਪੂਰੀ? ਜਿਹੜਾ ਦੇਖੋ, ਪਹਿਲੀ ਗੱਲ ਤਾਂ ਹੈ ਕਿ ਵਿਧੀ ਹੈਗੀ ਹੈ ਬਾਕਾਇਦਾ। ਜੋ ਸੋਨਾ ਤਖਤ ਸਾਹਿਬ ਦੇ ਪ੍ਰਬੰਧ ਨੂੰ ਆਉਂਦਾ ਹੈ, ਸਾਡੇ ਰਾਹੀਂ ਵੀ ਕਈ ਵਾਰੀ ਸੋਨਾ ਆਇਆ, ਉਹ ਸਾਰੇ ਦੀ ਵਿਧੀ ਇਹ ਹੈਗੀ ਹੈ ਕਿ ਉਹਨੂੰ ਬਾਕਾਇਦਾ ਸੁਪਰਡੈਂਟ ਜਾਂ ਜਿਹੜੇ ਅਧਿਕਾਰੀ ਨੇ ਉਹ ਜਾ ਕੇ ਅਤੇ ਉੱਥੇ ਸੁਨਿਆਰੇ ਕੋਲੋਂ ਕਸਵੱਟੀ ਲਵਾਉਂਦੇ ਨੇ, ਉਹ ਚੈੱਕ ਹੁੰਦਾ। ਫਿਰ ਉਹ ਚੈੱਕ ਹੋਣ ਤੋਂ ਬਾਅਦ ਜੇ ਉਹ ਸਹੀ ਪਾਇਆ ਜਾਂਦਾ ਤਾਂ ਉਹਦੀ ਰਸੀਦ ਦਿੱਤੀ ਜਾਂਦੀ ਹੈ। ਪਹਿਲੀ ਗੱਲ ਤਾਂ ਇਹ ਹੈ ਭਾਈ ਸੁਖਵਿੰਦਰ ਸਿੰਘ ਜੀ ਕਿ ਇਸ ਅਖੌਤੀ ਝੋਲਾ ਛਾਪ ਡਾਕਟਰ ਨੇ ਸਾਨੂੰ ਕੋਈ ਸਮਾਨ ਦਿੱਤਾ ਹੀ ਨਹੀਂ। ਜਦੋਂ ਇਹਨੇ ਹਾਰ ਦਿੱਤਾ, ਕਲਗੀ ਦਿੱਤੀ, ਹੋਰ ਕਿਰਪਾਨ ਦਿੱਤੀ, ਹੋਰ ਸਮਾਨ ਦਿੱਤਾ, ਅਸੀਂ ਉੱਥੇ ਮੌਜੂਦ ਹੀ ਨਹੀਂ, ਸਾਡੀ ਗੈਰ ਮੌਜੂਦਗੀ ਹੈ। ਸਾਡੇ ਵੇਲੇ ਇਹ ਇੱਕ ਪੀੜਾ ਲੈ ਕੇ ਆਇਆ ਜਿਹਦਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ। ਇਹਨੇ ਕਿਹਾ ਜੀ ਇਹਨੇ ਬਣਵਾਇਆ, ਆਹ ਦੇਖੋ ਆਪਣੇ ਸਿਰ 'ਤੇ ਚੁੱਕ ਕੇ ਲਿਆ ਰਿਹਾ। ਜੇ ਅਸੀਂ ਬਣਵਾਇਆ ਤਾਂ ਅਸੀਂ ਸਿਰ 'ਤੇ ਚੁੱਕ ਕੇ ਲਿਆਉਂਦੇ, ਤੂੰ ਕਿਉਂ ਲਿਆਂਦਾ? ਫਿਰ ਆਹ ਦੇਖੋ, ਆਹ ਇੱਕ ਬੰਦਾ ਇਹਦਾ ਡੁਰਲੀ ਜਿਹਾ ਕੋਈ ਬੰਦਾ ਹੈਗਾ ਇਹਦੇ ਨਾਲ, ਉਹ ਇਹਨੇ ਉਹਦੇ ਹੱਥ 'ਚ ਕਿਰਪਾਨ ਫੜੀ ਹੋਈ, ਕਿਰਪਾਨ ਉਹਦੇ ਨਾਲ ਹੈ। ਫਿਰ ਆਹ ਦੇਖੋ ਜਨਰਲ ਸਕੱਤਰ ਖੜੇ ਨੇ ਸਾਈਡ 'ਤੇ, ਫਿਰ ਇਹ ਖੜਾ ਬੈਂਡ ਵਾਜੇ ਵਾਲਾ ਪੇਖੀ ਹੈ, ਬਹੁਤ ਰੁਪਈਆ ਹੈ। ਇਹਦੇ ਸਿਰ 'ਤੇ ਵਾਲ ਵੀ ਹੈ ਨਹੀਂ ਮੈਨੂੰ ਲੱਗਦਾ, ਦਾੜੀ ਵੀ ਇਹ ਥੱਲੇ ਕੱਟਦਾ, ਦੇਖ ਲਓ ਜਾ ਕੇ। ਔਰ ਕਦੀ ਇਹ ਕਾਲੀ ਮਾਤਾ ਦਾ ਭਗਤ ਬਣ ਜਾਂਦਾ, ਕਦੀ ਇਹ ਗੁਰੂ ਤੇਗ ਬਹਾਦਰ ਜੀ ਦਾ ਭਗਤ ਬਣ ਜਾਂਦਾ, ਕਦੀ 200 ਕਰੋੜ। ਮੇਰਾ ਸਵਾਲ ਇਹ ਸੀਗਾ ਵੀ ਜੇ ਬਾਕੀਆਂ ਦੀ ਰਸੀਦ ਕੱਟੀ ਜਾ ਸਕਦੀ ਹੈ, ਇਹਦੀ ਰਸੀਦ ਕਿਉਂ ਨਹੀਂ ਕੱਟੀ? ਇਹ ਤਾਂ ਬਹੁਤ ਵੱਡਾ ਅਮਾਊਂਟ ਦੀ। ਦੇਖੋ, ਜਿਹਨੂੰ ਇਹਨੇ ਦਿੱਤਾ ਉਹ ਗ੍ਰੰਥੀਆਂ ਦੀਆਂ ਫੋਟੋ ਵੀ ਹੈਗੀਆਂ ਨੇ, ਮੈਂ ਤੁਹਾਨੂੰ ਦੇ ਦਿਆਂਗਾ, ਤੁਸੀਂ ਚਲਾ ਲਿਓ। ਉਹਨਾਂ ਨੂੰ ਜਿਨ੍ਹਾਂ ਨੂੰ ਦਿੱਤਾ ਉਹਦੇ 'ਚ ਬਲਦੇਵ ਸਿੰਘ ਅਤੇ ਦਲੀਪ ਸਿੰਘ 2 ਬੰਦਿਆਂ ਦੀ ਫੋਟੋ ਹੈ ਜਿਹਨੂੰ ਇਹ ਸਮਾਨ ਦੇ ਰਿਹਾ। ਰਸੀਦ ਉਹਨਾਂ ਦੇਣੀ ਸੀ। ਜਿਹੜਾ ਤੁਸੀਂ ਸਮਾਨ ਮੈਨੂੰ ਦਿਓਗੇ ਉਹ ਮੈਂ ਪ੍ਰਬੰਧ ਨੂੰ ਕਹਾਂਗਾ ਕਿ ਭਾਈ ਇਹ ਰਸੀਦ ਦੇ ਦਿਓ। ਦਿੱਤਾ ਲੋਕਾਂ ਨੇ, ਮੇਰੇ ਕੋਲ ਰਸੀਦਾਂ ਹੈਗੀਆਂ, ਦੇਖ ਲਓ। ਮਾਇਆ ਜਿਨ੍ਹਾਂ ਨੇ ਮੈਨੂੰ ਨਗਦ ਦਿੱਤੀ ਉਹਨਾਂ ਦੀ ਰਸੀਦਾਂ ਦੇਖ ਲਓ, ਤਖਤ ਪਟਨਾ ਸਾਹਿਬ ਜਮ੍ਹਾਂ ਹੋਈਆਂ ਨੇ। ਜੀ ਸਵਾਲ ਤਾਂ ਮੈਨੂੰ ਲੱਗਦਾ ਉੱਠਦਾ ਵੀ ਤੁਸੀਂ ਜੇ ਇਸ ਸ਼ਖਸ ਨੂੰ ਅਨੰਦ ਸੇਵਕ ਦਾ ਇੱਕ ਪ੍ਰਸ਼ੰਸਾ ਪੱਤਰ ਕਹਿ ਸਕਦਾ ਮੈਂ, ਉਹ ਦੇ ਰਹੇ ਹੋ, ਉਹ ਵਸਤੂ ਆਈ ਹੈ, ਤਖਤ ਦੇ ਵਿੱਚ ਆਈ ਹੈ, ਜੇ ਬਾਕੀਆਂ ਦਾ ਸਾਰਾ ਕੁਝ ਹੋ ਸਕਦਾ ਹੈ, ਉਹਨਾਂ ਨੂੰ ਕਾਗਜ਼ੀ ਪੱਤਰੀ ਲਿਆਂਦਾ ਜਾ ਸਕਦਾ ਹੈ, ਇਹਨੂੰ ਕਿਉਂ ਨਹੀਂ ਲਿਆਂਦਾ ਗਿਆ? ਉਹਦੇ ਲਈ ਮੇਰਾ ਕੋਈ ਦੋਸ਼ ਨਹੀਂ ਹੈ, ਉਹ ਤਾਂ ਪ੍ਰਬੰਧ ਨੇ ਦੇਣੀ ਹੁੰਦੀ ਹੈ, ਜਾਂ ਜਿਹਨੂੰ ਸਮਾਨ ਦਿੱਤਾ ਉਹਨੇ ਦਫ਼ਤਰ ਜਮ੍ਹਾਂ ਕਰਾਉਣਾ ਹੁੰਦਾ, ਅੱਗੋਂ ਰਸੀਦ ਦਫ਼ਤਰ ਤੋਂ ਹੀ ਮਿਲਦੀ ਹੈ। ਇਹਨੂੰ ਪਤਾ ਹੈਗਾ ਕਿ ਮੇਰਾ ਸਮਾਨ ਹੀ ਨਕਲੀ ਹੈ, ਇਹਨੇ ਰਸੀਦ ਮੰਗੀ ਨਹੀਂ ਕਿਸੇ ਕੋਲੋਂ ਜਾਂ ਕਿਸੇ ਦਿੱਤੀ ਨਹੀਂ। ਜਿਨ੍ਹਾਂ ਨੂੰ ਸਮਾਨ ਤੁਸੀਂ ਨਕਲੀ ਡਾਕਟਰ ਜੀ ਹੈਂਡਓਵਰ ਕੀਤਾ, ਉਹਨਾਂ ਕੋਲੋਂ ਰਸੀਦ ਮੰਗੋ, ਉਹ ਤੁਹਾਨੂੰ ਰਸੀਦ ਦੇਣਗੇ। ਅਤੇ ਰਸੀਦ ਤਾਂ ਹੀ ਦੇਣਗੇ ਜੇ ਤੁਹਾਡਾ ਸਮਾਨ ਸਹੀ ਹੋਵੇਗਾ। ਜੇ ਤੁਹਾਡਾ ਸਮਾਨ ਹੀ ਗਲਤ ਹੈ, ਦੇਖੋ ਇਹਦਾ ਝੂਠ ਕੀ ਹੈ। ਕਹਿੰਦਾ ਜੀ ਜਥੇਦਾਰ ਨੇ ਕਿਹਾ, ਮੈਂ ਕਿਹਾ ਜੀ ਜਥੇਦਾਰ ਜੀ ਮੈਂ ਕਿਰਪਾਨ ਬਣਵਾਉਣੀ ਨਹੀਂ ਆਉਂਦੀ, ਪਤਾ ਨਹੀਂ ਕਾਰੀਗਰ ਕਿੱਥੇ ਹੈ, ਅਤੇ ਤੁਸੀਂ ਇੱਕ ਕਿਰਪਾਨ ਬਣਵਾਈ ਹੈ ਅਤੇ ਪੀੜਾ ਬਣਵਾਇਆ। ਉਹ ਪੀੜੇ ਦਾ ਮੈਂ ਤੁਹਾਨੂੰ ਲੈਟਰ ਹੈਡ ਦਿਖਾਇਆ ਇਹਨਾਂ ਦਾ, ਜਿਹਦੇ 'ਚ ਇਹਨਾਂ ਨੇ ਕਿਹਾ ਵੀ ਪੀੜਾ ਸੋਨੇ ਦਾ ਬਣਿਆ ਹੋਇਆ, ਸਮਾਨ ਸੋਨੇ ਦਾ ਬਣਿਆ ਹੋਇਆ, ਕਿਰਪਾਨ ਸੋਨੇ ਦੀ ਬਣੀ ਹੋਣ ਦੀ ਮੈਂ ਤੁਹਾਨੂੰ ਵੀਡੀਓ ਦੇ ਦੇਣਾ, ਇਮਾਨਦਾਰੀ ਨਾਲ ਤੁਸੀਂ ਉਹਨੂੰ ਚਲਾ ਦਿਓ, ਸੰਗਤ ਤੱਕ ਪਹੁੰਚਾ ਦਿਓ। ਮੈਂ ਤੁਹਾਨੂੰ ਕਹਿ ਸਕਦਾ ਸੰਗਤ ਤੱਕ ਤੁਹਾਡੀ ਰਸਾਈ ਹੈ, ਤੁਹਾਨੂੰ ਸੰਗਤ ਪ੍ਰੇਮ ਸਤਿਕਾਰ ਨਾਲ ਸੁਣਦੀ ਹੈ, ਉਹਨਾਂ ਤੱਕ ਪਹੁੰਚਾਓ ਵੀ ਆਪ ਕਹਿ ਰਿਹਾ ਕਿ ਨਹੀਂ ਕਹਿ ਰਿਹਾ। ਉਹਦਾ ਪ੍ਰਾਈਜ਼ ਦੱਸ ਰਿਹਾ, ਕਹਿ ਰਿਹਾ ਬਿੱਲ ਮੇਰੇ ਕੋਲ ਨੇ, ਜਿੰਨੇ ਡਿਟੇਲਾਂ ਲੈਣੀਆਂ ਲੈ ਲਏ। ਇਹ 28 ਸੋਨੇ ਦੀਆਂ ਪੜਤਾਂ ਲੱਗੀਆਂ ਨੇ, ਜੇ ਨਾ ਲੱਗੀਆਂ ਹੁਣ ਮੈਂ ਸੁਨਿਆਰਾ ਫੜ ਲਵਾਂਗਾ। ਇਹ ਸਾਰੀਆਂ ਗੱਲਾਂ ਇਹ ਕਰ ਰਿਹਾ, ਔਰ ਔਨ ਰਿਕਾਰਡ ਨੇ ਇਹ ਗੱਲਾਂ, ਇਹ ਕੋਈ ਮੂੰਹ ਜ਼ਬਾਨੀ ਗੱਲਾਂ ਕੀਤੀਆਂ ਨੇ, ਵੀਡੀਓ ਨੇ। ਤੁਸੀਂ ਸੰਗਤ ਨੂੰ ਦਿਓ, ਮੈਂ ਤੁਹਾਨੂੰ ਦੇ ਦੇਣਾ,
ਤੁਹਾਡਾ ਚੈਨਲ ਦਾ ਜੇ ਸਮਾਂ ਹੋਵੇ ਤਾਂ ਉਹਨੂੰ ਚਲਾਓ, ਸੰਗਤ ਤੱਕ ਪਹੁੰਚਾਓ। ਤੁਹਾਡਾ ਮੈਂ ਧੰਨਵਾਦੀ ਹੋਵਾਂਗਾ। ਜਿਹਨੂੰ ਆਖਰੀ ਸਵਾਲ ਲਊਂਗਾ ਜਥੇਦਾਰ ਜੀ, ਰਸਤਾ ਕੀ ਹੈ ਹੁਣ ਅੱਗੇ? ਤਨਖਾਹੀਆ ਕਰਾਰ ਦੇ ਦਿੱਤੇ ਗਏ ਹੋ, ਜਥੇਦਾਰੀ ਖੁਸ਼ੀ ਹੈ, ਅਗਲਾ ਰਾਹ ਕੀ ਦੇ? ਜਥੇਦਾਰੀ ਕੋਈ ਨਹੀਂ ਖੁਸ਼ੀ, ਤਨਖਾਹੀਆ ਕਰਾਰ ਦਿੱਤਾ ਗਿਆ। ਅਸੀਂ ਉਹ ਪੰਜ ਪਿਆਰਿਆਂ ਨੂੰ ਬੇਨਤੀ ਵੀ ਕਰਾਂਗੇ, ਸਾਰੇ ਪੰਥ ਨੂੰ ਬੇਨਤੀ ਕਰਾਂਗੇ, ਜੇ ਪੰਜ ਪਿਆਰੇ ਸਾਡੇ ਇੰਨੇ ਸਿਆਣੇ ਹੁੰਦੇ ਤਾਂ ਆਪਣੇ ਹੁਕਮਨਾਮਿਆਂ ਨੂੰ ਆਪ ਉਲੰਘ ਕੇ, ਮੈਨੂੰ ਤਾਂ ਲੱਗਦਾ ਜਾਂ ਤਾਂ ਇਹਨੇ ਦਬਾਅ ਪਾਇਆ ਉਹਨਾਂ 'ਤੇ ਜਾਂ ਇਹਨੇ ਕੋਈ ਲਾਲਚ ਦਿੱਤਾ। ਇਹ ਵੀ ਗੱਲ ਸਾਡੇ ਕੋਲ ਆਈ ਹੈ ਕਿ ਇਹਨੇ ਉਹਨਾਂ ਨੂੰ ਪੈਸੇ ਦਿੱਤੇ ਨੇ, ਔਰ ਉਹ ਜੇ ਸਾਬਤ ਹੋ ਜਾਂਦੀ ਹੈ ਤਾਂ ਅਸੀਂ ਤੁਹਾਡੇ ਸਾਹਮਣੇ ਰੱਖ ਦੇਵਾਂਗੇ। ਹਾਲੇ ਤੱਕ ਅਸੀਂ ਨਹੀਂ ਕਹਿ ਰਹੇ ਵੀ ਇਹਨੇ ਦਿੱਤੇ ਕਿ ਨਹੀਂ ਦਿੱਤੇ। ਜੇ ਉਹ ਸਾਬਤ ਹੋ ਜਾਏਗੀ ਜ਼ਰੂਰ ਤੁਹਾਡੇ ਸਾਹਮਣੇ ਰੱਖਾਂਗੇ, ਦੁਨੀਆ ਭਰ ਦੇ ਸਾਹਮਣੇ ਰੱਖਾਂਗੇ, ਆਪਣੇ ਆਪ ਹੀ ਗੱਲ ਸਪਸ਼ਟ ਹੋ ਜਾਏਗੀ। ਜਿੱਥੇ ਇਹਨਾਂ ਕਿਰਪਾਨਾਂ ਬਣਵਾਈਆਂ ਉਹਦਾ ਬਿੱਲ ਅਸੀਂ ਤੁਹਾਨੂੰ ਪਾਰਸ ਜਵੈਲਰ ਸੁਲਤਾਨ ਵਿੰਡ ਅੰਮ੍ਰਿਤਸਰ ਦਾ ਦੇ ਦਿੱਤਾ। ਉਹ ਬਿੱਲ ਇਹਨੇ ਖੁਦ ਸਾਨੂੰ ਭੇਜਿਆ, ਕਿਸੇ ਹੋਰ ਨੇ ਨਹੀਂ ਭੇਜਿਆ। ਇਹ ਪਤਾ ਨਹੀਂ ਨਕਲੀ ਹੈ ਕਿ ਅਸਲੀ ਹੈ। ਇਸ ਕਰਕੇ ਮੈਂ ਕਹਿ ਰਿਹਾ ਕਿ ਜੇ ਸਮਾਨ ਨਕਲੀ ਦੇ ਸਕਦਾ, ਡਿਗਰੀ ਨਕਲੀ ਹੈ, ਆਪ ਡਾਕਟਰ ਨਕਲੀ ਹੈ, ਚੈੱਕ ਨਕਲੀ ਹੈ 10 ਕਰੋੜ ਦਾ ਚੈੱਕ ਨਕਲੀ ਹੈ, ਇਹਦੀਆਂ ਗੱਲਾਂ ਨਕਲੀ ਨੇ, ਬਿੱਲ ਵੀ ਨਕਲੀ ਨੇ, ਅਸਲੀ ਨਹੀਂ ਹੈਗੇ। ਇਸ ਕਰਕੇ ਇਹਨਾਂ ਆਪਣੀ ਸੋਝੀ ਆਪ ਰੱਖੇ। ਅਸੀਂ ਪੰਜ ਪਿਆਰਿਆਂ ਨੂੰ ਵੀ ਲਿਖ ਰਹੇ ਹਾਂ ਕਿ ਉਹ ਵੀ ਇਸ 'ਤੇ ਦੁਬਾਰੇ ਜਿਹੜੀ ਹੈਗੀ ਹੈ ਵਿਚਾਰ ਕਰਨ, ਇਸ ਦਾ ਰਿਵਿਊ ਹੋਵੇ। ਇਸ 'ਤੇ ਅਪੀਲ ਅਸੀਂ ਪੰਜ ਪਿਆਰਿਆਂ ਨੂੰ ਵੀ ਲਿਖ ਦਿੰਦੇ ਹਾਂ, ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਲਿਖਿਆ ਹੋਇਆ, ਔਰ ਜੋ ਫੈਸਲਾ ਹੋਵੇਗਾ ਸ੍ਰੀ ਅਕਾਲ ਤਖਤ ਸਾਹਿਬ ਹੋਵੇਗਾ। ਔਰ ਰਿਵਿਊ ਦੇ ਵਿੱਚ ਵੀ ਜੇਕਰ ਇਲਜ਼ਾਮ ਬਰਕਰਾਰ ਰਹਿੰਦੇ ਨੇ, ਇਹ ਸਾਬਤ ਹੁੰਦੇ ਨੇ, ਫਿਰ ਰਹਿ ਹੀ ਨਹੀਂ ਸਕਦੇ, ਕਿਉਂਕਿ ਅਸੀਂ ਫੋਰੈਂਸਿਕ ਜਾਂਚ ਲੈਬ ਤੋਂ ਕਰਾਉਣੀ ਹੈ। ਅਸੀਂ ਕਿਸੇ ਬੰਦੇ ਦੇ ਕਹੇ ਥੋੜ੍ਹੀ ਮੰਨ ਲੈਣਾ, ਉਹਨਾਂ ਤਾਂ ਕਰਤਾ ਜੋ ਕਰਨਾ ਸੀ। ਅਸੀਂ ਉਹਦੀ ਜਾਂਚ ਦੀ ਮੰਗ ਕਰਦੇ ਹਾਂ, ਉਹਦੀ ਫੋਰੈਂਸਿਕ ਜਾਂਚ ਹੋਵੇ। ਆਪੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਗੱਲ ਹੀ 2 ਮਿੰਟ ਦੀ ਹੈ। ਇਹ ਕੋਈ ਐਡੀ ਲੰਬੀ ਚੌੜੀ ਗੱਲ ਤਾਂ ਹੈ ਨਹੀਂ। ਜਿੰਨਾ ਚਿਰ ਸਾਨੂੰ ਬੋਲਦਿਆਂ ਹੋਇਆ ਉਦੋਂ ਪਹਿਲਾਂ ਇਹ ਗੱਲ ਮੁੱਕ ਜਾਂਦੀ ਹੈ। ਇਹ ਫੋਰੈਂਸਿਕ ਜਾਂਚ ਕਰਵਾ ਲੈਣ ਅਤੇ ਅਸੀਂ ਉਹਦਾ ਸੱਚ ਸਾਹਮਣੇ ਆ ਜਾਏਗਾ, ਅਸਲੀਅਤ ਕੀ ਹੈ। ਇਹ ਸਾਰੇ ਕਾਗਜ਼ ਨਕਲੀ ਨੇ, ਇਹਦੇ ਇੱਕ ਵੀ ਕਾਗਜ਼ ਅਸਲੀ ਨਹੀਂ ਹੈ। ਠੀਕ ਹੈ, ਅੱਜ ਦੀ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਤਾਂ ਇਹ ਸੀਗੇ ਗਿਆਨੀ ਗੌਹਰ ਜੀ, ਰਣਜੀਤ ਸਿੰਘ ਗੌਹਰ ਜੀ, ਜਿਨ੍ਹਾਂ ਦੇ ਵੱਲੋਂ ਆਪਣੇ ਦੇ ਉੱਤੇ ਲੱਗੇ ਤਮਾਮ ਇਹਨਾਂ ਇਲਜ਼ਾਮਾਂ ਦਾ ਬੜੇ ਵਿਸਥਾਰ ਪੂਰਵਕ ਜਵਾਬ ਦਿੱਤਾ ਔਰ ਬਹੁਤ ਸਾਰੇ ਤੱਥ ਸੰਗਤ ਦੇ ਸਨਮੁਖ ਰੱਖੇ ਨੇ। ਇੱਕ ਪਾਸੇ ਫੈਸਲਾ ਪੰਜ ਪਿਆਰਿਆਂ ਦੇ ਵੱਲੋਂ ਸੁਣਾਇਆ ਗਿਆ, ਹਾਲਾਂਕਿ ਗਿਆਨੀ ਰਣਜੀਤ ਸਿੰਘ ਗੌਰ ਹੋਣਾ ਦੇ ਵੱਲੋਂ ਉਸ ਨੂੰ ਵੀ ਚੈਲੰਜ ਕੀਤਾ ਗਿਆ ਔਰ ਅਕਾਲ ਤਖਤ ਸਾਹਿਬ ਤੱਕ ਪਹੁੰਚ ਕੀਤੀ ਹੈ, ਪਰ ਅਕਾਲ ਤਖਤ ਸਾਹਿਬ ਤੋਂ ਅਜੇ ਤੱਕ ਕਿਸੇ ਵੀ ਤਰੀਕੇ ਦਾ ਕੋਈ ਵੀ ਰਿਐਕਸ਼ਨ ਨਹੀਂ ਆਇਆ। ਕਹਿੰਦੇ ਨੇ ਮੈਨੂੰ ਉਮੀਦ ਹੈ ਕਿ ਇਸ ਪੂਰੇ ਮਸਲੇ ਦੇ ਵਿੱਚ ਇਨਸਾਫ ਹੋਵੇਗਾ। ਹਾਂ, ਨਾਲ ਦੀ ਨਾਲ ਇੱਕ ਗੱਲ ਦਾ ਹੋਰ ਦਾਅਵਾ ਕੀਤਾ ਹੈ ਕਿ ਜੇਕਰ ਮੈਨੂੰ ਇਹਨਾਂ ਚੀਜ਼ਾਂ ਦੇ ਵਿੱਚ ਲਿਪਤ ਕਰਨ ਦੀਆਂ ਗੱਲਾਂ ਸੱਚ ਸਾਬਤ ਕਰ ਦੇਵੇ ਕੋਈ, ਤਾਂ ਮੈਂ ਆਪਣੀ ਜਾਨ ਦੇਣ ਤੱਕ ਵੀ ਤਿਆਰ ਹਾਂ, ਫਿਰ ਭਾਵੇਂ ਬੇਸ਼ੱਕ ਮੈਨੂੰ ਸਜ਼ਾ ਦੇ ਤੌਰ 'ਤੇ ਸ਼ੂਟ ਕਰ ਦਿਓ। ਦੇਖਣਾ ਹੈ ਕਿ ਪੰਥ ਦੇ ਵਿੱਚ, ਸਿੱਖ ਕੌਮ ਦੇ ਵਿੱਚ ਬਣਿਆ ਇਹ ਗੰਭੀਰ ਮਸਲਾ ਕਿਵੇਂ ਹੱਲ ਹੁੰਦਾ ਹੈ। ਫਿਲਹਾਲ ਕੈਮਰਾਮੈਨ ਰਈਸ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਲੁਧਿਆਣਾ।